ਅੱਜ ਆਪਾਂ ਨਵੀਂ ਬਾਣੀ ਜਿਹੜੀ ਹੈਗੀ ਹੈ ਸ਼ੁਰੂ ਕਰਨ ਲੱਗੇ ਹਾਂ ਜੀ। ਕੱਲ੍ਹ ਆਪਾਂ ਨੇ ਗੁਰੂ ਗੋਬਿੰਦ ਸਿੰਘ ਜੀ 10ਵੇਂ ਪਾਤਸ਼ਾਹੀ ਦੀ ਜਿਹੜੀ ਹੈਗੀ ਸਵਈ ਆਪਣੇ ਉਹ ਚੌਪਈ ਸਾਹਿਬ ਬਾਣੀ ਲਈ ਸੀ। ਅੱਜ ਸ਼ਲੋਕ ਲੈਣ ਲੱਗੇ ਹਾਂ ਜੀ। ਸਹਿਸਕ੍ਰਿਤੀ ਸ਼ਲੋਕ 1353 ਅੰਗ ਦੇ ਉੱਤੇ ਪਹਿਲੀ ਪਾਤਸ਼ਾਹੀ ਦੇ ਜਿਹੜੇ ਹੈਗੇ 4 ਸ਼ਲੋਕ ਹੈਗੇ, ਉਸ ਤੋਂ ਬਾਅਦ ਪੰਜਵੀਂ ਪਾਤਸ਼ਾਹੀ ਦੇ ਕਾਫੀ ਸ਼ਲੋਕ ਹੈਗੇ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸਤਨਾਮ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸ਼ਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ। ਇਹ ਸਹਿਸਕ੍ਰਿਤੀ ਔਰ ਸੰਸਕ੍ਰਿਤ ਜਿਹੜੀ ਹੈਗੀ ਦੋਨਾਂ ਦੇ ਵਿੱਚ ਫਰਕ ਹੈਗਾ। ਇਹ ਸਹਿਸਕ੍ਰਿਤੀ ਜਿਹੜੀ ਹੈਗੀ ਆ, ਸਹਿਸਕ੍ਰਿਤੀ ਸਿੰਪਲ ਹਰੇਕ ਨੂੰ ਸਮਝ ਆਉਣ ਵਾਲੀ ਹੈਗੀ ਆ। ਸੰਸਕ੍ਰਿਤ ਜਿਹੜੀ ਹੈਗੀ ਉਹ ਬ੍ਰਾਹਮਣਾਂ ਦੀ ਜਿਹੜੀ ਭਾਸ਼ਾ ਹੈਗੀ। ਇਹ ਸਹਿਸਕ੍ਰਿਤੀ ਦੇ ਵਿੱਚ ਸ਼ਲੋਕ ਹੈਗੇ। ਸ਼ਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦਨ। ਇਹ ਅੜਾੜਾ ਜਿਹੜਾ ਪਾਇਆ ਉਹਦੇ ਪੈਰ ਦੇ ਵਿੱਚ ਛੋਟਾ ਜਿਹਾ ਹਲੰਤ ਹੈਗਾ, ਸੁੰਡਾ ਜਿਹਾ ਹੈਗਾ ਹਲੰਤ, ਔਰ ਸਿਆਰੀ ਲੱਗੀ ਹੋਈ ਅੜਾੜੇ ਨੂੰ। ਉਹ ਹਲੰਤ ਜਿਹੜਾ ਹੈਗਾ ਅੱਧਾ ਹਾਹਾ ਬੋਲੇਗਾ। ਪੜ੍ਹ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬਗਲ ਸਮਾਧਨ ਮੁਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰਗ। ਇਹ ਬਾਣੀ ਜਿਹੜੀ ਆਸਾ ਦੀ ਵਾਰ ਦੇ ਵਿੱਚ ਵੀ ਹੈਗੀ ਹੈ। ਇਸੇ ਤਰੀਕੇ ਇਸੇ ਤਰ੍ਹਾਂ ਹੀ ਪਹਿਲੀ ਪਾਤਸ਼ਾਹੀ ਦਾ ਸ਼ਲੋਕ ਮਹਾਰਾਜ ਕਹਿੰਦੇ ਆ ਕਿ ਇਨਸਾਨ ਜਿਹੜਾ ਹੈਗਾ ਧਾਰਮਿਕ ਗ੍ਰੰਥ, ਇਨਸਾਨ ਕੀ ਪੰਡਤ ਜਿਹੜੇ ਹੈਗੇ, ਗਾਈਡ ਜਿਹੜੇ ਹੈਗੇ ਆ, ਜਿਨ੍ਹਾਂ ਨੇ ਜਿਹੜਾ ਹੈਗਾ ਦੂਸਰਿਆਂ ਨੂੰ ਜਿਹੜੇ ਹੈਗੇ ਆ, ਜਿਹੜੇ ਧਾਰਮਿਕ ਆਗੂ ਕਹਿ ਲਓ, ਉਹ ਕੀ ਕਰਦੇ ਆ? ਕਹਿੰਦੇ ਪੜ੍ਹੇ ਪੁਸਤਕ ਸੰਧਿਆ ਬਾਦਨ। ਕਹਿੰਦੇ ਪੁਸਤਕ ਧਾਰਮਿਕ ਗ੍ਰੰਥ ਪੜ੍ਹਦੇ ਆ, ਪਾਠ ਕਰਦੇ ਆ ਉਹਨਾਂ ਦਾ। ਸੰਧਿਆ ਬਾਦਨ ਸੰਧਿਆ ਕਰਦੇ ਆ ਔਰ ਬਾਦ ਵਿਵਾਦ ਕਰਦੇ ਆ। ਸੰਧਿਆ ਦਾ ਮਤਲਬ ਹੈ ਪਾਠ ਉਹਨਾਂ ਦਾ 3 ਟਾਈਮ ਪਾਠ ਕਰਦੇ ਆ। ਤਿਹਾਲ 3 ਵਾਰੀ। ਪੜ੍ਹ ਪੁਸਤਕ ਸੰਧਿਆ ਬਾਦੰਗ। ਇਸ ਤਰ੍ਹਾਂ ਸੰਧਿਆ ਜਿਹੜੀ ਹੈਗੀ ਉਹਨਾਂ ਦੀ ਜਿਹੜੀ ਹੈਗੀ ਆ, ਉਹ ਪੂਜਾ ਜਿਹੜੀ ਹੈਗੀ, ਉਹ ਆਰਤੀ ਵਗੈਰਾ ਸਾਰੀ ਜਿਹੜੀ ਹੈਗੀ, ਜੋ ਬਾਹਰੀ ਜਿਹੜੇ ਹੈਗੇ ਧਾਰਮਿਕ ਜਿਹੜੇ ਹੈਗੇ ਕਰਮ ਕਰਦੇ ਆ। ਪੜ੍ਹ ਪੁਸਤਕ ਸੰਧਿਆ ਬਾਦੰਗ। ਬਾਦੰਗ ਮਤਲਬ ਵਾਦ ਵਿਵਾਦ, ਚਰਚਾ। ਪੜ੍ਹ ਪੁਸਤਕ ਸੰਧਿਆ ਬਾਦੰਗ ਸਿਲ ਪੂਜਸ ਬਗੁਲ ਸਮਾਦੰਗ। ਕਹਿੰਦੇ ਸਿਲਾ ਪੱਥਰ ਪੂਜਦੇ ਆ, ਪੱਥਰ ਨੂੰ ਪੂਜਦੇ ਆ ਉਹ, ਔਰ ਸਮਾਧੀ ਵੀ ਲਾਉਂਦੇ ਆ, ਪਰ ਸਮਾਧੀ ਜਿਹੜੀ ਹੈਗੀ ਬਗਲੇ ਵਰਗੀ ਲਾਉਂਦੇ ਆ। ਅੰਦਰ ਜਿਹੜੀ ਹੈਗੀ ਮਨ ਦੀ ਸਮਾਧੀ ਨਹੀਂ ਲੱਗਦੀ ਉਹਨਾਂ ਦੇ, ਸਿਰਫ ਜਿਹੜੀ ਹੈ ਬਾਹਰਲੀ ਸਮਾਧੀ ਲੱਗਦੀ ਹੈ। ਪੜ੍ਹ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬਗਲ ਸਮਾਦਨ। ਇਹ ਜਿਹੜਾ ਉੱਪਰ ਟਿੱਪੀ ਲੱਗੀ ਹੋਈ ਆ, ਇਹਦੀ ਗੱਗੇ ਦੀ ਆਵਾਜ਼ ਆਏਗੀ ਆਖਰੀ ਦੇ ਵਿੱਚ। ਮੁਖ ਝੂਠ ਵਿਭੂਖਣ ਸਾਰੰਗ। ਕਹਿੰਦੇ ਮੁਖ ਤੇ, ਹੁਣ ਇਹ ਜਿਹੜੇ ਬਗਲੇ ਦੀ ਸਮਾਧੀ ਕੀ ਹੈ? ਕਹਿੰਦੇ ਮੁਖ ਦੇ ਉੱਤੇ ਤਾਂ ਝੂਠ ਆ, ਮੁਖ ਝੂਠ, ਮੁਖ ਦੇ ਉੱਤੇ ਝੂਠ ਆ, ਮੁਖ ਝੂਠ ਬੋਲਦੇ ਆ। ਔਰ ਝੂਠ ਕਿਵੇਂ ਬੋਲਦੇ ਆ? ਵਿਭੂਖਣ ਸਾਰੰਗ। ਵਿਭੂਖਣ ਕਹਿੰਦੇ ਝੂਠ ਨੂੰ ਐਸਾ ਉਹਨਾਂ ਨੇ ਸਜਾ ਕੇ ਰੱਖਿਆ ਹੋਇਆ ਆ ਜਿਵੇਂ ਕੋਈ ਗਹਿਣੇ ਹੁੰਦੇ ਆ, ਗਹਿਣੇ ਵਾਂਗੂ ਪੂਰਾ ਉਹਨਾਂ ਦੇ ਅੰਦਰ ਜਿਹੜਾ ਹੈਗਾ ਝੂਠ ਜਿਹੜਾ ਹੈਗਾ ਇੱਕਦਮ ਉਹਨਾਂ ਦਾ ਪਾਰਟ ਲੱਗਦਾ, ਨੈਚੁਰਲ ਲੱਗਦਾ ਹੈ ਉਹਨਾਂ ਦੇ ਅੰਦਰ ਝੂਠ। ਮੁਖ ਦੇ ਉੱਤੇ ਝੂਠ, ਮੁਖ ਝੂਠ ਐਸਾ ਸਜਾ ਕੇ ਬੋਲਦੇ ਆ ਝੂਠ। ਮੁਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰਗ। ਤ੍ਰੈਪਾਲ 3 ਪਾਲਾਂ ਵਾਲਾ, 3 ਲਾਈਨਾਂ ਵਾਲੀ। ਫਿਰ ਜਿਹੜੀ ਉਹਨਾਂ ਦੀ ਹੈਗੀ ਉਹ ਜਿਹੜੀ ਹੈਗੀ ਉਹ ਕਰਦੇ ਹੁੰਦੇ ਆ ਜਿਹੜੇ ਹੈਗੇ
ਤਿੰਨ ਪਾਲਾਂ ਦੀ ਜਿਹੜੀ ਇਹਨਾਂ ਦਾ ਇੱਕ ਗਾਇਤਰੀ ਹੈਗੀ, ਗਾਇਤਰੀ, ਉਹ ਗਾਇਤਰੀ ਮੰਤਰ। ਤਿਹਾਲ ਕਹਿੰਦੇ 3 ਵਾਰੀ। ਵਿਚਾਰੰ ਕਹਿੰਦੇ ਵਿਚਾਰ ਕਰਦੇ ਆ ਉਹਦੀ। ਤ੍ਰੈਪਾਲ ਤਿਹਾਲ ਵਿਚਾਰੰ। ਗਲ ਮਾਲਾ ਤਿਲਕ ਲਲਾਟੰ, ਗਲ ਦੇ ਵਿੱਚ ਮਾਲਾ ਹੈ ਕਹਿੰਦੀ, ਹਮੇਸ਼ਾ ਮਾਲਾ ਪਾ ਕੇ ਰੱਖਦੇ ਗਲ ਦੇ ਵਿੱਚ। ਔਰ ਤਿਲਕ, ਮੱਥੇ ਤੇ ਤਿਲਕ ਲਾਉਂਦੇ ਆ। ਲਲਾਟੰ, ਲਲਾਟ ਦੇ ਉੱਤੇ ਤਿਲਕ ਵੀ ਲਾਉਂਦੇ ਆ। ਦੋਏ ਧੋਤੀ ਵਸਤਰ ਕਪਾਟਨ, ਕਹਿੰਦੇ 2 ਧੋਤੀਆਂ ਰੱਖਦੇ ਆ। ਔਰ ਇੱਕ ਜਿਹੜਾ ਹੈਗਾ ਸਿਰ ਦੇ ਉੱਤੇ ਜ਼ਰੂਰ ਜਿਹੜਾ ਹੈਗਾ ਢੱਕਦੇ ਆ, ਸਿਰ ਨੂੰ, ਕਪਾਟ ਨੂੰ ਢੱਕ ਕੇ ਰੱਖਦੇ ਆ, ਵਸਤਰ ਰੱਖਦੇ ਆ ਸਿਰ ਤੇ। ਜੋ ਜਾਨਸ ਬ੍ਰਹਮੰ ਕਰਮੰ, ਕਹਿੰਦੇ ਜਿਹੜਾ ਇਨਸਾਨ ਜਿਹੜਾ ਹੈਗਾ ਪਰਮਾਤਮਾ ਦੀ ਭਗਤੀ, ਬ੍ਰਹਮ ਦੀ ਭਗਤੀ, ਬ੍ਰਹਮ ਦਾ ਕਰਮ, ਵੀ ਮਾਲਕ ਦੀ ਭਗਤੀ ਕਿਵੇਂ ਕਰਨੀ ਹੈ, ਮਾਲਕ ਦੀ ਨੇੜਤਾ ਕਿਵੇਂ ਪ੍ਰਾਪਤ ਕਰਨੀ ਹੈ। ਜੋ ਜਾਨਸ, ਜਿਹੜਾ ਜਾਣਦਾ ਆ, ਬ੍ਰਹਮੰ ਕਰਮੰ, ਬ੍ਰਹਮ ਦਾ ਕਰਮ, ਐਕਸ਼ਨ ਜਿਹੜਾ ਕਿ ਪਰਮਾਤਮਾ ਦੇ ਨੇੜੇ ਆਪਾਂ ਨੂੰ ਲੈ ਕੇ ਜਾਂਦਾ ਹੈ, ਜਿਹੜਾ ਆਤਮਾ ਦੇ ਨੇੜੇ ਲੈ ਕੇ ਜਾਂਦਾ ਹੈ, ਉਹ ਸੁਰਤ ਦੇ ਦੁਆਰਾ ਜਿਹੜਾ ਹੈਗਾ ਸਿਮਰਨ ਸ਼ਬਦ ਸੁਰਤ ਦੀ ਖੇਡ। ਜੋ ਜਾਨਸ ਬ੍ਰਹਮੰ ਕਰਮੰ, ਅਸਲੀ ਜਿਹੜਾ ਹੈਗਾ ਜਿਹੜਾ ਧਿਆਨ ਸਿਮਰਨ ਜਿਹੜਾ ਜਾਣਦਾ ਹੈਗਾ। ਜੋ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੈ ਕਰਮੰ, ਉਹ ਕਹਿੰਦਾ ਸਾਰਾ ਇਹ ਲੋਕ ਜੋ ਕਰ ਰਹੇ ਆ ਸਾਰਾ ਫੋਕਟ ਹੈ। ਇਹ ਫੋਕਟ ਨਿਸ਼ਚੈ ਕਰਮ, ਕਹਿੰਦੇ ਪੱਕਾ ਉਹਨੂੰ ਨਿਸ਼ਚੈ ਹੈ ਵੀ ਇਹ ਸਾਰੇ ਕਰਮ ਕਾਂਡ ਜਿਹੜੇ ਕਰ ਰਹੇ ਆ ਸਾਰੇ ਫੋਕਟ ਕਰ ਰਹੇ ਆ, ਇਹਨਾਂ ਦੇ ਨਾਲ ਕੋਈ ਫਲ ਨਹੀਂ ਪ੍ਰਾਪਤ ਹੋਣ ਵਾਲਾ। ਬਹੁ ਨਾਨਕ ਨਿਸ਼ਚੋ ਧਿਆਵੈ, ਕਹਿੰਦੇ ਨਿਸ਼ਚੋ ਅੰਦਰੋਂ ਮਨ ਕਰਕੇ ਸੁਰਤ ਕਰਕੇ ਜਿਹੜਾ ਧਿਆਨ ਸਿਮਰਨ ਕਰਦਾ ਹੈ, ਬਿਨ ਸਤਿਗੁਰ ਬਾਟ ਨਾ ਪਾਵੈ, ਬਗੈਰ ਸਤਿਗੁਰੂ ਦੇ ਇਹ ਬਾਟ ਨਹੀਂ ਲੱਭਦੀ, ਇਹ ਰਸਤਾ ਨਹੀਂ ਲੱਭਦਾ। ਆ ਜਿਹੜਾ ਹੈਗਾ ਜਿਹੜਾ ਨਿਸ਼ਚੋ ਧਿਆਵੇ ਵਾਲਾ ਰਸਤਾ ਹੈਗਾ, ਇਹ ਸਤਿਗੁਰੂ ਤੋਂ ਬਗੈਰ, ਬ੍ਰਹਮ ਗਿਆਨ ਤੋਂ ਬਗੈਰ ਇਹ ਰਸਤਾ ਨਹੀਂ ਲੱਭਦਾ। ਬ੍ਰਹਮ ਗਿਆਨੀਆਂ ਤੋਂ ਬਗੈਰ, ਜਿਨ੍ਹਾਂ ਨੇ ਇਹ ਰਸਤੇ ਤੇ ਯਾਤਰਾ ਕੀਤੀ ਹੈ, ਉਹਨਾਂ ਤੋਂ ਬਗੈਰ ਜਿਹੜਾ ਹੈਗਾ ਇਹ ਸੇਧ, ਇਹ ਰਸਤਾ ਆਪਾਂ ਨੂੰ ਨਹੀਂ ਮਿਲਦਾ। ਇਹ ਪਹਿਲਾ ਸ਼ਲੋਕ ਸੀਗਾ। ਪੜ੍ਹੇ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ, ਮੁਖ ਝੂਠ ਵਿਭੂਖਣ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ। ਧਾਰਮਿਕ ਪੜ੍ਹਾਈ ਪਾਠ ਨੂੰ ਸਭ ਤੋਂ ਉੱਪਰ ਲਿਆਇਆ। ਪੜ੍ਹੇ ਪੁਸਤਕ ਸੰਧਿਆ ਬਾਦਨ, ਜਿਹੜੇ ਹੈਗੇ ਆ ਸੰਧਿਆ ਕਰਦੇ ਆ ਔਰ ਬਾਦ ਵਿਵਾਦ ਵੀ ਕਰਦੇ ਆ, ਉਹਨੂੰ ਵਿਚਾਰਦੇ ਵੀ ਆ, ਬਾਦ ਵਿਵਾਦ ਵੀ ਕਰਦੇ ਆ। ਸਿਲ ਪੂਜਦੇ ਆ ਔਰ ਸਮਾਧੀ ਵੀ ਲਾਉਂਦੇ ਆ ਬਗਲੇ ਵਾਂਗੂ। ਮੁਖ ਦੇ ਉੱਤੇ ਝੂਠ ਹੈ, ਬਿਲਕੁਲ ਜਿਹੜਾ ਹੈਗਾ ਗਹਿਣੇ ਵਾਂਗੂ ਝੂਠ ਸਜਾ ਕੇ ਰੱਖਿਆ ਹੈ, ਸਾਰ ਉਹਨਾਂ ਦਾ ਝੂਠ ਹੈ ਉਹਨਾਂ ਦੇ ਮੁਖ ਦੇ ਉੱਤੇ। ਤ੍ਰੈਪਾਲ ਤੇ ਹਾਲ ਵਿਚਾਰੰ, 3 ਪਾਲਾਂ ਵਾਲੀ ਜਿਹੜੀ ਹੈਗੀ ਆ ਉਹ ਗਾਇਤਰੀ ਮੰਤਰ ਤੇ ਹਾਲ 3 ਵਾਰੀ ਜਿਹੜੀ ਹੈਗੀ ਆ, ਸਵੇਰੇ ਸ਼ਾਮ ਨੂੰ ਰਾਤ ਨੂੰ 3 ਵਾਰੀ ਜਿਹੜੇ ਹੈਗੇ ਵਿਚਾਰਦੇ ਆ। ਉਹ 3 ਵਾਰੀ ਉਹਨਾਂ ਦਾ ਨੇਮ ਹੈਗਾ, 3 ਵਾਰੀ ਕਰਦੇ ਆ। ਹਾਂਜੀ ਗੋਲਡੀ ਸਾਹਿਬ। ਹਾਂਜੀ ਠੀਕ ਹੈ ਨਿਜਾ ਸਾਹਿਬ। ਅੱਜ ਦੀ ਕਥਾ ਜਿਹੜੀ ਹੈ ਉਹ ਕਾਫੀ ਭਰਮ ਦੂਰ ਕਰੇਗੀ। ਜਿੱਦਾਂ ਕਿ ਉਹ ਹੋ ਜਾਂਦਾ ਕਿ ਗ੍ਰੰਥ ਤੇ ਲੋਕ ਪੜ੍ਹ ਲੈਂਦੇ ਨੇ, ਫਿਰ ਉਹ ਮਤਲਬ ਕੀ ਹੋ ਜਾਂਦਾ ਹੈ, ਉਹ ਮਤਲਬ ਉਹ ਪਹੁੰਚਦੇ ਹੀ ਨਹੀਂ ਮੰਜ਼ਿਲ ਤੇ। ਕਿ ਜਾਂ ਗ੍ਰੰਥਾਂ 'ਚ ਲਿਖਿਆ ਹੈ ਜਾਂ ਉਹਨਾਂ ਦੀ ਮਦਦ ਨਹੀਂ ਕਰ ਰਿਹਾ, ਜਾਂ ਕੀ ਕਾਰਨ ਕੀ ਆ, ਪ੍ਰੋਬਲਮ ਕੀ ਹੈ। ਜਿਹੜੇ ਆਪਣੇ ਪੁਰਾਤਨ ਗ੍ਰੰਥ ਹੈ ਨਾ, ਇਹਨਾਂ ਤੇ ਬੜਾ ਉੱਚ ਕੋਟੀ ਦਾ ਗਿਆਨ ਆ। ਉਹ ਗਿਆਨ ਕੋਈ ਪੜ੍ਹ ਕੇ ਨਾ ਤੇ ਜਦੋਂ ਆਪਣੇ ਆਪ ਨੂੰ ਕੋਈ ਗਿਆਨੀ ਸਮਝ ਲੈਂਦਾ, ਉਹ ਤੋਤਾ ਗਿਆਨ ਬਣ ਜਾਂਦਾ। ਤੋਤਾ ਗਿਆਨ ਮਤਲਬ ਉਹਦੇ ਐਕਸ਼ਨ ਸਾਰੇ ਹੰਸ ਵਰਗੇ ਹੁੰਦੇ ਆ, ਪਰ ਅਸਲ 'ਚ ਹੁੰਦਾ ਕੁਛ ਨਹੀਂ, ਬੰਗਲਾ ਹੁੰਦਾ। ਉਹਨੇ ਕੀ ਕੀਤਾ ਹੈ ਕਿ ਆਪਣੇ ਆਪ ਨੂੰ ਕੋਟਡ ਕਰ ਲਿਆ ਔਰ ਆਪਣੇ ਆਪ ਨੂੰ ਧੋਖਾ ਦੇ ਰਿਹਾ ਉਹ ਬੰਦਾ। ਉਹ ਕਈ ਵਾਰੀ ਤੇ ਚਲ ਆਪਣੇ ਆਪ ਨੂੰ ਧੋਖਾ ਦਊਗਾ ਤੇ ਚਲ ਕੋਈ ਗੱਲ ਨਹੀਂ, ਉਹ ਤੇ ਕੋਈ ਵੱਡਾ ਨੁਕਸਾਨ ਨਹੀਂ ਹੁੰਦਾ, ਮੰਨ ਲਓ। ਪਰ ਪ੍ਰੋਬਲਮ ਤੇ ਹੁੰਦੀ ਹੈ ਕਿ ਉਹ ਜਦੋਂ ਬਹੁਤ ਸਾਰੀ ਭੀੜ ਆਪਣੇ ਪਿੱਛੇ ਲਾ ਲੈਂਦਾ, ਆਗੂ ਬਣ ਜਾਂਦੇ ਆ ਨਾ। ਆਗੂਆਂ ਨੇ ਇਹੀ ਕੰਮ ਕੀਤਾ ਹੋਇਆ। ਆਗੂਆਂ ਦੀ ਗੱਲ ਕਰ ਰਹੇ, ਬ੍ਰਾਹਮਣ ਦੀ ਗੱਲ ਕਰ ਰਹੇ।
ਹਾਂ ਉਹ ਫਿਰ ਬੜੀ ਵੱਡੀ ਮੁਸ਼ਕਲ ਹੋ ਜਾਂਦੀ ਹੈ ਉਹਦੇ ਵਿੱਚ। ਫਿਰ ਕਹਿੰਦੇ ਪੂਰਾਂ ਦੇ ਪੂਰ ਹੀ ਡੁੱਬ ਜਾਂਦੇ, ਫਿਰ ਬੜਾ ਵੱਡਾ ਪੂਰ ਲੈ ਜਾਂਦਾ ਇਹ ਜਿਹੜਾ। ਇਸ ਲਈ ਕਹਿੰਦੇ ਕਿ ਜਿਹੜਾ ਅਜੇ ਤੱਕ ਉਹਨਾਂ ਇੱਕ ਅਗਿਆਨੀ ਨੇ ਨੁਕਸਾਨ ਨਹੀਂ ਕੀਤਾ ਧਰਤੀ ਤੇ ਜਿੰਨਾ ਜਿਹੜੇ ਆਲੇ ਤੋਤਾ ਗਿਆਨੀ ਹੁੰਦੇ ਨਾ ਇਹਨਾਂ ਨੇ ਕੀਤਾ। ਬਹੁਤ ਜ਼ਿਆਦਾ ਦੁਨੀਆ ਬਰਬਾਦ ਕਰ ਦਿੰਦੇ ਨੇ ਲੋਕ। ਬਿਲਕੁਲ ਸਹੀ ਗੱਲ। ਪਰ ਬਹੁਤ ਜ਼ਿਆਦਾ ਵੱਡਾ ਡੈਮੇਜ, ਕਿਉਂਕਿ ਉਹਨਾਂ ਦਾ ਜਿਹੜਾ ਭਰਮ ਹੁੰਦਾ ਨਾ ਬੜਾ ਉੱਚ ਕੋਟੀ ਦਾ ਹੁੰਦਾ ਹੈ। ਉਹ ਅਸਲ ਦੇ ਵਿੱਚ ਔਰ ਬੰਦੇ ਨੂੰ ਪਤਾ ਨਹੀਂ ਲੱਗਦਾ। ਔਰ ਆਮ ਬੰਦਾ ਜਿਹੜਾ ਹੁੰਦਾ ਵਿਚਾਰੇ ਦੀ ਬੁੱਧੀ ਓਨੀ ਕੀ ਹੁੰਦੀ ਹੈ, ਉਹ ਚੀਜ਼ ਨੂੰ ਪਰਖ ਨਹੀਂ ਸਕਦਾ। ਔਰ ਸਮਾਂ ਵੀ ਨਹੀਂ ਹੁੰਦਾ ਉਹਦੇ ਕੋਲ। ਹਾਂ ਕਿਉਂਕਿ ਗਿਆਨ ਨੂੰ ਪਰਖਣ ਦੇ ਲਈ ਗਿਆਨ ਚਾਹੀਦਾ। ਹੁਣ ਇੱਕ ਆਮ ਪੇਂਟਿੰਗ ਆ, ਇੱਕ ਆਮ ਗੀਤ ਆ, ਤੁਸੀਂ ਲੈ ਆਓ ਤੁਹਾਡੇ ਲਈ ਮੇਰੇ ਲਈ ਬਹੁਤ ਵਧੀਆ। ਮੈਨੂੰ ਤੁਸੀਂ ਸੁਣਾ ਦਿਓ ਕਿ ਮੈਂ ਕਹੂੰਗਾ ਵਾਹ ਵੀ ਬੜਾ ਵਧੀਆ ਗੀਤਕਾਰ, ਬਹੁਤ ਸੰਗੀਤ। ਪਰ ਉਹ ਅਸਲੀ ਤੇ ਪਤਾ ਉਹਨੂੰ ਹੀ ਆ ਜਿਹੜਾ ਜਿਹਦੀ ਫੀਲਡ ਹੈ, ਜਿਹਦੀ ਫੀਲਡ ਹੀ ਉਹ ਸੰਗੀਤ ਦੀ ਆ। ਉਹਨੂੰ ਪਤਾ ਹੈ ਉਹ ਬੰਦਾ ਲੈ ਚ ਗਾ ਰਿਹਾ ਹੈ ਕਿ ਨਹੀਂ, ਕਿ ਉਹ ਸੁਰ ਚ ਗਾ ਰਿਹਾ ਕਿ ਬੇਸੁਰਾ ਤੇ ਨਹੀਂ। ਪਰ ਸਧਾਰਨ ਬੰਦੇ ਨੂੰ ਨਹੀਂ ਪਤਾ ਹੁੰਦਾ। ਹਾਂ ਹੁਣ ਇੱਥੇ ਸਾਧ ਸੰਗਤ ਜੀ ਇੱਥੇ ਦੋ ਕਿਸਮ ਦੀ ਆਪਾਂ ਚਰਚਾ ਕਰਨੀ ਆ ਅੱਜ ਆਪਾਂ। ਤੇ ਵੈਸੇ ਬਾਣੀ ਚ ਵੀ ਹੋਣੀ ਆ। ਬਾਣੀ ਚ ਇਹੋ ਹੀ ਕੁਛ ਆ। ਬਾਣੀ ਦੇ ਵਿੱਚ ਜੋ ਵੀ ਤੁਸੀਂ ਬਾਣੀ ਪੜ੍ਹਦੇ ਜੋ ਨਾ, ਬਾਣੀ ਦੇ ਵਿੱਚ ਕੇਵਲ ਅਗਿਆਨ ਦੇ ਬਾਰੇ ਗੱਲ ਕੀਤੀ ਗਈ ਹੈ ਕਿ ਅਗਿਆਨ ਨੂੰ ਖਤਮ ਕਿੱਦਾਂ ਕਰਨਾ। ਕਿਉਂਕਿ ਜਦੋਂ ਅਗਿਆਨ ਖਤਮ ਹੋ ਗਿਆ ਤੇ ਨਿੱਜਰ ਸਾਹਿਬ ਗਿਆਨ ਪ੍ਰਗਟ ਹੋ ਜਾਣਾ। ਮੋਸਟਲੀ ਜਿੰਨਾ ਵੀ ਬਾਣੀ ਚ ਆਪਾਂ ਨੂੰ ਸਮਝਾਇਆ ਜਾਂਦਾ ਹੈ ਨਾ ਕਿ ਉਹ ਅਗਿਆਨ ਦੇ ਬਾਰੇ ਸਮਝਾਇਆ ਜਾਂਦਾ ਹੈ। ਗਿਆਨ ਜਿਹੜਾ ਹੈਗੀ ਉਹ ਹੈਗੀ ਪਰਾਵਿਦਿਆ। ਹੁਣ ਦੋ ਵਿਦਿਆ ਹੁੰਦੀਆਂ ਨੇ ਧਰਤੀ ਤੇ, ਇੱਕ ਹੁੰਦੀ ਅਪਰਾਵਿਦਿਆ, ਇੱਕ ਹੁੰਦੀ ਪਰਾਵਿਦਿਆ। ਅਪਰਾਵਿਦਿਆ ਦਾ ਮਤਲਬ ਹੁੰਦਾ ਜਿੰਨੇ ਵੀ ਧਾਰਮਿਕ ਗ੍ਰੰਥ ਹਨ, ਜਿੰਨਾ ਵੀ ਗਿਆਨ ਧਰਤੀ ਤੇ ਹੈ, ਚਾਹੇ ਆਪਾਂ ਡਾਕਟਰ ਹਾਂ, ਇੰਜੀਨੀਅਰ ਹਾਂ, ਜਾਂ ਕੋਈ ਕਿਸੇ ਸੰਸਥਾ ਦੇ ਪ੍ਰਧਾਨ ਹਾਂ, ਅਸੀਂ ਪਤਾ ਕੀ ਕਰ ਰਹੇ ਹਾਂ ਕਿ ਅਸੀਂ ਉਹ ਸਾਰਾ ਗਿਆਨ ਪੜ੍ਹਦੇ ਹਾਂ। ਇਹ ਗਿਆਨ ਕੀ ਹੁੰਦਾ ਹੈ? ਧਾਰਮਿਕ ਦੇ ਵਿੱਚ ਜਿਹੜਾ ਗਿਆਨ ਹੁੰਦਾ ਉਹ ਵੀ ਅਪਰਾਵਿਦਿਆ ਹੀ ਹੁੰਦਾ ਵਾ, ਅਪਰਾਵਿਦਿਆ। ਵੈਸੇ ਇਹਨੂੰ ਇਹ ਥੋੜਾ ਜਿਹਾ ਚੀਜ਼ ਉਹੀ ਆ, ਇੱਕ ਨੂੰ ਅਵਿਦਿਆ ਕਹਿੰਦੇ ਆ ਕਿ ਇੱਕ ਨੂੰ ਅਵਿਦਿਆ ਕਹਿੰਦੇ ਆ। ਵੈਸੇ ਅਪਰਾਵਿਦਿਆ ਵੀ ਅਵਿਦਿਆ ਹੀ ਹੈ, ਵਿਦਿਆ ਨਹੀਂ ਹੈਗੀ, ਪਰ ਉਹ ਨਾਂ ਥੋੜਾ ਬਦਲਿਆ ਵਾ। ਜਿਹੜੀ ਪਰਾਵਿਦਿਆ ਨਾ ਉਹ ਆ ਸਰਵ ਉੱਚਮ ਗਿਆਨ। ਜਿੰਨੀ ਵੀ ਜਿਹੜੀ ਆਪਾਂ ਮਦਦ ਲੈਣੀ ਆ ਉਹ ਆਪਾਂ ਅਪਰਾਵਿਦਿਆ ਤੋਂ ਲੈਣੀ ਆ। ਅਪਰਾਵਿਦਿਆ ਨਿੱਜਰ ਸਾਹਿਬ ਸਾਡੀ ਮਦਦ ਕਰਦੀ ਆ ਪਰਾਵਿਦਿਆ ਨੂੰ ਪ੍ਰਾਪਤ ਕਰਨ ਦੇ ਲਈ। ਪਰ ਪ੍ਰੋਬਲਮ ਇਹ ਹੁੰਦੀ ਆ ਕਿ ਜਦੋਂ ਅਸੀਂ ਅਪਰਾਵਿਦਿਆ ਪੜ੍ਹ ਕੇ ਤੇ ਆਪਣੇ ਆਪ ਨੂੰ ਗਿਆਨੀ ਸਮਝ ਲੈਂਦੇ ਆ, ਫਿਰ ਕੀ ਹੁੰਦਾ ਹੈ? ਫਿਰ ਤੋਤਾ ਗਿਆਨ ਆ ਜਾਂਦਾ ਹੈ। ਤੋਤਾ ਗਿਆਨ ਜਿਹੜਾ ਨਿੱਜਰ ਸਾਹਿਬ ਫਿਰ ਉਹਦੇ ਕਰਕੇ ਫਿਰ ਬਹਿਸਾਂ ਹੁੰਦੀਆਂ ਨੇ, ਅਗਿਆਨ ਭਰਮ ਵੱਧਦਾ ਹੈ। ਕਿਉਂਕਿ ਜਿਹੜਾ ਬੰਦਾ ਬੋਲ ਰਿਹਾ ਉਹਦਾ ਆਪਣਾ ਅਨੁਭਵ ਨਹੀਂ ਹੈਗਾ। ਉਹਨੇ ਪੜ੍ਹਿਆ ਹੈ, ਉਹਨੇ ਪੜ੍ਹ ਕੇ ਆਪਣੇ ਆਪ ਨੂੰ ਇੱਕ ਭਰਮ ਚ ਪਾ ਲਿਆ ਕਿ ਮੈਨੂੰ ਗਿਆਨ ਹੋ ਗਿਆ। ਜਿੱਦਾਂ ਇੱਕ ਤੋਤਾ ਰਾਮ ਵੀ ਕਹਿ ਸਕਦਾ, ਅੱਲਾ ਵੀ ਕਹਿ ਸਕਦਾ ਹੈ। ਉਹਨੇ ਪੜ੍ਹ ਲਿਆ, ਸੁਣ ਲਿਆ, ਉਹਨੂੰ ਦੱਸਦਾ ਹੈ, ਉਹਨੇ ਸਿੱਖ ਲਿਆ, ਪਰ ਉਹਨੂੰ ਪਤਾ ਨਹੀਂ ਹੈ ਇਹਨਾਂ ਅੱਖਰਾਂ ਦਾ ਮਤਲਬ ਕੀ ਨਿੱਜਰ ਸਾਹਿਬ। ਉਹ ਫਿਰ ਕੀ ਕਰਦਾ ਹੈ? ਉਹ ਬਾਹਰੋਂ ਲੋਕਾਂ ਨੂੰ ਬੇਵਕੂਫ ਬਣਾਉਂਦਾ ਹੈ, ਕਿਉਂਕਿ ਉਹਦੇ ਅੰਦਰ ਤੇ ਚੀਜ਼ ਪੈਦਾ ਨਹੀਂ ਹੋਈ। ਦੇਖੋ ਇੱਕ ਸਾਧ ਸੰਗਤ ਜੀ, ਇੱਥੇ ਦੋ ਰਿਆਂ ਨਹੀਂ ਹੈਗੀਆਂ। ਜਿਹੜੇ ਗੁਣ ਹੁੰਦੇ ਆ ਨਾ ਉਹ ਸਾਡੇ ਅੰਤਰਾਕਰਨ ਚੋਂ ਪ੍ਰਗਟ ਹੁੰਦੇ ਆ। ਤੁਸੀਂ ਝੂਠ ਨਹੀਂ, ਫੇਕ ਗੁਣ ਨਹੀਂ ਕਰ ਸਕਦੇ। ਆਪ ਜਸਟ ਵਿਚਾਰ ਕਰਨੀ। ਪੌਦੇ ਦੀਆਂ ਜੜ੍ਹਾਂ ਦੇ ਵਿੱਚ ਫਲ ਜਾਂ ਫੁੱਲ ਪੈਦਾ ਹੁੰਦਾ ਹੈ, ਮੁੜ ਕੇ ਇੱਕ ਸਮਾਂ ਆਉਂਦਾ ਉਹਦੀਆਂ ਡਾਣੀਆਂ ਨੂੰ ਲੱਗਦਾ। ਕੋਈ ਵੀ ਗੁਣ ਆ ਨਾ ਜਿਹੜਾ ਸਾਡੇ ਚ ਚੰਗਿਆਈ, ਉਹ ਬਿਨਾਂ ਕਾਰਨ ਤੋਂ ਪ੍ਰਗਟ ਨਹੀਂ ਹੋ ਸਕਦੀ। ਗੁਣ ਦਾ ਜਿੰਨਾ ਵੀ ਸਰੋਤ ਹੈਗਾ ਪਰਮਾਤਮਾ ਹੀ ਹੈ। ਜਿਵੇਂ ਜਿਵੇਂ ਤੁਹਾਡੀ ਸੁਰਤੀ ਤੁਹਾਡੇ ਅੰਤਰਾਕਰਨ ਦੇ ਨਜ਼ਦੀਕ ਗਈ ਨਾ, ਆਪ 2-2.5 ਮਹੀਨੇ ਸਾਧਨਾ ਕਰ ਲਈ ਨਾ ਤੇ ਤੁਹਾਡੇ ਅੰਦਰ ਗੁਣ ਪ੍ਰਗਟ ਹੋਣਗੇ। ਨਹੀਂ ਵੀ ਗੁਣ ਹੈਗੇ ਨਾ ਤੇ ਤੁਸੀਂ ਗੁਣ ਕੈਚ ਕਰ ਸਕਦੇ ਹੋ, ਕਿਉਂਕਿ ਤੁਹਾਡੇ ਅੰਦਰ ਬਰਤਨ ਹੈਗਾ। ਹੁਣ ਪਹਿਲਾਂ ਦੇਖੋ, ਕਿਸੇ ਵੀ ਚੀਜ਼ ਨੂੰ ਗ੍ਰਹਿਣ ਕਰਨ ਦੇ ਲਈ ਨਾ ਤਿਆਰੀ ਚਾਹੀਦੀ ਹੈ, ਚਿੱਤ ਦੀ ਤਿਆਰੀ ਚਾਹੀਦੀ ਹੈ। ਚਿੱਤ ਦੇ ਅੰਦਰ ਜੇਕਰ ਜਗ੍ਹਾ ਨਹੀਂ ਹੈਗੀ ਤੁਸੀਂ ਗੁਣ ਨੂੰ ਗ੍ਰਹਿਣ ਨਹੀਂ ਕਰ ਸਕਦੇ। ਇਹ ਬਿਲਕੁਲ ਕਲੀਅਰ ਪੁਆਇੰਟ ਹੈਗਾ। ਅੱਜ ਮੈਂ ਨਾ, ਮੇਰਾ ਛੋਟਾ ਮੁੰਡਾ ਵਾ ਕਮਲ, 14 ਸਾਲ ਦਾ ਵਾ।
ਉਹਨੇ ਬੜੀ ਸੋਹਣੀ ਗੱਲ ਕੀਤੀ ਮੈਨੂੰ, ਤੇ ਮੈਂ ਇਹਦੀ ਮੰਮੀ ਨਾਲ ਗੱਲ ਕਰ ਰਿਹਾ ਸੀ, ਫਿਰ ਉਹ ਵੀ ਮੇਰੇ ਨਾਲ ਆ ਗਿਆ ਫੋਨ ਤੇ ਗੱਲ ਕਰਨ ਡਿਆ ਪਿਆ। ਮੈਂ ਪੁੱਤ ਹੋਰ ਨਾ ਕੀ ਗੱਲ ਨਹੀਂ, ਵੈਸੇ ਹੀ ਡਿਸਕਸ ਕੀਤੀ ਮੈਂ ਉਹਦੇ ਨਾਲ, ਮੈਂ ਕਥਾ ਚੱਲਦੀ ਸੁਣਦੇ ਹੁੰਦੇ ਪਈ, ਕਹਿੰਦਾ ਹਾਂ ਪਾਪਾ ਸੁਣਦਾ ਹੁੰਦਾ। ਮੈਨੂੰ ਉਹਨੇ ਬੜਾ ਸੋਹਣਾ ਪੁਆਇੰਟ ਦਿੱਤਾ ਨੇਜਰ ਸਾਹਿਬ। ਉਹ ਕਹਿੰਦਾ ਕਿ ਪਾਪਾ ਜਿਹੜੇ ਗੁਣ ਆ ਆਪਾਂ ਗ੍ਰਹਿਣ ਕਰ ਸਕਦੇ ਹਾਂ। ਮੈਂ ਉਹ ਕਿੱਦਾਂ? ਕਹਿੰਦਾ ਪਾਪਾ ਕੋਈ ਵੀ ਧਰਤੀ ਤੇ ਐਸਾ ਬੰਦਾ ਨਹੀਂ ਹੁੰਦਾ ਜਿਹਦੇ ਕੋਲ ਕੋਈ ਗੁਣ ਨਾ ਹੋਵੇ। ਕਹਿੰਦਾ ਕੋਈ ਪੁਆਇੰਟ ਹੈਗਾ। ਕਹਿੰਦਾ ਜਿੱਦਾਂ ਆਪਾਂ ਇੱਕ ਬੰਦੇ ਚ 99 ਔਗਣ ਹੁੰਦੇ ਤੇ ਇੱਕ ਗੁਣ ਹੁੰਦਾ, ਜੇਕਰ ਆਪਾਂ ਉਹਦਾ ਗੁਣ ਗ੍ਰਹਿਣ ਕਰ ਲਈਏ ਤੇ ਆਪਣੇ ਕੋਲ ਇੱਕ ਗੁਣ ਆ ਜਾਂਦਾ। ਮੈਂ ਕਿੱਦਾਂ ਗ੍ਰਹਿਣ ਕਰਨਾ? ਇਹ ਤਾਂ ਬੜਾ ਸੌਖਾ ਤਰੀਕਾ ਹੈ ਪਾਪਾ। ਇਹ ਤਾਂ ਮੰਨ ਲਾ ਕੋਈ ਬੰਦਾ ਰੋਟੀ ਖਾ ਕੇ ਆਪਣੇ ਜੂਠੇ ਬਰਤਨ ਆਪਣੀ ਰਸੋਈ ਛੱਡ ਕੇ ਆਉਂਦਾ ਹੈ, ਇੱਕ ਗੁਣ ਹੈ। ਇਹ ਆਪਾਂ ਗ੍ਰਹਿਣ ਕਰ ਸਕਦੇ ਹਾਂ, ਔਖਾ ਕੰਮ ਤਾਂ ਨਹੀਂ ਹੈਗਾ ਨੇਜਰ ਸਾਹਿਬ। ਬਿਲਕੁਲ। ਇਹ ਤਾਂ ਜੇ ਮੰਨ ਲਓ ਆਪਾਂ ਨੂੰ 100 ਬੰਦੇ ਆਪਣੇ ਜੀਵਨ ਚ ਹੈਗੇ ਨੇ, 100 ਬੰਦੇ ਜ਼ਿਆਦਾ ਨਹੀਂ ਮੈਂ ਗੱਲ ਕਰਦਾ, ਵੈਸੇ ਕਹਿੰਦਾ 50 ਕੀ ਬੰਦੇ ਹੁੰਦੇ ਜਿਨ੍ਹਾਂ ਦੇ ਨਾਲ ਆਪਾਂ ਮਿਲਦੇ ਹਾਂ ਵਗੈਰਾ ਵਗੈਰਾ। ਇੰਨੀ ਕਿਸ ਹੁੰਦੀ ਹੈ ਕਹਿੰਦਾ ਦੁਨੀਆ ਆਪਾਂ ਨੂੰ ਜ਼ਿਆਦਾ ਦੁਨੀਆ ਨਹੀਂ ਜਾਣਦੀ ਰਹਿੰਦੀ, ਆਪਾਂ ਸਾਰੇ ਸੰਸਾਰ ਚ ਹੀ ਆ, ਪਰ ਮੋਸਟਲੀ ਸਾਡੀ ਜਿਹੜੀ ਡੀਲਿੰਗ ਹੁੰਦੀ ਆ ਉਹ 40-50 ਬੰਦਿਆਂ ਦੇ ਨਾਲ ਹੀ ਹੁੰਦੀ ਹੈ ਡੀਲਿੰਗ। ਉਸ ਤੋਂ ਬਾਅਦ ਜਿਹੜੇ ਦੂਜੇ ਬੰਦੇ ਹੁੰਦੇ ਉਹ ਮਤਲਬ ਕਿਤੇ ਓਕੇਸ਼ਨਲੀ ਸਾਨੂੰ ਮਿਲਦੇ। ਕਹਿੰਦਾ ਹਰ ਇੱਕ ਬੰਦੇ ਕੋ ਜੇ ਆਪਾਂ ਉਹਦਾ ਗੁਣ ਵੇਖ ਲਈਏ, ਇਦਾਂ ਕਰਕੇ ਇੱਕ ਇੱਕ ਗੁਣ ਦਾ ਗ੍ਰਹਿਣ ਕਰੀਏ, ਕਹਿੰਦਾ ਆਪਣੇ ਕੋਲ 100 ਗੁਣ ਜਿੱਦਣ ਆ ਗਏ ਨਾ ਤੇ ਬੜੀ ਵੱਡੀ ਗੱਲ। ਸਹੀ ਨੇਜਰ ਸਾਹਿਬ, ਤੁਸੀਂ ਐਗਰੀ ਕਰਦੇ ਵੀ ਦੀ ਗੱਲ ਨਾਲ? ਬਿਲਕੁਲ। ਕਹਿੰਦਾ ਕਿਸੇ ਬੰਦੇ ਦਾ ਗੱਲ ਕਰਨ ਦਾ ਤਰੀਕਾ ਆਪਾਂ ਕਾਪੀ ਕਰ ਸਕਦੇ ਹਾਂ, ਉਹਦੇ ਗੁਣ ਨੂੰ ਗ੍ਰਹਿਣ ਕਰ ਸਕਦੇ ਹਾਂ। ਹੁਣ ਕੋਈ ਬੰਦਾ ਗਾਲਾਂ ਨਹੀਂ ਕੱਢਦਾ ਗੱਲ ਕਰ ਲੱਗਿਆ, ਆਪਾਂ ਉਹ ਵੀ ਗੁਣ ਗ੍ਰਹਿਣ ਕਰ ਸਕਦੇ ਹਾਂ। ਕਿਸੇ ਬੰਦੇ ਦਾ ਚੱਲਣ ਦਾ ਤਰੀਕਾ ਗ੍ਰਹਿਣ ਕਰ ਸਕਦੇ ਹਾਂ। ਹੁਣ ਕੋਈ ਬੰਦਾ ਰੋਟੀ ਖਾਂਦਾ ਝੂਠ ਨਹੀਂ ਛੱਡਦਾ, ਉਹ ਵੀ ਇੱਕ ਗੁਣ ਹੈ ਨੇਜਰ ਸਾਹਿਬ। ਬਿਲਕੁਲ, ਉਹਨੂੰ ਆਪਾਂ ਗ੍ਰਹਿਣ ਕਰ ਸਕਦੇ ਹਾਂ। ਹੁਣ ਕਈ ਬੰਦੇ ਕਹਿੰਦਾ ਘਰੋਂ ਜਾਂਦੇ ਨੇ ਬੜਾ ਤਿਆਰ ਸ਼ਿਆਰ ਹੋ ਕੇ ਜਾਂਦੇ ਨੇ ਤੇ ਵਧੀਆ ਚੀਜ਼ ਹੈ, ਕਹਿੰਦਾ ਇਹ ਵੀ ਗੁਣ ਆ, ਆਪਾਂ ਇਹ ਵੀ ਗ੍ਰਹਿਣ ਕਰ ਸਕਦੇ ਹਾਂ। ਸੋ ਕਹਿਣ ਤੋਂ ਭਾਵ ਇਹ ਆ ਕਿ ਜਿੱਥੇ ਵੀ ਆਪਾਂ ਨੂੰ ਚੰਗਾ ਗੁਣ ਮਿਲਦਾ ਹੈ, ਕਿਸੇ ਜੇ ਚੰਗਾ ਗੁਣ ਹੈਗਾ ਉਹਨੂੰ ਆਪਾਂ ਗ੍ਰਹਿਣ ਕਰ ਸਕਦੇ ਹਾਂ। ਪ੍ਰਮਾਤਮਾ ਜੇਕਰ ਆਪਾਂ ਜਿਹਦਾ ਬੰਦਾ ਧਾਰਨੀ ਆ, ਪ੍ਰਮਾਤਮਾ ਨੇ ਇੱਕ ਸਿਸਟਮ ਬਣਾਇਆ ਵਾ, ਜਿਹੜਾ ਬੰਦਾ ਖੁਦ ਗੁਣੀ ਹੈ ਉਹਦਾ ਗੁਣ ਆਪਾਂ ਗ੍ਰਹਿਣ ਕਰ ਸਕਦੇ ਹਾਂ, ਕਿਉਂਕਿ ਉਹ ਕੋਈ ਚੀਜ਼ ਹੈਗੀ ਉਹਨੂੰ ਵੇਖ ਕੇ ਆਪਾਂ ਵੀ ਲੈ ਸਕਦੇ। ਇਹ ਸਾਡੇ ਕੋਲ ਆਪਸ਼ਨ ਹੈਗਾ, ਠੀਕ ਹੈ। ਤੇ ਇਹ ਬੜਾ ਸੋਹਣਾ ਮੁੰਡੇ ਦਾ ਪੁਆਇੰਟ ਹੈਗਾ ਸੀ। ਤੁਸੀਂ ਵੀ ਕੋਸ਼ਿਸ਼ ਕਰਿਓ ਭਲਾ, ਜਿਹਦੇ ਨਾਲ ਕੋਈ ਫਰਕ ਪੈਂਦਾ। ਮੈਂ ਤੇ ਕੋਸ਼ਿਸ਼ ਕਰਾਂਗਾ, ਤੁਸੀਂ ਵੀ ਕਰੋ। ਅੱਛਾ, ਇਹਦੇ ਵਿੱਚ ਪਤਾ ਕੀ ਹੁੰਦਾ ਹੈ, ਇੱਕ ਸੰਸਾਰ ਤੇ ਇੱਕ ਗਿਆਨ ਆ ਜਿਹਨੂੰ ਜਾਣਨ ਤੋਂ ਬਾਅਦ ਆਪਣਾ ਅੰਤਰਾਕਰਨ ਤ੍ਰਿਪਤ ਹੋ ਜਾਂਦਾ ਹੈ ਤੇ ਫਿਰ ਹੋਰ ਕੁਝ ਜਾਣਨ ਦੀ ਇੱਛਾ ਨਹੀਂ ਰਹਿ ਜਾਂਦੀ। ਪਤਾ ਲੱਗ ਜਾਂਦਾ ਕਿ ਮੈਨੂੰ ਗਿਆਨ ਹੋ ਗਿਆ, ਮੈਨੂੰ ਏਦਾਂ ਦੀ ਕੋਈ ਚੀਜ਼ ਮੈਨੂੰ ਮਿਲ ਗਈ ਆ। ਹੁਣ ਭਾਵੇਂ ਇਸ ਚੀਜ਼ ਦੇ ਬਾਰੇ ਮੈਨੂੰ ਪਤਾ ਤੇ ਨਹੀਂ ਆ, ਪਰ ਮੈਨੂੰ ਇੰਨਾ ਪਤਾ ਲੱਗ ਗਿਆ ਕਿ ਮੇਰਾ ਅੰਤਰਾਕਰਨ ਤ੍ਰਿਪਤ ਹੋ ਗਿਆ। ਹੁਣ ਮੇਰੇ ਅੰਦਰ ਜਿਹੜੀ ਤ੍ਰਿਸ਼ਨਾ ਵਾ ਨਾ ਜਾਣਨ ਦੀ, ਹੋਰ ਜਾਣ ਲਵਾਂ, ਉਹ ਥੋੜੀ ਸ਼ਾਂਤ ਹੋ ਗਈ। ਔਰ ਉਹ ਹੈ ਆਤਮ ਗਿਆਨ। ਜਿਹੜੀ ਅਪਰਾ ਵਿਦਿਆ ਹੈ, ਅਪਰਾ ਵਿਦਿਆ ਦੀ ਮਦਦ ਲੈਣੀ ਹੈ ਆਪਾਂ। ਅਪਰਾ ਵਿਦਿਆ ਚ ਗ੍ਰੰਥ ਆ ਜਾਂਦੇ ਨੇ ਸਾਰੇ। ਇਹ ਗਿਆਨ ਨਹੀਂ ਹੈਗਾ। ਗਿਆਨ ਜਿਹੜਾ ਸਾਡਾ ਹੁੰਦਾ ਵਾ ਉਹ ਸੈਲਫ ਆਪਣੇ ਦੁਆਰਾ ਅਨੁਭਵ ਕੀਤਾ ਗਿਆ, ਉਹ ਗਿਆਨ ਹੁੰਦਾ ਹੈ ਨਿਰਗੁਣ ਬ੍ਰਹਮ। ਜਦੋਂ ਅਸੀਂ ਇਹ ਜੜ ਪ੍ਰਕਿਰਤੀ ਤੋਂ ਅਲੱਗ ਹੋ ਜਾਂਦੇ ਹਾਂ, ਸਾਡੀ ਜਿਹੜੀ ਚੇਤਨਾ ਹੈ, ਮਨ, ਬੁੱਧੀ ਇਹਦੇ ਤੋਂ ਵੀ ਅੱਗੇ ਚੱਲ ਜਾਂਦੀ ਹੈ, ਆਪਣੇ ਮੂਲ ਚ ਸਥਿਰ ਹੋ ਜਾਂਦੀ ਹੈ। ਪਹਿਲਾਂ ਨਿਰਵਿਚਾਰ ਤੁਸੀਂ ਅਨੁਭਵ ਕਰਦੇ ਨਾ ਅਵਸਥਾ, ਉਸ ਤੋਂ ਵੀ ਅੱਗੇ ਜਾਣਾ। ਇੱਕ ਸਮਾਂ ਆਊਗਾ ਨਿਰਵਿਚਾਰ ਅਵਸਥਾ ਦੇ ਵਿੱਚ ਤੁਹਾਡੇ ਅੰਦਰ ਬੜੀ ਉਚਾਈ ਆਉਣੀ ਹੈ। ਤੁਹਾਨੂੰ ਪਤਾ ਲੱਗੂਗਾ ਕਿ ਮੈਂ ਕਿਸੇ ਐਸੇ ਮੰਡਲ ਚ ਪ੍ਰਵੇਸ਼ ਕਰ ਗਿਆ ਹਾਂ ਕਿ ਇੱਥੇ ਸਭ ਕੁਝ ਠਹਿਰ ਗਿਆ, ਉੱਥੇ ਸਮਾਂ ਨਹੀਂ ਹੋਊਗਾ। ਤੁਹਾਨੂੰ ਪਤਾ ਲੱਗੇਗਾ ਚੰਗੀ ਤਰ੍ਹਾਂ ਕਿ ਇਹ ਕੋਈ ਏਦਾਂ ਦਾ ਮੰਡਲ ਹੈ ਜਿੱਥੇ ਮੇਰਾ ਪ੍ਰਵੇਸ਼ ਹੋ ਗਿਆ, ਧਰਤੀ ਤੇ ਨਹੀਂ ਹੈਗਾ। ਉਹ ਬਿਲਕੁਲ ਤੁਹਾਡਾ ਵਜੂਦ ਹੈ, ਤੁਹਾਡਾ ਆਪਣਾ ਅੰਤਰਾਕਰਨ ਹੈ। ਔਰ ਜਦੋਂ ਤੁਸੀਂ ਉੱਥੇ ਸਥਿਰ ਹੋ ਗਏ ਤੇ ਉਸ ਤੋਂ ਬਾਅਦ ਤੁਹਾਨੂੰ ਗਿਆਨ ਹੋ ਜਾਣਾ ਹੈ ਕਿ ਹਾਂ ਬਈ ਇਹ ਕੋਈ ਐਸੀ ਅਵਸਥਾ ਹੈ ਜਿੱਥੇ ਆ ਕੇ ਸਾਰਾ ਕੁਝ ਰੁਕ ਗਿਆ, ਹੁਣ ਕੋਈ ਗਤੀ ਨਹੀਂ ਹੈ। ਔਰ ਜਿੱਦਣ ਤੁਸੀਂ ਉੱਥੇ ਪਹੁੰਚ ਗਏ ਨਾ, ਜਿੱਥੇ ਸਭ ਕੁਝ ਸ਼ਾਂਤ ਹੋ ਗਿਆ, ਕੋਈ ਐਕਟੀਵਿਟੀ ਨਹੀਂ ਹੈਗੀ, ਜਿੱਥੇ ਟਾਈਮ ਨਹੀਂ ਹੈਗਾ, ਤੁਹਾਨੂੰ ਪਤਾ ਲੱਗੂਗਾ ਇੱਥੇ ਟਾਈਮ ਨਹੀਂ ਹੈਗਾ। ਉਹ ਤੁਸੀਂ ਗਏ ਜਦੋਂ ਅੱਖਾਂ ਖੋਲੀਆਂ 1 ਘੰਟਾ ਅੱਧਾ ਘੰਟਾ ਹੋ ਗਿਆ, ਸਮਝ ਲਓ ਕਿ ਉਹ ਤੁਸੀਂ ਉਸ ਸ਼ਕਤੀ ਦੇ ਵਿੱਚ ਪ੍ਰਵੇਸ਼ ਕਰ ਗਏ ਜਿਹਦੇ ਅੰਦਰ ਹੀ ਆ ਸਾਰਾ ਕੁਝ। ਤੇ ਹਾਂ ਨਿਜ ਸਾਹਿਬ, ਅੱਜ ਦੀ ਵਿਚਾਰ ਜਿਹੜੀ ਆ ਉਹ ਸ਼ੁਰੂ ਕਰਦੇ ਆ। ਜਦੋਂ ਤੁਸੀਂ ਉੱਥੇ ਪ੍ਰਵੇਸ਼ ਕੀਤਾ ਨਾ, ਤੇ ਸਭ ਤੋਂ ਪਹਿਲਾਂ ਤੁਹਾਨੂੰ ਇਹ ਅਨੁਭਵ ਹੋਣਾ ਹੈ ਕਿ ਮੈਂ ਕੋਈ ਸਰੀਰ ਨਹੀਂ ਹੈਗਾ, ਮੈਂ ਕੋਈ ਸਰੀਰ ਦਾ, ਮੈਂ ਇੱਕ ਐਸੀ ਸ਼ਕਤੀ ਆ ਜਿਹੜਾ ਸਰੀਰ ਦਾ ਇਸਤੇਮਾਲ ਕਰ ਰਹੀ ਹੈ ਬਸ, ਪਰ ਸਰੀਰ ਤੋਂ ਵੱਖ ਹਾਂ ਮੈਂ।
ਹਾਂ ਮੇਰੇ ਕਰਕੇ ਸਰੀਰ ਆ, ਸਰੀਰ ਕਰਕੇ ਮੈਂ ਨਹੀਂ ਹੈਗਾ, ਇਹ ਤੁਹਾਨੂੰ ਗਿਆਨ ਹੋਵੇਗਾ। ਸੋ ਇਹ ਗੱਲ ਨੂੰ ਆਪਨੇ ਧਿਆਨ ਚ ਰੱਖਣਾ ਹੈ, ਠੀਕ ਹੈ ਨਿੱਜਰ ਸਾਹਿਬ। ਅਗਲੀ ਤੁਕ ਜਿਹੜੀ ਹੈ ਆਪਾਂ ਸੁਣਾਓ ਜੀ ਪਹਿਲੀ। ਅੱਛਾ ਇੱਕ ਮਿੰਟ ਨਿੱਜਰ ਸਾਹਿਬ, ਪਹਿਲੀ ਨਾ ਮੈਂ ਉੱਪਰ ਆ ਜਾਣਾ ਇੱਕ ਮਿੰਟ। ਵੈਸੇ ਨਿੱਜਰ ਸਾਹਿਬ ਮੈਨੂੰ ਨਾ ਏਦਾਂ ਲੱਗਾ, ਹਾਂਜੀ ਹਾਂਜੀ, ਅੱਜ ਨਵੀਂ ਆਡੀਓ ਪਾਈ ਮੈਂ ਜਾਪ ਦੀ, ਤੁਸੀਂ ਉਹਨੂੰ ਸੁਣੋਗੇ ਤੇ ਮੈਂ ਨਾ ਉਹ ਮੂਲ ਮੰਤਰ ਮੈਂ ਜਦੋਂ ਪੜ੍ਹਦਾ ਨਾ, ਵੈਸੇ ਕੋਈ ਪ੍ਰੋਬਲਮ ਨਹੀਂ ਹੈ, ਭਾਵੇਂ ਆਪਾਂ ਨਾਨਕ ਹੋਸ਼ੀ ਤੱਕ ਵੀ ਪੜ੍ਹ ਲਈਏ ਜਾਂ ਗੁਰਪ੍ਰਸਾਦ ਤੱਕ ਵੀ ਪੜ੍ਹ ਲਈ, ਕੋਈ ਫਰਕ ਨਹੀਂ ਪੈਂਦਾ। ਪਰ ਅੱਜ ਜਦੋਂ ਮੈਂ ਪੜ੍ਹ ਰਿਹਾ ਨਾ, ਦੇਖੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ, ਅੱਗੇ ਦਾ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੈਭੀ ਸੱਚ ਨਾਨਕ ਹੋਸੀ ਵੀ ਸੱਚ। ਦੇਖੋ ਪਤਾ ਕੀ ਬਾਣੀ ਆਪਾਂ ਨੂੰ ਕੀ ਸਮਝਾ ਕੇ ਗਈ ਹੈ, ਗੁਰੂ ਨਾਨਕ ਪਾਤਸ਼ਾਹ ਨੇ ਸਿੱਧਾ ਹੀ ਕਲਾਤਾ ਵਾ ਜਪ, ਮਤਲਬ ਜਾਪ ਕਿਹਦਾ ਕਰਨਾ ਵਾ, ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ। ਬਿਲਕੁਲ ਇਹ ਦੇਖੋ ਇੱਥੇ ਕੋਈ ਦੋ ਰਿਆ ਨਹੀਂ ਹੈਗੀਆਂ, ਕੋਈ ਜਪ ਕਿਹਦਾ ਕਰਨਾ ਵਾ, ਉਹ ਕੋਈ ਇੱਕ ਮੂਰਤੀ ਨਹੀਂ ਹੈਗੀ। ਆਦਿ ਸੱਚ ਜਿਹੜਾ ਆਦਿ ਆ, ਜਿਹਦਾ ਅੰਤ ਨਹੀਂ ਹੈ, ਜੁਗਾਦ ਸੱਚ ਹੈ ਜਿਹੜਾ ਇਹ ਨਿੱਜਰ ਸਾਹਿਬ ਦੀ ਵਿਆਖਿਆ ਕਰ ਦਿਓ ਥੋੜੀ ਜਿਹੀ। ਹਾਂ ਆਦਿ ਸੱਚ ਕਹਿੰਦੇ, ਸੱਚ ਦਾ ਮਤਲਬ ਹੁੰਦਾ ਹੈ ਜਿਹੜਾ ਅਬਿਨਾਸੀ ਹੈਗਾ, ਜਿਹੜਾ ਕਦੀ ਵੀ ਜਿਹੜਾ ਹੈਗਾ ਉਹ ਵਿਨਾਸ਼ ਨਹੀਂ ਹੁੰਦਾ, ਜਿਹਦਾ ਉਹਨੂੰ ਕਹਿੰਦੇ ਸੱਚ ਹਮੇਸ਼ਾ ਹੈਗਾ, ਜਿਹੜੀ ਚੀਜ਼ ਉਹ ਸੱਚ ਆ। ਕਹਿੰਦੇ ਜਿਹੜਾ ਆਦਿ ਤੋਂ ਸੱਚ ਹੈਗਾ, ਯੁਗਾਂ ਦੇ ਵੀ ਆਦਿ ਤੋਂ ਸੱਚ ਹੈਗਾ, ਹੁਣ ਵੀ ਸੱਚ ਹੈਗਾ, ਗਾਹਾਂ ਵੀ ਸੱਚ ਰਹੇਗਾ। ਹਾਂ ਠੀਕ ਹੈ, ਤੇ ਜਪ ਦਾ ਮਤਲਬ ਸਮਝਾ ਦਿਓ ਇਹ ਵੀ। ਜਪ ਮਤਲਬ ਉਹਦਾ ਧਿਆਨ ਕਰਨਾ, ਉਹਨੂੰ ਸਮਰਨ ਕਰਨਾ, ਉਹਨੂੰ ਯਾਦ ਕਰਨਾ, ਉਸਨੂੰ ਅੰਗ ਸੰਗ ਮਹਿਸੂਸ ਕਰਨਾ। ਆਪਣੇ ਅੰਗ ਸੰਗ ਹੈਗਾ, ਆਪਾਂ ਅੰਗ ਸੰਗ ਬਸ ਮਾਲਕ ਦੀ ਪ੍ਰੈਜੈਂਸ। ਬਾਣੀ ਸਾਰੀ ਜਿਹੜੀ ਹੈ ਭਗਤੀ ਜਿਹੜੀ ਹੈਗੀ ਆ, ਉਹ ਸਿਰਫ ਇਸ ਵਾਸਤੇ ਹੈਗੀ ਕਿ ਉਹ ਮਾਲਕ ਪਰਮਾਤਮਾ ਆਪਣੇ ਨਾਲ ਆ, ਆਪਾਂ ਬਾਹਰ ਹੈਗੇ ਆ, ਆਪਾਂ ਬਾਹਰ ਮੁਖੀ ਹੈਗੇ। ਮਾਲਕ ਕਹਿੰਦਾ ਤੂੰ ਮੇਰੇ ਵੱਲ ਆ ਜਾ, ਮੇਰੇ ਨਾਲ ਜਿਹੜੀ ਗੱਲਬਾਤ ਕਰ, ਮੇਰੇ ਨਾਲ ਸਾਂਝ ਕਰ। ਇਸੇ ਵਾਸਤੇ ਭਗਤੀ ਕਰਨੀ ਆਪਾਂ ਨੇ। ਹਾਂਜੀ ਠੀਕ ਹੈ ਜੀ, ਬੜੀ ਇੰਟਰਸਟਿੰਗ ਗੇਮ ਹੈ। ਗੇਮ ਤੇ ਕੁਝ ਵੀ ਨਹੀਂ ਆ, ਬੋਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਇਧਰੋਂ ਲਾਉਣਾ। ਪੁੱਟਣਾ ਕਿੱਥੋਂ ਆ, ਬਾਹਰੋਂ, ਤੇ ਲਾਉਣਾ ਕਿੱਥੇ, ਆਪਣੇ ਅੰਦਰ। ਮਨ ਦੇਖੋ ਮਨ ਕੀ ਹੁੰਦਾ ਹੈ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਿਹੜਾ ਮਨ ਹੈ ਨਾ, ਮਨ ਕੋਈ ਵੀ ਕੰਮ ਕਰਦਾ ਨਾ, ਉਹ ਹੰਕਾਰ ਦੇ ਲਈ ਕਰਦਾ। ਆਪ ਜੀ ਨਾਲ ਥੋੜੀ 2 ਮਿੰਟ ਗੱਲ ਕਰਦਾ ਮੈਂ, ਹੰਕਾਰ ਕਿੱਦਾਂ ਪ੍ਰਗਟ ਹੁੰਦਾ। ਦੇਖੋ ਕਈ ਬੰਦੇ ਪਹਿਲੀ ਗੱਲ ਤੇ ਰੋਟੀ ਪਾਣੀ ਲਈ ਕੰਮ ਕਰਦੇ ਆ, ਰੋਟੀ ਪਾਣੀ ਜੋਗੇ ਪੈਸੇ ਹੋ ਗਏ, ਫਿਰ ਸੋਚਦਾ ਕਿ ਹੁਣ ਥੋੜਾ ਜਿਹਾ ਘਰ-ਬਾਰ ਵਧੀਆ ਬਣ ਜੇ, ਚਲੋ ਵੀ ਆ ਗਿਆ। ਫਿਰ ਉਹ ਸੋਚਦਾ ਕਿ ਘਰ-ਬਾਰ ਆ ਗਿਆ, ਨੂੰ ਗੱਡੀਆਂ ਚਾਹੀਦੀ, ਗੱਡੀ ਆ ਗਈ, ਵੱਡੀ ਗੱਡੀ ਕੋ ਵੀ। ਫਿਰ ਕਹਿੰਦਾ ਥੋੜੀ ਜਮਾ ਕਰਨਾ, ਉਹ ਵੀ ਜਮਾ ਹੋ ਗਿਆ। ਫਿਰ ਇੱਕ ਸਮਾਂ ਆਉਂਦਾ ਹੈ, ਕਹਿੰਦਾ ਕਿ ਹੁਣ ਮੇਰੇ ਬੱਚਿਆਂ ਲਈ ਵੀ ਪੈਸੇ ਚਾਹੀਦੇ ਨੇ, ਚਲੋ ਉਹਨਾਂ ਲਈ ਵੀ ਇਕੱਠੇ ਹੋ ਗਏ। ਫਿਰ ਸੋਚਦਾ ਕਿ ਰਿਟਾਇਰਮੈਂਟ ਆਊਗੀ ਕੱਲ ਨੂੰ, ਉਹਦੇ ਲਈ ਵੱਖਰੇ ਪੈਸੇ ਚਾਹੀਦੇ, ਚਲੋ ਜੀ ਉਹਦੇ ਲਈ ਵੀ ਇਕੱਠੇ ਹੋ ਗਏ। ਇਹ ਤਾਂ ਚੱਲਦਾ ਰਹਿੰਦਾ ਕੰਮ। ਫਿਰ ਜਦੋਂ ਮੇਰੇ ਕੋਲ ਪੈਸਾ ਆ ਜਾਂਦਾ, ਬਹੁਤ ਜ਼ਿਆਦਾ ਪੈਸਾ, ਇਹਨਾਂ ਨੂੰ ਪਤਾ ਲੱਗ ਗਿਆ ਕਿ ਕਾਫੀ ਪੈਸਾ ਇਕੱਠਾ ਹੋ ਗਿਆ। ਉਸ ਤੋਂ ਬਾਅਦ ਫਿਰ ਇਹ ਕੀ ਚਾਹੁੰਦਾ ਹੈ ਕਿ ਮੈਨੂੰ ਲੋਕ ਜਾਣਨ। ਨਿੱਜਰ ਸਾਹਿਬ ਹੁਣ ਜਿਹੜਾ ਇਹ ਬੰਦਾ ਹੁੰਦਾ ਵਾ, ਇਹਦੀ ਹੁੰਦੀ ਈਗੋ, ਹੰਕਾਰ ਦੇ ਚੱਕਰਾਂ 'ਚ ਰਹਿੰਦਾ ਹੈ। ਇਹ ਚਾਹੁੰਦਾ ਕਿ ਦੁਨੀਆ ਮੈਨੂੰ ਜਾਣਨ। ਫਿਰ ਇਹ ਕੀ ਕਰਦਾ ਨਿੱਜਰ ਸਾਹਿਬ, ਉਹ ਜਿਹੜਾ ਕਿਉਂਕਿ ਇਹਦੀ ਪਦਾਰਥਾਂ ਨਾਲ ਤ੍ਰਿਪਤੀ ਨਹੀਂ ਨਾ ਹੋਈ, ਫਿਰ ਇਹ ਜਿਹੜਾ ਬੰਦਾ ਹੁੰਦਾ ਹੈ, ਇਹ ਦੇਖੋ ਫਿਰ ਇਹ ਕੀ ਕਰਦਾ, ਘਰ ਤੇ ਬਣਾਉਂਦਾ ਹੈ, ਪਰ ਘਰ ਦੇ ਵਿੱਚ ਹੰਕਾਰ ਪਾ ਦਿੰਦਾ। ਇਹਦਾ ਘਰ ਏਦਾਂ ਦਾ ਹੋਣਾ ਚਾਹੀਦਾ ਕਿ ਲੋਕਾਂ ਦੂਜਿਆਂ ਨੂੰ ਵੱਡਾ ਹੋਣਾ ਚਾਹੀਦਾ। ਇਹਦੀ ਗੱਡੀ ਵੀ ਜਿਹੜੀ ਹੁੰਦੀ ਆ, ਉਹ ਵੀ ਚਾਹੁੰਦਾ ਕਿ ਮੇਰੀ ਗੱਡੀ ਵੱਡੀ ਹੋਵੇ। ਚਲੋ ਵੱਡੀ ਗੱਡੀ ਲੈਣੀ ਕੋਈ ਪਾਪ ਨਹੀਂ ਹੁੰਦੀ, ਮੈਂ ਨਹੀਂ ਕਹਿੰਦਾ ਕਿ ਵੱਡਾ ਮਕਾਨ ਵੀ ਬਣਾਉਣਾ ਕੋਈ ਪਾਪ ਹੈ। ਪਰ ਇਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਦੇਖੋ ਬਹੁਤ ਸਾਰੇ ਲੋਕ ਜਿਹੜੇ ਹੁੰਦੇ ਨਾ, ਫਿਰ ਉਹ ਹੰਕਾਰ ਨੂੰ ਪ੍ਰਗਟ ਕਰਨ ਦਾ ਤਰੀਕਾ ਲੱਭਦੇ ਨੇ, ਔਰ ਉਹ ਥੋੜਾ ਜਿਹਾ ਆਪਣੀ ਉਹ ਪਦਾਰਥਾਂ ਦੇ ਰਾਹੀਂ ਆਪਣੀ ਹੋਂਦ ਬਣਾਉਂਦਾ ਹੈ। ਇੱਥੋਂ ਤੱਕ ਕਿ ਇਹ ਬੰਦਾ ਜਿਹੜਾ ਹੁੰਦਾ ਹੈ ਨਾ, ਧਰਮ ਨੂੰ ਵੀ ਆਪਣੇ ਹੰਕਾਰ ਦਾ ਹਿੱਸਾ ਬਣਾ ਲੈਂਦਾ। ਨਿੱਜਰ ਸਾਹਿਬ ਇਹ ਫਿਰ ਕੀ ਕਰਦਾ, ਗ੍ਰੰਥਾਂ ਦਾ ਗਿਆਨ ਇਕੱਠਾ ਕਰ ਲੈਂਦਾ ਹੈ। ਸੂਖਮ ਹਉਮੈ ਕਹਿੰਦੇ ਉਹਨੂੰ, ਬੜੀ ਜਿਹੜਾ ਆਮ ਬੰਦਾ ਹੁੰਦਾ ਨਾ, ਇਹਦੀ ਵਿਚਾਰੇ ਦੀ ਹਉਮੈ ਦੀ ਪਾਵਰਫੁਲ ਨਹੀਂ ਹੁੰਦੀ, ਪਰ ਜਿਹੜਾ ਧਾਰਮਿਕ ਮਨੁੱਖ ਹੁੰਦਾ ਨਿੱਜਰ ਸਾਹਿਬ, ਉਹਦੀ ਹਉਮੈ ਬੜੀ ਖਤਰਨਾਕ ਹੁੰਦੀ, ਬੜੀ ਸੂਖਮ, ਕਿਉਂਕਿ ਉਹਨੇ ਨਾ ਆਪਣੇ ਧਰਮ ਨੂੰ ਹੀ ਆਪਣੀ ਹਉਮੈ ਬਣਾ ਲਈ ਹੈ। ਮੇਰਾ ਧਰਮ ਉੱਚਾ, ਮੈਂ ਜਿੱਥੇ ਜਾਂਦਾ, ਮੇਰਾ ਉਹ ਜਿੱਥੇ ਸੰਸਥਾ ਹੈਗੀ ਬੜੀ ਉੱਚੀ ਹੈ, ਉਹ ਵੀ ਇੱਕ ਹਉਮੈ। ਉਹ ਇਹ ਜਿਹੜਾ ਹਉਮੈ ਲੈ ਕੇ ਬੰਦਾ ਘੁੰਮਦਾ ਨਾ, ਇਹ ਬੰਦਾ ਕੀ ਕਰਦਾ ਕਿ ਇਹਨੂੰ ਵਿਸ਼ਵਾਸ ਹੀ ਨਹੀਂ ਆਉਂਦਾ ਕਿ ਮੈਂ ਇੱਕ ਬਿਮਾਰ ਹਾਂ। ਉਹ ਆਪਣੀ ਬਿਮਾਰੀ ਨੂੰ ਹੀ ਨਿੱਜਰ ਸਾਹਿਬ ਆਪਣੀ ਤੰਦਰੁਸਤੀ ਸਮਝੀ ਜਾਂਦਾ ਹੈ।
ਔਰ ਉਹਦੇ ਵਿੱਚ ਕੀ ਕਰਦਾ ਹੈ, ਇਹ ਐਸੇ ਕੰਮ ਵੀ ਕਰ ਸਕਦਾ ਨਿੱਜਾ ਸਾਹਿਬ, ਆਪਣੀ ਜ਼ਮੀਨ ਵੇਚ ਕੇ ਗੁਰਦੁਆਰੇ ਮੰਦਿਰ 'ਚ ਵੀ ਚੜਾ ਸਕਦਾ, ਕਿਉਂਕਿ ਇਹਦੀ ਹਉਮੈ ਦੀ ਤ੍ਰਿਪਤੀ ਹੁੰਦੀ ਨਾ। ਜਿੱਦਾਂ ਇੱਕ ਬੰਦਾ ਕੰਡਿਆਂ ਤੇ ਲੰਮੇ ਪਿਆ ਹੋਵੇ ਨਾ ਤੇ ਵੇਖੋ ਆਲੇ ਦੁਆਲੇ ਕਿੰਨੀ ਭੀੜ ਇਕੱਠੀ ਹੋ ਜਾਂਦੀ ਹੈ, ਕਿਉਂਕਿ ਇੱਕ ਤਰਫ ਤੇ ਉਹਦਾ ਸਰੀਰ ਦੁੱਖ 'ਚ ਬੈਠਾ ਹੈ, ਦੂਜੀ ਤਰਫ ਨਿੱਜਾ ਸਾਹਿਬ ਉਹਦੀ ਹਉਮੈ ਦੀ ਤ੍ਰਿਪਤੀ ਹੁੰਦੀ ਹੈ। ਬਿਲਕੁਲ, ਇਹ ਸੰਤ ਬਹੁਤ ਵੱਡਾ। ਹੁਣ ਵੇਖੋ ਕਈ ਬੰਦੇ ਵੇਖੋ ਨੰਗੇ ਤੁਰੇ ਫਿਰਨਗੇ, ਚੱਪਲਾਂ ਵੀ ਨਹੀਂ ਪਾਉਂਦੇ, ਪੈਰਾਂ 'ਚ ਕੱਚ ਵੱਜਣ ਦਿਆ, ਮੇਖਾਂ ਵੱਜਣ ਦੀਆਂ, ਪਰ ਦੂਜੀ ਤਰਫ ਉਹਦੀ ਹਉਮੈ ਦੀ ਤ੍ਰਿਪਤੀ ਹੁੰਦੀ ਆ ਕਿ ਲੋਕ ਕਹਿੰਦੇ ਬਹੁਤ ਵੱਡਾ ਸੰਤ ਹੈ, ਵੇਖੋ ਨੇ ਘਰ-ਬਾਰ ਛੱਡਤਾ। ਪਰ ਇੱਕ ਸਾਧ ਸੰਗਤ ਜੀ, ਇਹ ਜਿਹੜਾ ਮਾਰਗ ਹੈ ਨਾ, ਇਹ ਬੜਾ ਬੇਕਮ ਮਾਰਗ ਹੈ। ਜਿੱਥੇ ਬੇਵਕੂਫੀ ਹੈ ਤੇ ਥੋੜੀ ਵੀ ਜਗ੍ਹਾ ਨਹੀਂ ਹੈਗੀ। ਆਪਾਂ ਸੰਸਾਰ ਨਹੀਂ ਛੱਡਣਾ। ਜਿਹੜੇ ਬੰਦੇ ਜਿਹੜੀ ਬੇਵਕੂਫੀ ਕਰਦੇ ਨਾ, ਸੰਸਾਰ ਛੱਡ ਕੇ ਸੰਸਾਰ ਤੋਂ ਭੱਜ ਜਾਂਦੇ, ਉਹ ਭਗੌੜਿਆਂ ਲਈ ਜਗ੍ਹਾ ਨਹੀਂ ਕਿ ਰੱਬ ਦੇ ਘਰ 'ਚ। ਪਰਮਾਤਮਾ ਦੇ ਘਰ 'ਚ ਉਹੀ ਬੰਦਾ ਜਾ ਸਕਦਾ ਵਾ ਜਿਹੜਾ ਆਪਣਾ ਕਰੈਕਟਰ ਪਲੇ ਕਰਦਾ ਹੈ। ਔਰ ਆਪਾਂ ਸਮਾਜ 'ਚ ਬੈਠੇ ਹਾਂ। ਹੁਣ ਦੇਖੋ, ਸਮਾਜ ਦੇ ਵਿੱਚ ਆਪਾਂ ਟੈਕਸ ਦਿੰਦੇ ਹਾਂ। ਕਿਉਂ ਦਿੰਦੇ ਹਾਂ ਆਪਾਂ ਟੈਕਸ? ਜੇ ਆਪਾਂ ਟੈਕਸ ਦੇਵਾਂਗੇ ਥੋੜਾ ਬਹੁਤਾ, ਆਪਾਂ ਕਮਾਈ ਕਰਦੇ ਹਾਂ। ਜੇ ਮੰਨ ਲਾ ਸਾਬਣ ਖਰੀਦੇ 2-3 ਰੁਪਏ ਟੈਕਸ ਹੁੰਦਾ। ਇੱਕ ਸਮਾਂ ਆਉਂਦਾ ਹੈ, ਹੁਣ ਤੁਹਾਨੂੰ ਪਤਾ ਸਾਰੇ ਦੇਸ਼ ਦੇ ਵਿੱਚ ਸੜਕਾਂ ਬਣਾਉਣੀਆਂ ਹੁੰਦੀਆਂ ਨੇ, ਕੋਈ ਡਿਵੈਲਪਮੈਂਟ ਆ, ਹਸਪੀਟਲ ਬਣਨੇ, ਉਹ ਪੈਸੇ ਕਿੱਥੋਂ ਆਉਣਗੇ ਜੇ ਆਪਾਂ ਟੈਕਸ ਨਹੀਂ ਦੇਵਾਂਗੇ? ਹੁਣ ਕੱਲ ਨੂੰ ਆਪਣਾ ਹੀ ਕੋਈ ਬਿਮਾਰ ਹੋ ਜੇ ਕਿ ਆਪਾਂ ਇਲਾਜ ਕਰਾਉਣ ਤੇ ਹਸਪੀਟਲਾਂ 'ਚ ਹੀ ਜਾਣਾ। ਹੁਣ ਆਮ ਪਿੰਡਾਂ 'ਚ ਉੱਥੇ ਕੋਈ ਟੈਕਸ ਨਹੀਂ ਹੁੰਦਾ, ਵਿਚਾਰੇ ਛੋਟੇ ਪਿੰਡ ਹੁੰਦੇ, ਬਹੁਤ ਗਰੀਬ ਲੋਕ ਹੁੰਦੇ, ਪਰ ਸੜਕ ਤੇ ਉਹਨਾਂ ਨੂੰ ਵੀ ਚਾਹੀਦੀ ਆ। ਇਹ ਨਹੀਂ ਹੈ ਕਿ ਸਾਡੇ ਪੈਸਿਆਂ ਦਾ ਮਤਲਬ ਸਾਨੂੰ ਹੀ ਫਾਇਦਾ ਹੋ ਰਿਹਾ, ਪਰ ਉਹਨਾਂ ਲੋਕਾਂ ਨੂੰ ਵੀ ਫਾਇਦਾ ਹੋ ਰਿਹਾ ਹੈ ਕਿ ਜਿਹੜੇ ਲੋਕਾਂ ਕੋਲ ਪੈਸੇ ਨਹੀਂ ਹਨ ਔਰ ਉਹਨਾਂ ਨੂੰ ਵੀ ਸਹੂਲਤਾਂ ਮਿਲ ਰਹੀਆਂ ਨੇ, ਚਾਹੇ ਕਿਸੇ ਰੂਪ ਦੀ ਹੈ। ਚਾਹੇ ਇੱਕ ਛੋਟਾ ਜਿਹਾ ਸਕੂਲ ਹੀ ਸਰਕਾਰੀ ਚੱਲ ਰਿਹਾ ਨਾ ਨਿੱਜਰ ਸਾਹਿਬ, ਉਹਦੇ ਵਿੱਚ ਵੀ ਸਾਡਾ ਹਿੱਸਾ ਹੈਗਾ ਵਾ। ਸਾਨੂੰ ਇਹ ਸੋਚਣਾ ਚਾਹੀਦਾ ਵਾ। ਠੱਗ ਵੀ ਹੈਗੇ ਨੇ, ਚੋਰ ਮੈਂ ਮੰਨਦਾ, ਲੱਖ ਰੁਪਇਆ ਟੈਕਸ ਜਾਂਦਾ, ਮੰਨ ਲਓ 75,000 ਖਾ ਜਾਂਦੇ, ਪਰ 25% ਜਿਹੜਾ ਲੱਗ ਰਿਹਾ ਨਿੱਜਰ ਸਾਹਿਬ, ਉਹ ਵੀ ਸਾਡਾ ਹਿੱਸਾ ਹੈ ਔਰ ਉਹ ਜ਼ਰੂਰੀ ਆ। ਇਸੇ ਤਰ੍ਹਾਂ ਹੀ ਸਮਾਜ ਚੱਲਦਾ ਹੈ। ਇਹ ਆਪਾਂ ਸੋਚੀਏ ਨਾ ਕਿ ਆਪਣੀ ਕਮਾਈ ਚੋਂ ਆਪਣਾ ਵੇਸਟ ਜਾ ਰਿਹਾ ਵਾ, ਆਪਣੀ ਤਨਖਾਹ ਚੋਂ ਕੱਟ ਲਿਆ, ਉਹ ਕੋਈ ਮਾੜੀ ਚੀਜ਼ ਨਹੀਂ ਹੈਗੀ, ਸਮਝ ਲਓ ਦਾਨ ਹੀ ਆ। ਉਹੀ ਦੇਖੀ, ਜੇ ਮੈਂ ਪਿੰਡ 'ਚ ਕੋਠੀ ਪਾਈ ਆ ਮੰਨ ਲਓ, ਤੇ ਬਾਕੀ ਸਾਰਾ ਪਿੰਡ ਮੇਰੇ ਝੁੱਗੀਆਂ ਝੌਂਪੜੀਆਂ ਦਾ ਭਰਿਆ ਹੈ, ਤੇ ਕੀ ਚੰਗੀ ਲੱਗੂ ਨਿੱਜਰ ਸਾਹਿਬ ਮੇਰੇ ਇਕੱਲੇ ਦੀ ਕੋਠੀ? ਬਿਲਕੁਲ ਵੀ ਨਹੀਂ ਚੰਗੀ ਲੱਗੀ। ਬਿਲਕੁਲ ਸਹੀ ਗੱਲ ਹੈ। ਹਾਂ, ਮੈਂ ਬੜੀ ਵੱਡੀ ਗੱਡੀ ਲਈ, ਮੇਰੇ ਕੋਲ 50 ਲੱਖ ਦੀ ਕਾਰ ਹੈ, ਸੜਕੀ ਟੁੱਟੀ ਭੱਜੀ ਹੈ, ਕੀ ਉਹ ਚੰਗੀ ਲੱਗੂ ਕਿ ਮੇਰੀ ਉਹ ਗੱਡੀ? ਬਿਲਕੁਲ, ਉਹ ਤਾਂ ਹਉਮੈ ਨੂੰ ਪ੍ਰਗਟ। ਹਾਂ ਨਿੱਜਰ ਸਾਹਿਬ, ਜਿਹੜੇ ਗਰੀਬ ਦੇਸ਼ ਹੁੰਦੇ ਨਾ, ਉਹਨਾਂ ਦੇ ਰਾਜਨੀਤਿਕ ਲੋਕ ਬੜੇ ਅਮੀਰ ਹੁੰਦੇ ਨੇ, ਪਰ ਉਹ ਚੰਗੇ ਥੋੜੀ ਕੰਮ ਕਰ ਰਹੇ ਨੇ। ਉਹ ਪੈਸਾ ਲੈ ਤੇ ਲੈ, ਉਹ ਲੋਕਾਂ ਦੀ ਡਿਵੈਲਪਮੈਂਟ ਦਾ ਪੈਸਾ ਸੀ, ਉਹਦੇ ਨਾਲ ਕੀ ਹੋਣਾ, ਸਮਾਜ ਉੱਚਾ ਹੋਣਾ। ਕਿ ਆਪਾਂ ਸਮਾਜਿਕ ਪ੍ਰਾਣੀ ਆ, ਆਪਾਂ ਕੋਈ ਸੋਸ਼ਲ 'ਚ ਰਹਿੰਦੇ ਆ, ਇੰਡੀਵਿਜੂਅਲ ਕੋਈ ਸਾਡੀ ਕੋਈ ਹੋਂਦ ਨਹੀਂ ਆ, ਇਕੱਲਿਆਂ ਦੀ ਕੋਈ ਹੋਂਦ ਨਹੀਂ ਆ, ਅਸੀਂ ਇਕੱਠੇ ਆ। ਹੁਣ ਗੁਰਦੁਆਰੇ ਕਿਸ ਲਈ ਬਣਾਏ ਨੇ? ਆਪਾਂ ਉਸ ਲਈ ਬਣਾਏ ਸੀ ਕਿ ਲੋੜਵੰਦ ਲੋਕਾਂ ਦੀ ਹੈਲਪ ਹੋਵੇ। ਅਸਲ ਦੇ ਵਿੱਚ ਉਹਦਾ ਗੁਰਦੁਆਰੇ ਦਾ ਕਨਸੈਪਟ ਸੀ, ਉਹ ਸੀ ਕਿ ਚਲੋ ਸਾਲ 'ਚ 200-400 500 ਮਕਾਨ ਬਣਾਓ ਲੋਕਾਂ ਦੇ, ਜਾਂ ਜੇ ਕੋਈ ਪਿੰਡਾਂ 'ਚ ਸਕੂਲ ਬਣਨੇ ਆ ਉਹ ਬਣਾਓ। ਇਹ ਅਸਲ 'ਚ ਗੁਰਦੁਆਰੇ 'ਚ ਜਿਹੜਾ ਦਾਨ ਕਰਨ ਦਾ ਮਤਲਬ ਇਹ ਸੀ ਕਿ ਡਿਵੈਲਪਮੈਂਟ ਦੇ ਜੈਸਾ, ਪਰ ਉਹ ਡਿਵੈਲਪਮੈਂਟ ਹੋਈ ਨਹੀਂ। ਐਕਚੁਅਲੀ ਗੋਰਕੀ ਸਾਹਿਬ, ਜਿਹੜਾ ਨਾ ਦੇਖੋ, ਜਿਹੜੇ ਬਾਹਰਲੇ ਮੁਲਕ ਹੈਗੇ, ਕੈਨੇਡਾ, ਅਮਰੀਕਾ ਜਿਹੜੇ ਹੈਗੇ, ਇੰਗਲੈਂਡ ਵਗੈਰਾ, ਜਿਹੜੇ ਆਸਟ੍ਰੇਲੀਆ, ਜਰਮਨੀ, ਸਾਰੇ ਜਿੰਨੇ ਵੀ ਮੁਲਕ ਹੈਗੇ, ਇਹਨਾਂ ਦੇ ਵਿੱਚ ਜਿਹੜਾ ਹੈਗਾ ਇਹ ਟੈਕਸ ਦਾ ਪੈਸਾ ਹੈ ਨਾ, ਇਹ ਪੂਰਾ ਦਾ ਪੂਰਾ ਇਹ ਲੋਕ ਲਗਾ ਦਿੰਦੇ ਡਿਵੈਲਪਮੈਂਟ ਵਾਸਤੇ। ਔਰ ਦੇਖੋ, ਤਾਂ ਹੀ ਇਹ ਜਿਹੜੇ ਇੰਨੇ ਸੋਹਣੇ ਦੇਸ਼ ਹੈਗੇ, ਤਾਂ ਹੀ ਇਹਨਾਂ ਦੇ ਕੋਲ ਫੈਸਿਲਿਟੀਆਂ ਹੈਗੀਆਂ। ਹੁਣ ਆਪਣੇ ਇੱਧਰ ਜਿਹੜੇ ਹੈਗੇ ਨਾ, ਮੈਂ ਕਹਿੰਦਾ 90% ਤਾਂ ਖਾ ਹੀ ਜਾਂਦੇ ਆ, 10% ਵੀ ਨਹੀਂ ਲਾਉਂਦੇ। ਹੁਣ ਇੰਨਾ ਆਹ ਹੀ ਫਰਕ ਹੈਗਾ ਬਸ। ਇਸੇ ਕਰਕੇ ਜਿਹੜੀ ਹੈਗੀ ਪ੍ਰੋਬਲਮ ਇੱਥੇ ਹੀ ਹੈਗੀ। ਹਾਂ ਨਿੱਜਰ ਸਾਹਿਬ, ਮੈਂ ਮਹਿਸੂਸ ਕਰਦਾ ਇੱਕ A to Z ਜਿਹੜੀ ਆਪਾਂ ਦਵਾਈ ਹੈ, ਮੈਡੀਸਨ, 100 ਰੁਪਏ ਦੀ ਮੈਡੀਸਨ ਹੈ, 100 ਰੁਪਇਆ ਰੇਟ ਤੇ ਸਾਨੂੰ ਉਹ ਦੇਂਦੇ ਆ, ਤੇ ਉਹ ਦੁਕਾਨਦਾਰ ਜੇ ਸਾਨੂੰ ਬਿੱਲ ਦੇਵੇ, ਕਮ ਸੇ ਕਮ ਜਿਹੜੇ ਸਾਡੇ ਪੈਸੇ ਜਾਣਦੇ ਆ, ਸਾਡਾ ਵੀ ਫਰਜ਼ ਬਣਦਾ ਕਿ ਵੀ ਬਿੱਲ ਦਿਓ। ਔਰ ਜੇ ਕੋਈ ਬਿੱਲ ਨਹੀਂ ਦਿੰਦਾ, ਉੱਥੇ ਦਵਾਈ ਨਾ ਲਈ ਜਾਵੇ, ਕਿਉਂਕਿ ਉਹ ਜਿਹੜੇ ਪੈਸੇ ਮੰਨ ਲਓ ਅਸੀਂ ਜਾਂਦੇ, ਉਹ ਪੈਸੇ ਗੌਰਮੈਂਟ ਕੋਲ ਜਾਣਗੇ ਕਿਸੇ ਤਰੀਕੇ ਤੇ। ਨਿੱਜਰ ਸਾਹਿਬ, ਹੁਣ ਆੜੀਆਂ ਸੜਕਾਂ ਬਣੀਆਂ ਨੇ, ਕਿੱਥੋਂ ਪੈਸੇ ਆਉਂਦੇ ਨੇ? ਪਿੰਡਾਂ 'ਚ ਜੇ ਟੈਂਕੀਆਂ 'ਚ ਪਾਣੀ ਆਉਂਦੇ ਆ, ਹੈ ਤੇ ਪੈਸਾ ਸਰਕਾਰ ਦਾ ਹੀ ਹੈ ਨਾ। ਕਿਸੇ ਵੀ ਤਰੀਕੇ ਨਾਲ ਕੋਈ ਇਹ ਤਾਂ ਨਹੀਂ ਹੈਗਾ ਕਿ ਹੁਣ ਮੈਂ ਇਕੱਲਾ ਹਸਪੀਟਲ ਕਿੱਥੋਂ ਬਣਾਊਂਗਾ, ਪਰ ਇਹ ਆ ਕਿ ਜਦੋਂ ਲੱਖਾਂ ਲੋਕ ਆਪਾਂ 2-2, 4-4 ਰੁਪਏ ਟੈਕਸ ਦਿੰਦੇ ਆ, ਤੇ ਇੱਕ ਹਸਪੀਟਲ ਵੀ ਬਣ ਜਾਂਦਾ ਉਸ ਪੈਸੇ ਦਾ। ਕਿੱਡਾ ਵੱਡਾ ਦੇਸ਼ ਹੈ, ਕਿੰਨੀ ਲੋਕਾਂ ਕੋਲ ਪੈਸੇ ਨਹੀਂ ਹੈਗੇ, ਪਰ ਫੈਸਿਲਿਟੀ ਤੇ ਨਿੱਜਰ ਸਾਹਿਬ ਲੈ ਹੀ ਰਹੇ ਨਾ ਉਹ। ਬਿਲਕੁਲ। ਚਲੋ ਇਹ ਇੱਕ ਜਸਟ ਮੈਂ ਵੈਸੇ ਕਾਮਨ ਗੱਲ ਕੀਤੀ ਆ ਕਿ ਮਤਲਬ ਕਹਿਣ ਤੋਂ ਭਾਵ ਆ ਕਿ ਜਦੋਂ ਅਸੀਂ ਇੰਡੀਵਿਜੂਅਲ ਹੁੰਦੇ ਆ ਤੇ ਅਸੀਂ ਇਕੱਲੇ ਹੁੰਦੇ, ਤੇ ਇੱਥੇ ਇੰਡੀਵਿਜੂਅਲ ਹੋਣਾ ਜ਼ਰੂਰੀ ਆ। ਪਰ ਕਿੱਥੇ ਹੋਣਾ ਵਾ? ਜਦੋਂ ਅਸੀਂ ਧਾਰਮਿਕ ਯਾਤਰਾ ਕਰਨੀ ਹੈ, ਇਕੱਲੇ ਯਾਤਰਾ ਕਰਨੀ ਹੈ, ਭੀੜ ਦਾ ਹਿੱਸਾ ਨਹੀਂ ਬਣਨਾ। ਹਾਂ, ਸੋਸ਼ਲ ਇਸ ਕਰਕੇ ਹੋਣਾ ਵਾ
ਕਿਉਂਕਿ ਅਸੀਂ ਸਮਾਜਿਕ ਪ੍ਰਾਣੀ ਆ ਔਰ ਸਾਡੇ ਜਿਹੜੇ ਪੈਸੇ ਆ ਉਹਦੇ ਨਾਲ ਸਾਡਾ ਆਲਾ ਦੁਆਲਾ ਹੀ ਨੂੰ ਡਿਵੈਲਪ ਕਰੀਏ। ਇਹ ਬੜਾ ਇੰਪੋਰਟੈਂਟ ਹੈ। ਦੇਖੋ ਪਤਾ ਕੀ ਇਨਸਾਨ ਦੀ ਸੋਚ ਪਤਾ ਕੀ ਹੁੰਦੀ ਆ, ਇਨਸਾਨ ਦੇ ਹੋਰ ਜਿਹੜਾ ਅਨਨੋਨ ਹੈ ਨਾ ਬੰਦਾ, ਕੋਈ ਵਿਆਰਾ ਗੈਰਾ ਜਿਹਨੂੰ ਨਹੀਂ ਜਾਣਦੇ, ਉਹ ਭਾਵੇਂ ਕਰੋੜਾਪਤੀ ਹੈ ਨਾ, ਸਾਨੂੰ ਕੋਈ ਟੈਨਸ਼ਨ ਨਹੀਂ ਹੁੰਦੀ, ਪਰ ਜਦੋਂ ਸਾਡਾ ਭੈਣ ਭਰਾ ਅੱਗੇ ਲੰਘ ਜਾਂਦਾ ਨਾ ਤੇ ਸਾਡੀ ਟੈਨਸ਼ਨ ਵੱਧ ਜਾਂਦੀ ਹੈ ਨਿਜਰ ਸਾਹਿਬ। ਉਹਦਾ ਬੱਚਾ ਕਿ ਅਫਸਰ ਲੱਗ ਗਿਆ ਨਾ ਤੇ ਸਾਡੀ ਹੋਰ ਟੈਨਸ਼ਨ ਵੱਧ ਜਾਣੀ। ਇਹਦਾ ਮਤਲਬ ਪਤਾ ਕੀ ਹੁੰਦਾ ਕਿ ਇਹ ਆਪਾਂ ਏਦਾਂ ਦੇ ਸਮਾਜ 'ਚ ਰਹਿੰਦੇ ਆ ਜਿੱਥੇ ਈਰਖਾ ਜਿਹੜੀ ਆ ਬਹੁਤ ਹੁੰਦੀ ਆ ਸਾਨੂੰ, ਸ਼ਰੀਕਾਂ ਦੇ ਨਾਲ, ਖਾਸ ਕਰਕੇ ਜਿਹੜੇ ਰਿਲੇਟਿਵ ਹੁੰਦੇ ਆ। ਇਹ ਹਰ ਕੋਈ ਬੰਦਾ ਇਸ ਚੀਜ਼ ਤੋਂ ਪੀੜਤ ਹੁੰਦਾ ਹੈ। ਇਸ ਚੀਜ਼ ਤੋਂ ਮੁਕਤ ਹੋਣ ਦਾ ਤਰੀਕਾ ਕੇਵਲ ਹੈ ਭਗਤੀ। ਜਦ ਤੱਕ ਇਨਸਾਨ ਭਗਤੀ ਨਹੀਂ ਕਰਦਾ ਤਦ ਤੱਕ ਇਹ ਜਿਹੜੀਆਂ ਦੰਦਾਂ ਨਾ ਜਿਹੜੀਆਂ ਬੱਚੀਆਂ ਇਹ ਖੁੱਲਣੀਆਂ ਨਹੀਂ। ਇਹ ਬੰਗਲੇ ਵਾਲਾ ਕੰਮ ਨਹੀਂ ਕਰਨਾ। ਆਪਾਂ ਯਥਾਰਥ ਸੱਚ ਨੂੰ ਜਾਣਨਾ ਹੈ, ਪਰਾ ਵਿਦਿਆ ਨੂੰ ਪ੍ਰਾਪਤ ਕਰਨਾ ਹੈ ਔਰ ਜਿੰਦੇ ਜੀ ਇਸ ਚੀਜ਼ ਤੋਂ ਮੁਕਤ ਹੋਣਾ। ਮਜ਼ਾ ਆ ਜਾਊਗਾ। ਬਹੁਤ ਇੰਟਰਸਟਿੰਗ ਗੇਮ ਹੈ। ਤੁਸੀਂ ਭੱਜਿਓ ਨਾ, ਤੁਸੀਂ ਡਰਿਓ ਨਾ, ਤੁਹਾਨੂੰ ਕੁਝ ਨਹੀਂ ਹੁੰਦਾ। 2 ਸਾਲ 2.5 ਸਾਲ ਲਾਤੇ ਨਾ, ਸਾਰੀ ਜ਼ਿੰਦਗੀ ਦਾ ਰਿਜ਼ਲਟ ਤੁਸੀਂ ਇੱਕ ਸਾਈਡ ਤੇ ਕੱਢ ਕੇ ਰੱਖ ਲੈਣਾ ਤੇ 2 ਸਾਲ ਸਾਈਡ ਤੇ ਰੱਖ ਲੈਣਾ। ਤੁਹਾਡਾ ਆਇਆ ਜੀਵਨ ਸਫਲ ਹੋ ਜਾਊਗਾ। ਗਰੰਟੀ ਹੈਗੀ ਆ, ਕੋਈ ਗੱਪਾਂ ਨਹੀਂ ਹੈਗੀਆਂ, ਗਰੰਟਡ। ਇਤਿਹਾਸ ਗਵਾਹ ਹੋਊਗਾ ਕਿ ਸੱਚੀ ਜੀਵਨ ਨੂੰ ਜਾਣਿਆ। ਔਰ ਮੈਂ ਕੋਈ ਖਾਲੀ ਹੱਥ ਨਹੀਂ ਚੱਲਿਆ, ਕੋਈ ਮੈਂ ਐਵੇਂ ਨਹੀਂ ਕੋਈ ਸੁੱਤਿਆਂ ਜੀਵਨ ਬਤੀਤ ਕਰਦਾ। ਔਰ ਇਸ ਅਵਸਥਾ ਨੂੰ ਬਾਣੀ ਤਸਦੀਕ ਕਰੇਗੀ। ਜਿੱਦਾਂ ਹੱਥਾਂ ਤੇ ਸਰੋਂ ਜੰਮਦੀ ਹੈ ਨਾ, ਉਸੇ ਤਰ੍ਹਾਂ ਦਾ ਅਵਸਥਾ ਤੁਹਾਡੀ ਹੋਵੇਗੀ ਔਰ ਤੁਸੀਂ ਕਮਲ ਦੇ ਫੁੱਲ ਵਾਂਗੂ ਇਸ ਸੰਸਾਰ ਦੇ ਵਿੱਚ ਰਹੋਗੇ, ਹਰ ਇੱਕ ਫਰਜ਼ ਨਿਭਾਓਗੇ ਔਰ ਇੱਕ ਬਹੁਤ ਸੁਥਰਾ ਜੀਵਨ ਬਤੀਤ ਕਰੋਗੇ ਔਰ ਗਿਆਨ ਤੁਹਾਡਾ ਆਪਣਾ ਹੋਊਗਾ। ਕਿਤਾਬੀ ਗਿਆਨ ਨਹੀਂ। ਇਹ ਗ੍ਰੰਥਾਂ 'ਚ ਜਿਹੜੀਆਂ ਅਵਸਥਾ ਲਿਖੀਆਂ ਨੇ ਇਹ ਸੇਮ ਟੂ ਸੇਮ ਅਵਸਥਾ ਤੁਹਾਨੂੰ ਪ੍ਰਾਪਤ ਹੋਣਗੀਆਂ। ਜਿੱਦਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਹੜੇ 5 ਹੈਗੇ ਨਾ, ਇਹਨਾਂ ਤੋਂ ਮੁਕਤੀ ਮਿਲੂਗੀ। ਰਾਗ ਤੋਂ, ਦਵੈਸ਼ ਤੋਂ ਮੁਕਤੀ ਮਿਲੂਗੀ। ਐਡਾ ਸੁਥਰਾ ਜੀਵਨ, ਉਸ ਸੁੱਖ ਦੀ ਕੋਈ ਕੀਮਤ ਨਹੀਂ ਹੈਗੀ। ਨਿਜਰ ਸਾਹਿਬ ਫ੍ਰੀ ਆਫ ਕਾਸਟ ਹੈ ਉਹ। ਦੇਖੋ ਪਰਮਾਤਮਾ ਇੱਕ ਐਸੀ ਚੀਜ਼ ਹੈ, ਬਾਕੀ ਪਦਾਰਥ ਤੇ ਮਿਲਦੇ ਰਹਿਣੇ ਆ, ਉਹ ਤੇ ਚਲੋ ਇਹ ਇੱਕ ਵੱਡੀ ਕਹਾਣੀ ਨਹੀਂ ਹੁੰਦੀ, ਉਹ ਤੇ ਮਿਲਣੇ ਆ। ਪਿਓਰਿਟੀ ਹੈਗੀ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਸਾਡਾ ਅੰਤਰਾਕਰਨ ਹੈ ਉਹਨੂੰ ਸਮਝ ਲਿਆ ਜਾਵੇ। ਔਰ ਅੱਜ ਆਪਾਂ ਸਮਝਿਆ ਪਰਾ ਵਿਦਿਆ ਕੀ ਹੈ ਤੇ ਅਪਰਾ ਵਿਦਿਆ ਕੀ ਹੈ। ਅਪਰਾ ਵਿਦਿਆ ਇੱਕ ਰਸਤਾ ਹੈ, ਇੱਕ ਮਾਰਗ ਹੈ ਪਰਾ ਵਿਦਿਆ ਤੱਕ ਪਹੁੰਚਣ ਦਾ। ਕਿਉਂਕਿ ਅਪਰਾ ਵਿਦਿਆ ਜਿਹੜੇ ਗ੍ਰੰਥ ਹੁੰਦੇ ਨੇ, ਇੱਥੋਂ ਸਾਨੂੰ ਮਦਦ ਮਿਲਦੀ ਹੈ। ਸਾਡੇ ਪੂਰਵਜ ਸਾਨੂੰ ਮੈਸੇਜ ਦੇ ਕੇ ਗਏ ਤੇ ਜੇਕਰ ਅਸੀਂ ਉਹ ਮੈਸੇਜ ਨੂੰ ਸਮਝੀਏ ਨਾ ਤੇ ਫਿਰ ਤੋਤਾ ਗਿਆਨ ਬਣ ਜਾਂਦਾ ਹੈ। ਤੋਤਾ ਗਿਆਨ ਫਿਰ ਬਹਿਸ ਕਰਦਾ ਕਿਉਂਕਿ ਗਿਆਨ ਨਹੀਂ ਉਹਦਾ ਹੈਗਾ, ਉਹਨੇ ਤੇ ਕਿਹਦਾ ਪੜ੍ਹ ਲਿਆ। ਹੁਣ ਜਿਹਨੇ ਪੜ੍ਹਿਆ ਨਾ ਉਹ ਬਹਿਸ ਹੀ ਕਰੂਗਾ। ਆਪ ਜਸਟ ਇੱਕ ਸੋਚੋ, ਇਤਿਹਾਸ ਗਵਾਹ ਹੈਗਾ। ਮੇਰੀ ਗੱਲ ਤੇ ਨਾ ਜਾਇਓ। ਜਦੋਂ ਗੁਰੂ ਬਾਣੀ ਉਚਾਰਨ ਕਰਦੇ ਆਪਣਾ ਨਾਂ ਤੱਕ ਨਹੀਂ ਥੱਲੇ ਲਿਖਦੇ ਨਿੱਜਾ ਸਾਹਿਬ, ਦੇਖ ਲਓ। ਕਿਉਂਕਿ ਹਉਮੈ ਨਹੀਂ ਹੈਗੀ ਨਿੱਜਾ ਸਾਹਿਬ ਉਹਨਾਂ ਦੇ ਅੰਦਰ। ਬਿਲਕੁਲ। ਇਹ ਤੇ ਚੋਰ ਲੋਕ ਨੇ ਥੱਲੇ ਆਪਣੇ ਸਾਈਨ ਕਰ ਲੈਂਦੇ ਨੇ, ਕਿਹਾ ਵੀ ਮੇਰੀ ਬਾਣੀ ਆ ਮੇਰਾ। ਉਹ ਤੇ ਨਿੱਜਾ ਸਾਹਿਬ ਵੇਖੋ, ਉਹਨਾਂ ਨੂੰ ਤੇ ਲੱਭਣਾ ਪੈਂਦਾ, ਖੋਜ ਕਰਨੀ ਪਊਗੀ ਤੁਹਾਨੂੰ ਜਾ ਕੇ ਕਿ ਬਈ ਆ ਬਾਣੀ ਕਿਹਨੇ ਉਚਾਰਨ ਕੀਤੀ ਆ। ਦੱਸਦੇ ਨਹੀਂ ਉਹ। ਔਰ ਦੱਸਣਗੇ ਕਿ ਹਾਂਜੀ ਕਹਿੰਦੇ ਬਾਣੀ ਤੁਹਾਡੀ ਆ, ਕਹਿੰਦੇ ਸਾਨੂੰ ਅੱਗੋਂ ਮਿਲੀ ਆ। ਬਿਲਕੁਲ ਨਿੱਜਾ ਸਾਹਿਬ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਜਾਨ ਮੇ ਲਾ ਲਓ। ਉਹ ਕਹਿੰਦੇ ਸਾਡੀ ਨਹੀਂ ਹੈਗੀ। ਇਹਦਾ ਮਤਲਬ ਨਹੀਂ ਉਹਨਾਂ ਦੀ ਹੈ, ਉਹਨਾਂ ਦੀ ਆ। ਪਰ ਦੱਸਦੇ ਕਹਿੰਦੇ ਸਾਡੀ ਨਹੀਂ ਹੈਗੀ, ਇਹ ਪਤਾ ਨਹੀਂ ਕਿੱਥੋਂ ਆਈ ਹੈ, ਸਾਨੂੰ ਨਹੀਂ, ਸਾਡੇ ਬਜ਼ੁਰਗਾਂ ਨੇ ਦੱਸਿਆ। ਫਿਰ ਉਹਨੂੰ ਕਹਿੰਦੇ ਉਹ ਬਜ਼ੁਰਗ ਹੋਰ ਕੋ ਜਾਓਗੇ ਤੇ ਉਹ ਕਹਿੰਦੇ ਸਾਨੂੰ ਵੀ ਨਹੀਂ ਪਤਾ ਪਿੱਛੋਂ ਆਈ। ਮਤਲਬ ਏਦਾਂ ਦਾ ਮਤਲਬ ਕਾਰਨ ਨਹੀਂ ਉਹਨਾਂ ਨਹੀਂ ਲਿਖੀ ਉਹਨਾਂ ਹੀ ਆ, ਪਰ ਹਉਮੈ ਨਹੀਂ ਹੈਗੀ। ਅੱਜ ਕੱਲ ਇਹ ਨਹੀਂ ਕਿ ਬੰਦਾ ਕਿਸੇ ਦੇ ਪੇਪਰ ਵੇਖ ਕੇ ਥੱਲੇ ਸਾਈਨ ਕਰ ਦਿੰਦਾ ਕਿ ਮੇਰੇ ਹੈਗੇ, ਪੇਟੈਂਟ ਕਰਾ ਲੈਂਦਾ ਮੇਰੇ ਨਾਂ ਤੇ। ਤੋ ਇਹ ਚੀਜ਼ਾਂ ਬੜੀਆਂ ਤੜੀਆਂ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦੇ ਨੇ ਤੇ ਐਸਾ ਕੰਮ ਨਹੀਂ ਕਰਦੇ ਕਿ ਜਿਹਦੇ ਕਰਕੇ ਉਹ ਪ੍ਰਮਾਤਮਾ ਉਹਨਾਂ ਤੋਂ ਨਾਰਾਜ਼ ਹੋ ਜਾਏ। ਤੋ ਇਹ ਦੇਖੋ ਇਹਨਾਂ ਦੀ ਸੋਚ। ਹਾਂਜੀ ਨਿੱਜਾ ਸਾਹਿਬ ਅੱਜ ਸ਼ੁਰੂ ਕਰੀਏ। ਹਾਂਜੀ। ਸ਼ਲੋਕ ਸਾਹਿਤ ਸਕ੍ਰਿਤੀ ਮਹਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦਨ, ਸਿਲ ਪੂਜਸ ਬਗਲ ਸਮਾਦਨ। ਕਹਿੰਦੇ ਧਰਮ ਦੇ ਨਾਮ ਦੇ ਉੱਤੇ ਸਾਰੇ ਧਾਰਮਿਕ ਗ੍ਰੰਥ ਪੜ੍ਹਦੇ ਆ। ਧਾਰਮਿਕ ਗ੍ਰੰਥ ਪੜ੍ਹ ਕੇ ਜਿਹੜਾ ਹੈਗਾ ਸੰਧਿਆ ਬਾਦਨ, ਸੰਧਿਆ ਮਤਲਬ ਜਿਹੜਾ ਹੈਗਾ 3 ਵਾਰੀ ਜਿਹੜਾ ਹੈਗਾ ਭਗਤੀ ਕਰਦੇ। ਸੰਧਿਆ ਮਤਲਬ ਭਗਤੀ ਕਰਨੀ। ਪੜ੍ਹ ਪੁਸਤਕ ਸੰਧਿਆ ਬਾਦਨ ਔਰ ਵਿਵਾਦ ਵੀ ਕਰਦਾ ਹੈ, ਬਾਤ ਵੀ ਕਰਦਾ ਹੈ, ਚਰਚਾ ਵੀ ਕਰਦਾ ਹੈ ਉਸ ਦੀ ਗਿਆਨ ਦੀ। ਸਿਲ ਪੂਜਸ ਬਗਲ ਸਮਾਦਨ। ਕਹਿੰਦੇ ਸਿਲਾ ਵੀ ਪੂਜਦਾ ਹੈ, ਪੱਥਰ ਦੀ ਮੂਰਤੀ, ਪੱਥਰ ਨੂੰ ਵੀ ਪੂਜਦਾ ਹੈ ਤੇ ਸਮਾਧੀ ਵੀ ਲਾਉਂਦਾ ਹੈ, ਬਗਲੇ ਵਾਂਗੂ ਸਮਾਧੀ ਲਾਉਂਦਾ ਹੈ। ਉਹਦੀ ਜਿਹੜੀ ਹੈ ਮਨ ਜਿਹੜਾ ਹੈਗਾ ਨਹੀਂ ਸਮਾਧੀ ਦੇ ਵਿੱਚ ਜਿਹੜਾ ਹੈਗਾ ਮਨ ਨੂੰ ਫੜਦਾ ਨਹੀਂ, ਵਿਚਾਰਾਂ ਨੂੰ ਰੋਕਦਾ ਨਹੀਂ ਹੈਗਾ।
ਮੁਖ ਝੂਠ ਵਿਭੂਕਣ ਸਾਰੰਗ, ਮੁਖ ਦੇ ਉੱਤੇ ਝੂਠ ਹੈਗਾ, ਗਹਿਣੇ ਵਾਂਗੂ ਸਜਾਇਆ ਹੋਇਆ ਹੈ। ਸਾਰ ਉਹਦਾ ਇਹੀ ਝੂਠ ਹੀ ਆ। ਜੀਵਨ ਦਾ ਤੱਤ ਜਿਹੜਾ ਹੈਗਾ, ਜੀਵਨ ਦਾ ਜਿਹੜਾ ਹੈਗਾ, ਜਿਹੜੇ ਉਹਦੀ ਜੀਣ ਦਾ ਜਿਹੜਾ ਹੈਗਾ ਸਾਰ ਵਸਤੂ ਜੀਣ ਦੀ ਹੈ, ਉਹ ਖਾਲੀ ਮਾਇਆ ਦੇ ਵਾਸਤੇ, ਝੂਠ ਦੇ ਵਾਸਤੇ ਜੀ ਰਿਹਾ ਹੈ। ਤ੍ਰੈਪਾਲ ਤਿਹਾਲ ਵਿਚਾਰਨ, 3 ਪਾਲਾਂ ਵਾਲੀ ਜਿਹੜੀ ਹੈਗੀ ਹੈ ਗਾਇਤਰੀ ਦੀ ਜਿਹੜੀ ਹੈਗੀ ਹੈ, ਇਹ 3 ਵਾਰੀ ਜਿਹੜਾ ਹੈਗਾ 3 ਵਾਰੀ ਇਹਦਾ ਪਾਠ ਕਰਦਾ ਹੈ, ਇਹਦੀ ਵਿਚਾਰ ਕਰਦਾ ਹੈ। ਹਾਂਜੀ ਵੀਰ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਪਹਿਲੀ ਤੁਕ ਵਿੱਚ ਲਿਖਿਆ ਗੁਰੂਆਂ ਨੇ, ਪੜ ਪੁਸਤਕ ਸੰਧਿਆ ਬਾਦਨ। ਹਾਂਜੀ। ਸੰਧਿਆ ਦਾ ਮਤਲਬ ਹੁੰਦਾ, ਸੰਧਿਆ ਦਾ ਮਤਲਬ ਜਿਸ ਦਾ ਸੰਧਿਆ ਦਾ ਮਤਲਬ ਹੈ ਪਾਠ ਪੂਜਾ। ਠੀਕ ਹੈ। ਇਹ ਪਤਾ ਕੀ ਕਹਿੰਦੇ ਨੇ ਕਿ ਇਹ ਪਖੰਡੀ ਦੀ ਗੱਲ ਕਰ ਰਹੇ ਨੇ। ਉਹ ਪਖੰਡੀ, ਪਤਾ ਤੁਹਾਨੂੰ ਪਖੰਡ? ਖੇਖਣ ਕਰਦੇ ਨੇ ਲੋਕੀ, ਖੇਖਣ ਕਰਦੇ ਹੁੰਦੇ ਨਹੀਂ, ਬਸ ਖੇਖਣ ਕਰਦੇ, ਬਸ ਐਕਟ। ਇਹ ਕੀ ਕਰਦੇ ਕਿ ਇਹ ਲੋਕ ਜੀਵਨ ਦਾ ਪ੍ਰਯੋਜਨ ਨਹੀਂ ਹੈਗਾ ਉਹਨਾਂ ਦਾ, ਜਿਹੜਾ ਹੈਗਾ ਭਗਤੀ, ਜੀਵਨ ਦਾ ਪ੍ਰਯੋਜਨ ਨਹੀਂ ਹੈ ਬਸ ਆਹੀ। ਅਸਲ ਦੇ ਵਿੱਚ ਨਿੱਜਰ ਸਾਹਿਬ ਉਹ ਕੀ ਕਰਦੇ ਆ ਕਿ ਇਹ ਪਖੰਡੀ ਹੁੰਦੇ ਨੇ। ਧਰਮ ਦੇ ਵਿੱਚ ਪਖੰਡੀ ਬੜੇ ਹੁੰਦੇ ਨੇ ਨਿੱਜਰ ਸਾਹਿਬ, ਤੇ ਜ਼ਿਆਦਾ ਹੀ ਪਖੰਡੀ ਨੇ। ਇਹ ਕੀ ਕਰਦੇ ਨੇ ਨਿੱਜਰ ਸਾਹਿਬ? ਇਹ ਲੋਕ ਏਦਾਂ ਕਰਦੇ ਆ ਕਿ ਇਹ ਅੰਧਕਾਰ 'ਚ ਚੱਲ ਜਾਂਦੇ ਨੇ। ਜੇ ਤੇ ਗਿਆਨ 'ਚ ਹੋਣ ਤੇ ਨਿੱਜਰ ਸਾਹਿਬ ਇਹੋ ਜਿਹਾ ਕੰਮ ਹੀ ਨਾ ਕਰਨ। ਇਹ ਇਹਨਾਂ ਨੇ ਕੀਤਾ ਕਿ ਆਪਣਾ ਬਾਹਰੀ ਜੀਵਨ ਜਿਹੜਾ ਆਪਣਾ ਭੇਸ ਬਦਲ ਲਿਆ, ਦਿਖਾਵਾ ਜੋ ਵੀ ਕਰਦੇ ਨਾ, ਉਹ ਮਤਲਬ ਉਹੀ ਨਿੱਜਰ ਸਾਹਿਬ ਉਹੀ ਅਪਰਾ ਵਿਦਿਆ ਦੇ ਵਿੱਚ ਬੈਠੇ ਰਹਿੰਦੇ ਨੇ। ਔਰ ਇਹ ਕੀ ਕਰਦੇ ਆ ਕਿ ਆਪਣੇ ਹੰਕਾਰ ਦੀ ਤ੍ਰਿਪਤੀ ਕਰਦੇ ਆ। ਔਰ ਕੀ ਕਰਦੇ ਆ, ਇੱਕ ਢੋਂਗੀਆਂ ਦੇ ਵਾਂਗੂ, ਇੱਕ ਪਖੰਡੀਆਂ ਦੇ ਵਾਂਗੂ ਦਿਖਾਉਂਦੇ ਆ ਕਿ ਅਸੀਂ ਹੈ ਗਿਆਨੀ ਆ। ਬਿਲਕੁਲ ਇਹਨਾਂ ਦਾ ਜਿਹੜਾ ਆਊਟਲੁੱਕ ਹੁੰਦਾ ਹੈ, ਇਹ ਜਿੱਦਾਂ ਬੰਗਲੇ ਤੇ ਹੰਸ ਤੇ ਤੁਸੀਂ ਵੇਖੋਗੇ ਨਾ ਤਾਂ ਫਰਕ ਨਹੀਂ ਹੈਗਾ, ਪਰ ਅੰਦਰ ਬ੍ਰਿਤੀ ਦਾ ਫਰਕ ਹੁੰਦਾ ਨਿੱਜਰ ਸਾਹਿਬ। ਠੀਕ ਹੈ ਨਿੱਜਰ ਸਾਹਿਬ? ਕਿਉਂਕਿ ਇਹਨਾਂ ਦਾ ਨਾ ਐਕਚੁਅਲੀ ਗੁਰਕੀ ਸਾਹਿਬ ਜਿਹੜਾ ਇਹਨਾਂ ਦਾ ਮਕਸਦ ਹੈਗਾ ਨਾ, ਇਹਨਾਂ ਦਾ ਮਕਸਦ ਜਿਹੜਾ ਹੈਗਾ ਮਾਇਆ ਹੈਗੀ। ਇਹਨਾਂ ਦਾ ਮਕਸਦ ਜਿਹੜਾ ਹੈਗਾ ਪੈਸਾ ਹੈ ਨਾ। ਇਹ ਧਰਮ ਨੂੰ ਜਿਹੜਾ ਹੈਗਾ, ਇਹ ਧਰਮ ਨੂੰ ਵੀ ਜਿਹੜਾ ਹੈਗਾ ਇਹ ਪੈਸੇ ਦੇ ਬਦਲੇ ਜਿਹੜੇ ਹੈਗੇ ਧਰਮ ਜਿਹੜਾ ਹੈਗਾ ਪੈਸੇ ਵਾਸਤੇ ਧਰਮ ਨੂੰ ਕਮਾਉਂਦੇ ਆ। ਇਹ ਪੈਸਾ ਕਮਾਉਣ ਦੇ ਵਾਸਤੇ ਧਰਮ ਧਾਰਮਿਕ ਦਿਸਦੇ ਆ, ਕਿਉਂਕਿ ਇਹਨਾਂ ਦਾ ਮਕਸਦ ਜਿਹੜਾ ਹੈਗਾ ਪੈਸਾ ਹੈਗਾ। ਹਾਂਜੀ ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ, ਇੱਥੇ 2 ਕਿਸਮ, ਇਹ ਕਈ ਵਾਰੀ ਤੇ ਪੈਸਾ ਵੀ ਹੁੰਦਾ ਤੇ ਕਈ ਵਾਰੀ ਨਾ ਸੂਖਮ ਹੰਕਾਰ ਵੀ ਹੁੰਦਾ ਨੇ। ਜੇ ਸਾਹਿਬ ਹਉਮੈ ਧਰਮ ਦੇ ਵਿੱਚ ਵੀ ਸਤੋਗੁਣੀ ਹੰਕਾਰ ਵੀ ਹੁੰਦਾ। ਜੇ ਉਹਨੂੰ ਬੇਸ਼ੱਕ ਘਰੋਂ ਉਹਨੇ ਪੈਸਾ ਪੂਆ ਨਹੀਂ ਨਾ ਚੋਰੀ ਲੈਣਾ, ਮਤਲਬ, ਪਰ ਉਹ ਇੱਕ ਸੂਖਮ ਹੰਕਾਰ ਹੁੰਦਾ ਗਿਆਨੀ ਹੋਣ ਦਾ। ਨਿੱਜਰ ਸਾਹਿਬ ਇਹ ਵੀ ਬੜਾ ਪੰਗਾ ਜੀ। ਇਸ ਕਰਕੇ ਹੰਕਾਰ ਜਿਹੜਾ ਬੜਾ ਹੁੰਦਾ ਖਤਰਨਾਕ, ਰਜੋਗੁਣੀ ਹੁੰਦਾ, ਤਮੋਗੁਣੀ ਹੁੰਦਾ, ਸਤੋਗੁਣੀ ਵੀ ਹੰਕਾਰ ਹੁੰਦਾ ਵਾ। ਉਹ ਸਤੋਗੁਣੀ ਏਦਾਂ ਹੁੰਦਾ ਕਿ ਉਸ ਬੰਦੇ ਨੇ ਕੀ ਕੀਤਾ ਕਿ ਆਪਣੇ ਹੰਕਾਰ ਨੂੰ ਧਰਮ 'ਚ ਟ੍ਰਾਂਸਫਰ ਕਰਤਾ, ਔਰ ਉਹ ਸੰਸਾਰ ਤੋਂ ਉਲਟਾ ਵੀ ਚੱਲ ਸਕਦਾ ਹੈ, ਦਿਖਾ ਸਕਦਾ ਲੋਕਾਂ ਨੂੰ ਕਿ ਮੈਂ ਬੜਾ ਤਿਆਗੀ ਹਾਂ, ਮੈਂ ਤਿਆਗ ਕਰਦਾ ਸਾਰਾ ਕੁਝ। ਪਰ ਅਸਲ ਦੇ ਵਿੱਚ ਨਿੱਜਰ ਸਾਹਿਬ ਉਹ ਹੰਕਾਰੀ ਮਨੁੱਖ ਹੁੰਦਾ। ਜਦਕਿ ਬਾਹਰੀ ਜਿਹੜਾ ਦਿਖਾਵਾ ਦੇ ਰਿਹਾ ਨਿੱਜਰ ਸਾਹਿਬ, ਇਹਦਾ ਤਿਆਗ ਕਰਨ ਦੀ ਲੋੜ ਨਹੀਂ ਹੈਗੀ। ਇਹ ਤੇ ਸਾਡੇ ਜੀਵਨ ਦਾ ਹਿੱਸਾ। ਜੇ ਕੰਮ ਨਹੀਂ ਕਰਾਂਗੇ ਤੇ ਪੈਸੇ ਕਿੱਥੋਂ ਆਉਣਗੇ? ਬਿਲਕੁਲ। ਔਰ ਖਾਸ ਕਰਕੇ ਸਾਧ ਸੰਗਤ ਜੀ, ਇਹ ਜਿਹੜੇ ਵਿਹਲੜ ਲੋਕ ਹੁੰਦੇ ਨੇ, ਵਿਹਲੜ, ਆਪ ਜਸਟ ਆਪਣਾ ਚੈੱਕ ਕਰੀਏ, ਆਪਣੇ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਲੋੜ ਪਈ ਉੱਥੇ ਕਰਤਾਰਪੁਰ 'ਚ ਖੇਤੀ ਕਰਨ ਦੀ? ਉਹ ਨਹੀਂ ਵਿਹਲੇ ਬਹਿ ਕੇ ਖਾ ਸਕਦੇ ਸੀ। ਆ ਕਬੀਰ ਜੀ ਦੇਖੋ, ਕਬੀਰ ਜੀ ਸਾਰੀ ਜ਼ਿੰਦਗੀ ਕੰਮ ਕਰਦੇ ਰਹੇ। ਰਵਿਦਾਸ ਜੀ ਵੇਖੋ ਜੁੱਤੀਆਂ ਗੰਢਣ ਦੇ ਆ। ਬਾਕੀ ਜਿੰਨੇ ਵੀ ਤੁਸੀਂ ਚੈੱਕ ਕਰ ਲਓ ਸਾਰੇ ਭਗਤ ਹੋਏ ਨੇ, ਉਹਨਾਂ ਕੰਮ ਕੀਤਾ। ਉਹ ਤੇ ਸਾਰੇ ਗ੍ਰਸਤੀ ਸਨ, ਕੰਮ ਕਰਨ ਵਾਲੇ ਸਨ। ਕੋਈ ਵਿਹਲੜ ਥੋੜੀ ਸੀ ਕਿ ਲੋਕਾਂ ਦੀ ਭੀਖ ਤੇ ਆਪਣਾ ਜੀਵਨ ਬਤੀਤ ਕਰਦੇ ਸਨ, ਲੋਕਾਂ ਦੇ ਪੈਸਿਆਂ ਤੇ ਮਤਲਬ ਰਹਿ ਰਹੇ ਸੀ। ਇਹਦਾ ਕਾਰਨ ਸੀ ਉਹਨਾਂ ਨੂੰ ਪਤਾ ਵਾ ਕਿ ਇਹ ਲੋਕਾਂ ਦਾ ਪੈਸਾ ਜਿਹੜਾ ਉਹਨਾਂ ਵਰਤਿਆ ਨਹੀਂ, ਨਾ ਉਹਨਾਂ ਲਿਆ। ਪਰ ਇਹ ਅਸਲ ਇਹ ਪੈਸਾ ਨਿੱਜਰ ਸਾਹਿਬ ਕੋਈ ਚੰਗਾ ਪੈਸਾ ਨਹੀਂ ਹੁੰਦਾ, ਇਹ ਬਹੁਤ ਮਾੜਾ ਪੈਸਾ ਹੁੰਦਾ। ਪਰਮਾਤਮਾ, ਮੈਂ ਸੋਚਦਾ ਕਿ ਜੇਕਰ ਪਰਮਾਤਮਾ ਦਾ ਪੈਸਾ ਜਿਹੜਾ ਉਹਦੇ ਚਰਨਾਂ 'ਚ ਲੋਕਾਂ ਨੇ ਅਰਪਣ ਕੀਤਾ ਹੈ, ਔਰ ਜੇ ਕੋਈ ਬੰਦਾ ਆਪਣੇ ਜੀਵਨ ਬਤੀਤ ਕਰਨ ਵਾਸਤੇ ਵਰਤਦੇ ਆ, ਤੇ ਇਸ ਤੋਂ ਮੰਦਭਾਗੀ ਘਟਨਾ ਕੋਈ ਹੋਰ ਨਹੀਂ ਹੋ ਸਕਦੀ। ਹਾਂਜੀ ਨਿੱਜਰ ਸਾਹਿਬ ਅਭੀ ਤੋਂ ਸਿਲ ਪੂਜਸ ਬਗਲ ਸਮਾਧਨ, ਸਿਲਾ ਪੂਜਦੇ ਆ, ਬਗਲੇ ਵਾਂਗੂ ਸਮਾਧ ਲਾਉਂਦੇ ਆ। ਅਸਲੀ ਸਮਾਧੀ ਮਨ ਨੂੰ ਫੜਦੇ ਨਹੀਂ ਹੈ। ਮੁੱਖ ਝੂਠ ਵਿਭੂਖਣ ਸਾਰੰਗ, ਮੁੱਖ 'ਚ ਝੂਠ ਆ, ਗਹਿਣਿਆਂ ਵਾਂਗੂ ਜਿਹੜਾ ਹੈਗਾ ਸਜਾਇਆ ਹੋਇਆ, ਝੂਠ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਹੋਇਆ। ਸਾਰ ਤ੍ਰੈਪਾਲ ਤਿਹਾਲ ਵਿਚਾਰਨ, 3 ਪਾਲਾਂ ਵਾਲਾ ਜਿਹੜਾ ਹੈਗਾ, ਇਹ ਤਿਹਾਲ ਕਹਿੰਦੇ 3 ਵਾਰੀ ਜਿਹੜੇ ਹੈਗੇ ਆ, ਇਹ 3 ਟਾਈਮ ਜਿਹੜੇ ਹੈਗੇ ਆ ਉਹਨਾਂ ਦਾ ਨੇਮ ਹੈਗਾ। ਇਹ ਵਿਚਾਰ ਕਰਦੇ ਆ। ਗਲੇ ਮਾਲਾ ਤਿਲਕ ਲਲਾਟੰ, ਗਲ 'ਚ ਮਾਲਾ ਹੈਗੀ, ਔਰ ਮੱਥੇ ਤੇ ਤਿਲਕ ਵੀ ਲਾਉਂਦੇ ਆ।
ਦੋਏ ਧੋਤੀ ਵਸਤਰ ਕਪਾਟਨ, 2 ਧੋਤੀਆਂ ਹੈਗੀਆਂ ਤੇ ਸਿਰ ਢੱਕ ਕੇ ਰੱਖਦੇ ਆ। ਜੋ ਜਾਣਸ ਬ੍ਰਹਮੰ ਕਰਮੰ, ਕਹਿੰਦੇ ਜਿਹੜਾ ਬ੍ਰਹਮ ਦਾ ਕਰਮ, ਜੋ ਜਾਣਸ, ਜਿਹੜਾ ਵੀ ਬ੍ਰਹਮ ਦਾ ਵੀ ਭਗਤੀ ਕੀ ਹੈਗੀ, ਪਰਮਾਤਮਾ ਦੀ ਭਗਤੀ ਕੀ ਹੈ, ਬ੍ਰਹਮ ਦਾ ਕਰਮ ਕੀ ਹੈਗਾ, ਬ੍ਰਹਮ ਦੇ ਨਾਲ ਮਿਲਣ ਦਾ ਜਿਹੜਾ ਹੈਗਾ, ਆਤਮਾ ਦੇ ਨਾਲ ਜਿਹੜੀ ਹੈਗੀ ਆ ਆਤਮ ਗਿਆਨ ਦੇ ਵਾਸਤੇ ਕੀ ਕਰਮ ਕਰਨਾ ਹੈਗਾ, ਜਿਹੜਾ ਉਸ ਨੂੰ ਜਾਣਦਾ ਹੈਗਾ। ਸਭ ਫੋਕਟ ਨਿਸ਼ਚੈ ਕਰਮੰ, ਉਹ ਕਹਿੰਦਾ ਸਾਰਾ ਦਾ ਸਾਰਾ ਫੋਕਟ ਹੈਗਾ ਭਾਈ ਨਿਸ਼ਚੈ। ਕਹਿੰਦੇ ਬਿਲਕੁਲ ਫੋਕਟ, ਸਾਰਾ ਦਾ ਸਾਰਾ ਫੋਕਟ ਕਰਮ ਆ, ਕਿਉਂਕਿ ਉਹਨੂੰ ਪਤਾ ਆ ਬਈ ਅਸਲੀ ਜਿਹੜੀ ਹੈਗੀ ਭਗਤੀ ਕੀ ਹੈਗੀ ਆ। ਉਹ ਹੈਗੀ ਕਹੋ ਨਾਨਕ ਨਿਸ਼ਚੋ ਧਿਆਵੈ, ਕਹਿੰਦੇ ਪਰਮੇਸ਼ਰ ਦੇ ਉੱਤੇ ਭਾਵਨਾ ਦੇ ਨਾਲ, ਨਿਸ਼ਚੈ ਦੇ ਨਾਲ ਮਾਲਕ ਪਰਮਾਤਮਾ ਦਾ ਧਿਆਨ ਸਿਮਰਨ ਕਰੇ, ਅੰਦਰੋਂ ਮਨ ਲਾ ਕੇ। ਬਿਨ ਸਤਿਗੁਰ ਬਾਟ ਨਾ ਪਾਵੈ, ਬਗੈਰ ਗੁਰੂ ਤੋਂ ਜਿਹੜਾ ਹੈਗਾ ਇਹ ਰਸਤਾ ਨਹੀਂ ਲੱਭਦਾ। ਹਾਂਜੀ ਵੀਰ, ਹਾਂਜੀ ਬਿਲਕੁਲ ਠੀਕ ਹੈ ਜੀ। ਉੱਤੇ ਆ ਜਾਈਏ ਸਿਲ ਪੂਜੇ, ਹਨਾ? ਬਿਲਕੁਲ ਸਿਲ ਪੂਜਦੇ ਨੇ। ਸੂਲ ਦਾ ਮਤਲਬ ਹੁੰਦਾ ਪੱਥਰਾਂ ਨੂੰ। ਪੱਥਰਾਂ ਦਾ ਮੈਂ ਕਹਿਣ ਤੋਂ ਭਾਵ ਕਿ ਜਿਹੜੇ ਇਨਸਾਨਾਂ ਨੇ ਪਰਮਾਤਮਾ ਬਣਾਇਆ, ਨਕਲੀ ਪਰਮਾਤਮਾ, ਮੂਰਤੀਆਂ, ਬਗਲ ਸਮਾਧੀ, ਮੂਰਤੀਆਂ ਸਾਰੀਆਂ ਆ ਜਾਂਦੀਆਂ। ਉਹ ਧਾਰਮਿਕ ਸਥਾਨ ਵੀ ਆ ਜਾਂਦੇ ਜੀ। ਬਿਲਕੁਲ ਇਹਨਾਂ ਮਨ ਚ ਵਰਤਾ ਕੱਲ ਨੂੰ ਕਹਿ ਦਿਓ ਕਿਸੇ ਗੁਰਦੁਆਰੇ ਦੀ ਪੂਜਾ ਕਰਨੀ। ਨਹੀਂ, ਬਿਲਕੁਲ ਸਹੀ ਗੱਲ ਹੈ ਤੁਹਾਡੀ, ਬਹੁਤ ਵਧੀਆ ਜੀ। ਆਪਣੀ ਮੰਜੀ ਥੱਲੇ ਆਪਾਂ ਡਾਂਗ ਜ਼ਰੂਰ ਮਾਰੀਏ ਪਹਿਲਾਂ। ਹਾਂ, ਕਿਉਂਕਿ ਜਦੋਂ ਆਪਾਂ ਕਥਾ ਕਰ ਰਹੇ ਹਾਂ ਤੇ ਇਹਦੇ ਵਿੱਚ ਸਾਰੇ ਕੁਝ ਆ ਜਾਂਦਾ ਵਾ। ਇਹ ਨਹੀਂ ਕਹੀਂ ਆਪਣੇ ਆਪ ਨੂੰ ਛੱਡ ਦਈਏ ਤੇ ਮੁੜ ਕੇ ਬਾਹਰੋਂ ਧੋਤੀ ਤੁੰਬੜੀ ਤੇ ਅੰਦਰੋਂ ਵੇਸਣ ਬੋਰ ਕੇ ਆਈ, ਸਾਨੂੰ ਨਹੀਂ ਕਿਹਾ ਗਿਆ, ਸਾਨੂੰ ਵੀ ਵਿੱਚੇ, ਇਹ ਸਾਰਿਆਂ ਲਈ ਕਿਹਾ ਗਿਆ। ਤੇ ਬਗਲ ਸਮਾਧੀ ਮਤਲਬ ਬਗਲਾ ਤੁਸੀਂ ਵੇਖੋਗੇ ਨਾ, ਬਗਲਾ ਉਹ ਬੈਠਾ ਹੁੰਦਾ ਐ, ਸਮਾਧੀ ਨਹੀਂ ਹੈ ਬਿਲਕੁਲ। ਤੁਸੀਂ ਦੇਖੋਗੇ ਕਹੋਗੇ ਇੱਕ ਚਰਨਜੀਤ ਰੂਪੀ ਬੰਗਲਾ ਬੈਠਾ ਹੈ, ਵੱਡਾ ਸ਼ਾਂਤ, ਬਿਲਕੁਲ ਕੋਈ ਹਿਲ ਜੁਲ ਨਹੀਂ, ਅੰਤਰ ਧਿਆਨ। ਪਰ ਅਸਲ ਵਿੱਚ ਸਮਾਧੀ ਨਹੀਂ ਹੁੰਦੀ। ਉਹਦੇ ਅੰਦਰ ਜਿਹੜੀ ਹੁੰਦੀ ਉਹਦੀ ਜਿਹੜੇ ਅੰਦਰ ਇੱਛਾ ਹੁੰਦੀ ਮੱਛੀਆਂ ਨੂੰ ਫੜਨ ਦੀ, ਉਹ ਕੀੜੇ ਕੁੜੇ ਖਾਂਦਾ। ਇਸੇ ਹੀ ਤਰ੍ਹਾਂ ਇਹ ਬੰਗਲੇ ਨੂੰ ਵਰਤਿਆ ਗਿਆ। ਉਹ ਹੰਸ ਨਹੀਂ ਹੁੰਦਾ। ਹੰਸ ਦਾ ਮਤਲਬ, ਹੰਸ ਕੀ ਕਰਦਾ ਹੈ? ਹੰਸ ਨੂੰ ਤੁਸੀਂ ਮੰਨ ਲਓ ਕਿ 100 ਨਕਲੀ ਮੋਤੀਆਂ ਚ 2-4 ਅਸਲੀ ਪਾਤੇ ਨਾ, ਤੇ ਹੰਸ ਨੂੰ ਪਤਾ ਕਿ ਅਸਲੀ ਕਿਹੜੇ ਨੇ, ਵਿੱਚੇ ਮੋਤੀ ਅਸਲੀ ਕੱਢ ਲੈਣੇ ਆ ਤੇ ਨਕਲੀ ਛੱਡ ਦੇਣੇ। ਹੁਣ ਇੰਨਾ ਗਿਆਨ ਹੁੰਦਾ। ਇਹ ਜਿਹੜੀ ਅਪਰਾ ਵਿਦਿਆ ਨਾ, ਜੇਕਰ ਆਪਾਂ ਧਿਆਨ ਨਾਲ ਸਮਝਦੇ ਆ ਨਾ, ਤੇ ਅਸੀਂ ਹੰਸ ਦੀ ਬ੍ਰਿਤੀ ਵਾਲੇ ਹੋ ਜਾਂਦੇ ਆ। ਪਰ ਫੈਸਲਾ ਆਖਰ ਦੇ ਵਿੱਚ ਸਾਡਾ ਵਾ। ਇਹ ਗੱਲ ਯਾਦ ਰੱਖਣੀ। ਗ੍ਰੰਥ ਕੇਵਲ ਸਾਡਾ ਮਾਰਗਦਰਸ਼ਨ ਕਰਦੇ ਨੇ। ਨਿਜਾ ਸਾਹਿਬ, ਇਹ ਨਿਜਾ ਸਾਹਿਬ, ਇਹ ਇੱਕ ਬਹੁਤ ਵੱਡੀ ਇੱਕ ਵਿਡੰਬਨਾ ਹੈ। ਉਹ ਕਹਿੰਦੇ ਆ ਕਿ ਪਰਮਾਤਮਾ ਜਪਾਊਗਾ ਤੇ ਜਪਾਂਗੇ। ਇਹ ਨਹੀਂ, ਪਰਮਾਤਮਾ ਨੇ ਸਾਨੂੰ ਸਾਰੀ ਚੀਜ਼ਾਂ ਆਪਸ਼ਨ ਦਿੱਤੇ ਆ। ਆਖਰ ਦੇ ਵਿੱਚ ਫੈਸਲਾ ਸਾਧ ਸੰਗਤ ਜੀ ਸਾਡਾ ਆਪਣਾ। ਗ੍ਰੰਥਾਂ ਨੇ ਕੇਵਲ ਤਸਦੀਕ ਕਰਨਾ ਹੁੰਦਾ ਹੈ। ਇਹ ਮੂਰਤੀਆਂ, ਆ ਬੰਗਲੇ ਵਾਲੀਆਂ ਗੱਲਾਂ, ਇਹ ਸੱਚ ਜਾਂ ਨਹੀਂ ਸੱਚ, ਇਹਦੀ ਪਰਖ ਤੂੰ ਹੀ ਕਰਨੀ ਆ। ਸਹੀ ਨੇ ਜੀ ਸਾਹਿਬ? ਬਿਲਕੁਲ ਠੀਕ ਹੈ ਜੀ। ਅਗਲਿਆਂ ਨੇ ਤੇ ਦੱਸਦਾ ਵਾ ਕਿ ਇਹ ਜਿਹੜਾ ਏਦਾਂ ਦਾ ਕਰਮ ਚੱਲਦਾ ਪਿਆ ਸੰਸਾਰ ਤੇ, ਔਰ ਤੁਸੀਂ ਦੇਖੋ ਕੋਈ ਬੰਗਲੇ ਇਹਦੇ ਲਾਗੇ ਤੇ ਨਹੀਂ ਬੈਠੇ ਕਿਤੇ। ਤੇ ਕਹਿੰਦੇ ਮੁੱਖ ਝੂਠ ਵਿਭੂਖਣ ਸਾਰਨ, ਮੂੰਹ ਤੇ ਝੂਠ ਹੈਗਾ। ਝੂਠ ਨੂੰ ਇਸ ਤਰ੍ਹਾਂ ਗਹਿਣੇ ਵਾਂਗੂ ਸਜਾਇਆ ਹੋਇਆ। ਸਾਰ ਜਿਹੜਾ ਹੈਗਾ ਝੂਠ ਹੀ ਆ ਉਹਦਾ, ਬਸ ਮੂੰਹ ਦੇ ਨਾਲ, ਮੂੰਹ ਦੇ ਉੱਤੇ ਇੰਨਾ ਝੂਠ ਹੈਗਾ ਉਹਦੇ। ਗੱਲਬਾਤ ਹਰੇਕ ਗੱਲ ਦੇ ਵਿੱਚ ਝੂਠ ਹੈਗਾ ਉਹਦੇ, ਔਰ ਉਸ ਝੂਠ ਨੂੰ ਇਸ ਤਰ੍ਹਾਂ ਬੋਲ ਰਿਹਾ ਜਿਵੇਂ ਸੱਚ ਹੁੰਦਾ। ਹਾਂ, ਮਖਮਲ ਦਾ ਉਹ ਕਹਿੰਦੇ ਕਿ ਹਰੀਆਂ ਐਨਕਾਂ ਲਾ ਦਿੰਦੇ ਬੰਦੇ ਨੂੰ, ਤੇ ਬੰਦੇ ਨੂੰ ਇੰਝ ਲੱਗਦਾ ਕਿ ਮੈਂ ਅੱਜ ਕੈਨੇਡਾ ਪਹੁੰਚ ਗਿਆ ਬਿਨਾਂ ਪਾਸਪੋਰਟ ਦੇ। ਅਗਰ ਤਾਂ ਪਾਸਪੋਰਟ ਵੀ ਨਹੀਂ ਬਣਿਆ ਤੇ ਉਹਨੂੰ ਐਸਾ ਸਬਜ਼ ਬਾਗ ਵਿਖਾਉਣੇ ਆ। ਉਹ ਬੰਦਾ ਸੋਚਦਾ ਕਿ ਮੈਂ ਜੀ ਇਹ ਸਤਿਗੁਰੂ ਜੀ ਮੈਨੂੰ ਲੈ ਜਾਣਗੇ ਬ੍ਰਹਮ ਦੇ ਵਿੱਚ, ਮੈਂ ਤੇ ਮੇਰਾ ਸਤਿਗੁਰ। ਉਹ ਕਹਿੰਦੇ ਗੁਰੂ ਜੀ ਬੈਠੇ ਨੇ, ਉਹ ਆਉਣਗੇ, ਪਤਾ ਨੀ ਕਿਹੜੇ ਪਟੋਲੇ ਚਲਾ ਦੇ ਕੇ ਤੁਹਾਨੂੰ ਲੈ ਜਾਣਗੇ, ਉਹ ਅੱਗ ਤੋਂ ਅੱਗੇ ਪਾਰ ਕਰਾ ਦੇਣਗੇ, ਬ੍ਰਹਮ ਚ ਲੀਨ ਕਰ ਦੇਣਗੇ। ਉਹ ਬ੍ਰਹਮ ਵੀ ਏਦਾਂ ਬਣਾਤਾ ਜਿੱਦਾਂ ਪੰਜਾਬ ਰੋਡ ਦੀ ਬੱਸ ਨੀ ਹੁੰਦੀ ਨਿੱਜਾ ਸਾਹਿਬ, ਉਹਦੇ ਬੰਦੇ ਲਾ ਦੇ ਕੇ ਨੀ ਛੱਡ ਆਈਦੇ। ਬਿਲਕੁਲ ਉਹ ਵੀ ਹਿਸਾਬ ਦਾ ਏਦਾਂ ਦਾ ਉਹਨਾਂ ਦਾ। ਵੇਖੋ ਇਹ ਕਲਪਨਾ, ਇਹ ਦੇਖੋ ਆਪ ਬਾਣੀ ਪੜ੍ਹੋ ਸਾਧ ਸੰਗਤ ਜੀ। ਮੇਰੀਆਂ ਗੱਲਾਂ ਤੇ ਜਾਂ ਨਿੱਜਾ ਸਾਹਿਬ ਜੀ ਦੀ ਗੱਲਾਂ ਤੇ ਨਹੀਂ ਜਾਣਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ, ਇਹਨਾਂ ਬ੍ਰਹਮ ਗਿਆਨੀ ਦੀ ਬਾਣੀ ਪੜ੍ਹੋ। ਕੋਈ ਵੀ ਇੱਕ ਗੱਪ ਤੁਹਾਨੂੰ ਮਾਰੀ ਮਿਲ ਜੇ ਤੇ ਮੈਨੂੰ ਕਹਿ ਦੇਣਾ ਕਿ ਹਾਂ ਚਰਚ ਇੱਥੇ ਗੱਪ ਹੈਗੀ ਆ। ਕੋਈ ਏਦਾਂ ਦਾ ਚਰਚਾ ਕੀਤੀ ਉਹਨਾਂ ਨੇ ਕਿ ਤੁਹਾਨੂੰ ਕੋਈ ਲੈ ਕੇ ਜਾਊਗਾ ਅਗਲੇ ਬੰਨੇ? ਦੱਸੋ ਨਿੱਜਾ ਸਾਹਿਬ। ਬਿਲਕੁਲ ਨਹੀਂ।
ਤੇ ਜਿਹਦੇ ਬਾਵਜੂਦ ਹੀ ਆਪਾਂ ਉਹਨਾਂ ਬਕਵਾਸ ਤੇ ਉਹਨਾਂ ਝੂਠੀਆਂ ਗੱਲਾਂ ਤੇ ਵਿਸ਼ਵਾਸ ਕਰਦੇ ਹਾਂ ਕਿ ਇਹ 'ਚ ਗਲਤੀ ਕਿਹਦੀ ਹੈ। ਇੰਨਾ ਸ਼ੁੱਧ ਗਿਆਨ ਹੋ ਜੇ ਤੇ ਜੇਕਰ ਅਸੀਂ ਉਹ ਜਾਣਤ ਵੀ ਅਸੀਂ ਉਹ ਕੰਮ ਕਰੀਏ ਤੇ ਉਹਦੇ ਲਈ ਜ਼ਿੰਮੇਵਾਰੀ ਖੁਦ ਹੈਗੇ। ਹਾਂਜੀ ਨੇਜਰ ਸਾਹਿਬ, ਅਗਲੀ ਦੁੱਖ ਬੋਲੋ। ਗਲ ਮਾਲਾ ਤਿਲਕ ਲਲਾਟੰਗ ਦੋਏ ਤੋਤੀ ਵਸਤਰ ਕਪਾਟੰਗ। ਇਸ ਤੋਂ ਪਹਿਲਾਂ ਇੱਕ ਰਹਿ ਗਈ ਤ੍ਰੈਪਾਲ ਤਿਹਾਲ ਵਿਚਾਰੰਗ। ਕਹਿੰਦੇ 3 ਪਾਲਾਂ ਵਾਲਾ ਜਿਹੜਾ ਹੈਗਾ ਤਿਹਾਲ ਮਤਲਬ 3 ਵਾਰੀ ਜਿਹੜਾ ਹੈਗਾ 3 ਵਾਰੀ ਜਿਹੜੀ ਹੈਗੀ ਉਹਨਾਂ ਦਾ ਨੇਮ ਹੈਗਾ 3 ਵਾਰੀ ਭਗਤੀ ਕਰਦੇ ਆ। ਗਲ ਮਾਲਾ ਤਿਲਕ ਲਲਾਟੰਗ, ਗਲ ਦੇ ਵਿੱਚ ਮਾਲਾ ਹੈ ਤੇ ਮੱਥੇ ਤੇ ਤਿਲਕ ਲਾਇਆ ਹੋਇਆ ਹੈ, ਬਾਹਰੋਂ ਪੂਰਾ ਡਰੈਸ ਅਪ ਆ। ਦੋਏ ਧੋਤੀ ਵਸਤਰ ਕਪਾਟੰਗ, 2 ਧੋਤੀਆਂ ਹੈਗੀਆਂ, ਸਿਰ ਢਕਿਆ ਹੋਇਆ ਹੈ। ਹਾਂਜੀ ਵੀਰ ਜੀ। ਠੀਕ ਹੈ ਸਾਧ ਸੰਗਤ ਜੀ, ਉਹ ਕਹਿੰਦੇ ਆ ਕਿ ਇੱਕ ਤਰਫ ਤੇ ਉਹ ਸ਼ੋਅ ਕਰ ਰਹੇ ਨੇ ਕਿ ਅਸੀਂ ਬੜੇ ਵਧੀਆ ਵਾ, ਬੜੇ ਉੱਚੇ ਆ, ਉਤੋਂ ਝੂਠ ਬੋਲਦੇ ਨੇ। 3 ਵਾਰੀ ਪਾਠ ਵੀ ਕਰਦੇ ਨੇ। ਸਾਡੇ 'ਚ ਵੀ ਜੇ ਮੰਨ ਲਓ ਚੀਜ਼ ਹੈਗੀ ਆ 3 ਵਾਰੀ ਪਾਠ ਕਰਦੇ ਆ ਪਰ ਅਸੀਂ ਝੂਠ ਬੋਲਦੇ ਆ ਤੇ ਗੜਬੜਿਆ ਨਿੱਜੇ ਸਭ ਉੱਤੇ। ਇਹ ਚੀਜ਼ ਨੂੰ ਉਹਦਾ ਮਤਲਬ ਕਿ ਜਾਂ ਤੇ ਤੁਹਾਡੀ ਵਿਧੀ ਨਹੀਂ ਹੈ, ਤੁਹਾਨੂੰ ਪਤਾ। ਵੈਸੇ ਜੇ ਸਹੀ ਤਰੀਕੇ ਨਾਲ ਕੋਈ ਧਿਆਨ ਸਿਮਰਨ ਕਰਦਾ ਹੈ ਨਾ ਤਾਂ ਤੁਹਾਡੇ ਓਪਨ ਤੁਹਾਡੇ ਤੋਂ ਆਪਣੇ ਆਪ ਹੀ ਅਲੱਗ ਹੋ ਜਾਣੇ ਆ, ਕੁਝ ਕਰਨ ਦੀ ਲੋੜ ਨਹੀਂ ਹੁੰਦੀ। ਭਗਤੀ 'ਚ ਬੜੀ ਸ਼ਕਤੀ ਹੁੰਦੀ ਹੈ ਕਿਉਂਕਿ ਸੂਖਮ ਹੁੰਦੇ ਨੇ ਸਾਡੇ ਔਗਣ ਜਿੰਨੇ ਵੀ ਹੁੰਦੇ ਨੇ, ਉਹ ਸਾਡੇ ਕਾਰਨ ਸਰੀਰ 'ਚ ਹੁੰਦੇ ਨੇ। ਔਰ ਚਿੱਤ ਨੂੰ ਜਿਹੜਾ ਨਾ ਚਿੱਤ ਨੂੰ ਸਾਫ਼ ਕਰਨਾ, ਚਿੱਤ ਦੀ ਪਿਊਰੀਫਿਕੇਸ਼ਨ, ਉਹ ਨਾਮ ਦਾ ਕੰਮ ਹੁੰਦਾ ਹੈ, ਉਹ ਭਗਤੀ ਦਾ ਹੀ ਕੰਮ ਹੁੰਦਾ ਵਾ। ਉਹ ਕੋਈ ਏਦਾਂ ਨਹੀਂ ਹੁੰਦਾ ਕਿ ਤੁਸੀਂ ਝੂਠ ਮਾਰਨਾ ਬੰਦ ਕਰ ਦਿਓ, ਸੱਚ ਬੋਲਣਾ ਸ਼ੁਰੂ ਕਰ ਦਿਓ, ਰਿਸ਼ਵਤ ਲੈਣੀ ਬੰਦ ਕਰ ਦਿਓ। ਏਦਾਂ ਨਹੀਂ ਹੁੰਦਾ। ਅੰਦਰੋਂ ਆਵਾਜ਼ ਆਉਂਦੀ ਨਹੀਂ ਤੁਹਾਡੇ, ਪਰ ਜਿਹੜਾ ਔਗਣ ਹੁੰਦਾ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ, ਇਹ ਅੰਦਰੋਂ ਇੱਕ ਤਰੰਗ ਪੈਦਾ ਹੁੰਦੀ ਸਾਡੇ ਚਿੱਤ 'ਚ। ਚਿੱਤ ਦੇ ਵਿੱਚ ਜਿੱਦਾਂ ਕੋਈ ਤਰੰਗ ਪੈਦਾ ਹੋ ਜਾਂਦੀ ਹੈ ਤੇ ਫਿਰ ਮਨ ਉਹਨੂੰ ਵੇਖਦਾ ਹੈ। ਮਨ ਕੀ ਕਰਦਾ, ਉਸ ਤਰੰਗ ਨੂੰ ਐਂਪਲੀਫਾਈ ਕਰਦਾ। ਐਂਪਲੀਫਾਈ ਦਾ ਮਤਲਬ ਹੁੰਦਾ ਹੈ ਕੋਈ ਥੋੜੀ ਜਿਹੀ ਉਹਨੂੰ ਉਹਦੀ ਫ੍ਰੀਕੁਐਂਸੀ ਇਨਕਰੀਜ਼ ਕਰ ਦਿੰਦਾ ਵਾ, ਉਹਦੀ ਛੋਟੀ ਚੀਜ਼ ਨੂੰ ਵਧਾ ਦਿੰਦਾ ਵਾ। ਨਿੱਜਾ ਸਾਹਿਬ ਦੀ ਸਹੀ ਗੱਲ। ਮਤਲਬ 1 ਲੀਟਰ ਦੁੱਧ ਹੋਇਆ ਤੇ ਉਹਦਾ 100 ਲੀਟਰ ਦੁੱਧ ਮਨ ਨੇ ਬਣਾਉਣਾ ਜੀ। ਬਾਕੀ ਹਿਸਾਬ ਲਾ ਲਓ ਕਿਹੋ ਜਿਹਾ ਮਨ ਹੋਊਗਾ, ਏਡਾ ਖਤਰਨਾਕ ਹੁੰਦਾ ਉਹ, ਕਿਉਂਕਿ ਉਹਨੂੰ ਕੋਈ ਚੀਜ਼ ਮਿਲ ਗਈ ਆ। ਔਰ ਉਹ ਜਿਹੜੇ ਔਗਣ ਹੁੰਦੇ ਨੇਜਰ ਸਾਹਿਬ, ਜਦ ਤੱਕ ਸਾਡੀਆਂ ਇੰਦਰੀਆਂ ਵੇਖਦੀਆਂ ਨਹੀਂ ਤਦ ਤੱਕ ਅੰਦਰ ਪ੍ਰਗਟ ਨਹੀਂ ਹੁੰਦੇ। ਇਹ ਹੈਗੇ ਨੇ ਅੰਦਰ ਉਹ ਸੰਸਕਾਰ, ਪਰ ਆਮ ਕਰਕੇ ਪ੍ਰਗਟ ਨਹੀਂ ਹੁੰਦੇ। ਪਰ ਪ੍ਰਗਟ ਉਦੋਂ ਹੋਣਗੇ ਜਦੋਂ ਸਾਹਮਣੇ ਕੋਈ ਭੋਗ ਆ ਗਿਆ। ਬਿਲਕੁਲ ਬਿਲਕੁਲ ਸਹੀ ਗੱਲ। ਐਨ ਸੱਪ ਵਾਂਗੂ ਨਾ, ਜਿਹਦਾ ਸੱਪ ਨਹੀਂ ਠੰਡਾ ਬੈਠਾ ਹੁੰਦਾ, ਬਰਫ਼ 'ਚ ਮੁਰਝਾਇਆ ਬੈਠਾ ਹੋਵੇ ਤੇ ਮਾੜਾ ਜਿਹਾ ਉਹਨੂੰ ਹੀਟ ਮਿਲਦੀ, ਕਿੱਦਾਂ ਸਿਰੀ ਖੜੀ ਕਰਦਾ। ਉਸੇ ਤਰ੍ਹਾਂ ਜਿਹੜੇ ਔਗਣ ਹੁੰਦੇ ਸੱਪ ਦੇ ਵਾਂਗੂ ਸਾਡੇ ਅੰਦਰ ਚਿੱਤ 'ਚ ਬੈਠੇ ਹੁੰਦੇ ਆ। ਜਦੋਂ ਕੋਈ ਭੋਗ ਸਾਡੇ ਸਾਹਮਣੇ ਆਉਂਦਾ ਹੈ, ਗੱਲਾਂ ਕਰਨੀਆਂ ਬੜੀਆਂ ਆਸਾਨ ਆ। ਲੋਭ ਦੀ ਗੱਲ ਕਰਾਂਗਾ, ਤੁਹਾਡੇ ਸਾਹਮਣੇ 40-50 ਕਰੋੜ ਰੁਪਏ ਸੁੱਟਿਆ ਹੋਵੇ ਤੇ ਉਦੋਂ ਪਤਾ ਲੱਗੂਗਾ ਕਿ ਤੁਹਾਡੇ ਅੰਤਰਾਕਰਨ 'ਚ ਕਿਹੋ ਜਿਹੀ ਅਵਸਥਾ ਹੈ ਨਿੱਜਰ ਸਾਹਿਬ। ਬਿਲਕੁਲ। ਤੇ ਇਹ ਸੋ ਗੱਲਾਂ ਕਹਿਣੀਆਂ ਆਸਾਨ ਹੁੰਦੀਆਂ ਨੇ, ਪਰ ਜਦੋਂ ਆਤਮਾ ਅਵਸਥਾ ਬੰਦੇ ਨੂੰ ਪ੍ਰਾਪਤ ਹੋ ਜਾਂਦੀ ਹੈ ਨਾ, ਭਾਵੇਂ ਸਾਰੇ ਸੰਸਾਰ ਦਾ ਧਨ ਪਿਆ ਸਾਹਮਣੇ ਤੇ ਤੁਸੀਂ ਠੋਕਰ ਵੀ ਨਹੀਂ ਮਾਰੋਗੇ। ਬੜੀ ਵੱਡੀ ਗੱਲ ਹੈ ਉਹ। ਹਾਂਜੀ ਨਿੱਜਰ ਸਾਹਿਬ, ਅੱਗੇ ਚਲੀਏ। ਜੋ ਜਾਨਸ ਬ੍ਰਹਮੰ ਕਰਮੰ, ਜਿਹਨੂੰ ਅਸਲੀ ਜਿਹੜਾ ਹੈਗਾ ਪਤਾ ਹੈ ਵੀ ਆਤਮਾ ਵੱਲ, ਆਤਮਾ ਦੀ ਭਗਤੀ ਕਿਵੇਂ ਕਰਨੀ ਆ, ਆਤਮ ਗਿਆਨ ਕਿਵੇਂ ਲੈਣਾ ਆ। ਕਹਿੰਦੇ ਭਾਈ ਉਹ ਸਭ ਫੋਕਟ ਨਿਸ਼ਚੈ ਕਰਮੰ, ਉਹਨੂੰ ਬਿਲਕੁਲ ਪੂਰਾ ਨਿਸ਼ਚੈ ਕਹਿੰਦੇ ਸਾਰਾ ਫੋਕਟ ਹੈ ਭਾਈ। ਜੋ ਕੁਛ ਵੀ ਇਹ ਸਾਰੇ ਉੱਪਰ ਜਿਹੜੇ ਕਰਮ ਕਾਂਡ ਦੱਸੇ ਆ, ਉਹ ਕਹਿੰਦਾ ਸਾਰਾ ਫੋਕਟ ਆ। ਅਸਲੀ ਜਿਹੜਾ ਹੈਗਾ ਧਿਆਨ ਸਿਮਰਨ ਜਿਹੜਾ ਹੈਗਾ, ਮਨ ਲਗਾ ਕੇ ਜਿਹੜਾ ਹੈਗਾ ਸਹਿਜ ਸਮਾਧੀ, ਉਹਦੇ 'ਚ ਤਾਂ ਜਾ ਹੀ ਨਹੀਂ ਰਿਹਾ, ਭਗਤੀ ਦਾ ਕਰ ਹੀ ਨਹੀਂ ਰਿਹਾ ਭਾਈ। ਕਹੋ ਨਾਨਕ ਨਿਸ਼ਚੈ ਤੇ ਆਵੈ, ਕਹਿੰਦੇ ਨਿਸ਼ਚਾ ਕਰਕੇ, ਭਾਵਨਾ ਕਰਕੇ, ਪਿਆਰ ਦੇ ਨਾਲ ਜਿਹੜਾ ਧਿਆਨ ਸਿਮਰਨ ਕਰਦਾ ਹੈ, ਮਾਲਕ ਨੂੰ ਯਾਦ ਕਰਦਾ ਹੈ, ਉਹ ਹੈ ਭਗਤੀ ਭਾਈ। ਉਹ ਹੈ ਅਸਲੀ ਕਰਮ। ਬਿਨ ਸਤਿਗੁਰ ਬਾਟ ਨਾ ਪਾਵੇ, ਬਗੈਰ ਸਤਿਗੁਰੂ ਦੇ ਰਸਤਾ ਨਹੀਂ ਲੱਭਦਾ, ਇਹ ਗਿਆਨ ਨਹੀਂ ਹੁੰਦਾ। ਹੁਣ ਦੇਖੋ ਪਹਿਲੀ ਪਾਤਸ਼ਾਹੀ ਸਤਿਗੁਰੂ ਇਹ ਬੋਲ ਰਹੇ ਆ ਔਰ ਆਪਾਂ ਨੂੰ ਰਸਤਾ ਦੱਸ ਰਹੇ ਆ, ਔਰ ਦੱਸ ਰਹੇ ਭਾਈ ਜਿਹੜੇ ਤੂੰ ਕਰ ਰਿਹਾ ਨਾ, ਇਹਨਾਂ ਨੂੰ ਛੱਡ ਦੇ, ਹਾਲੇ ਵੀ ਸਮਾਂ ਹੈਗਾ ਤੇਰੇ ਕੋਲ, ਹਾਲੇ ਵੀ ਆਹ ਚੀਜ਼ਾਂ ਨੂੰ ਦੇਖ ਲਾ, ਮੇਰੀਆਂ ਗੱਲਾਂ ਨੂੰ ਸਮਝ ਲਾ, ਔਰ ਜੋ ਤੇਰੇ ਅੰਦਰ ਬਥੇਰਾ ਹੈਗਾ ਤੇਰੇ ਕੋਲ ਹੈ, ਆਹ ਸਾਰਾ ਉੱਪਰਲਾ ਮਾਲ ਪੱਤਾ, ਇਹਨੂੰ ਛੱਡ ਦੇ, ਲਾ ਦੇ ਇਹਨੂੰ, ਆਪਣੇ ਤੋਂ ਪਾਸੇ ਕਰ ਦੇ। ਹਾਂਜੀ ਵੀਰ। ਹਾਂਜੀ ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ, ਗੁਰੂ ਜੀ ਆਪਾਂ ਨੂੰ ਕਲੀਅਰਲੀ ਸਮਝਾ ਰਹੇ ਨੇ, ਜੋ ਜਾਣਸ ਬ੍ਰਹਮ ਕਰਮ। ਹਾਂ, ਤੇ ਜਿਹਨਾਂ ਨੂੰ ਪਤਾ ਹੈ ਕਿ ਅਪਰਾ ਵਿਦਿਆ, ਇਹਨੂੰ ਇਸਤੇਮਾਲ ਕਿੱਦਾਂ ਕਰਨਾ ਹੈ, ਇਹ ਗਿਆਨ ਉਹਨਾਂ ਨੂੰ ਹੈਗਾ ਹੈ, ਤੇ ਉਹ ਹੀ ਆਪਣਾ ਜੀਵਨ 'ਚ, ਸਾਡੇ ਜੀਵਨ 'ਚ ਬਚਾਈ ਲਿਆਉਂਦਾ ਹੈ। ਤੇ ਜੇਕਰ ਅਸੀਂ
ਅਪਰਾ ਵਿਦਿਆ ਨੂੰ ਹੀ ਆਪਣਾ ਗਿਆਨ ਸਮਝ ਲੈਂਦੇ ਆ, ਵਿਦਿਆ ਸਮਝ ਲੈਂਦੇ ਆ, ਤੇ ਫਿਰ ਸਾਡੇ ਜੀਵਨ 'ਚ ਸੜਨ ਆ ਜਾਊਗੀ। ਤਾਂ ਕਿ ਮੂੰਹ ਆਵੇ ਦੁਰਗੰਧ, ਬਾਣੀ 'ਚ ਕਹਿਣਾ ਕਿ ਨਿੱਜ ਸਾਹਿਬ ਕਿ ਉਹਨਾਂ ਲੋਕਾਂ ਦੇ ਮੂੰਹ ਤੋਂ ਦੁਰਗੰਧ ਆਉਂਦੀ ਹੈ। ਬਿਲਕੁਲ। ਉਹ ਬੰਦੇ ਬੋਲਣਗੇ ਨਾ, ਤੁਹਾਨੂੰ ਪਤਾ ਲੱਗੂਗਾ ਕਿ ਇਹ ਬੰਦਾ ਤੇ ਇਹਦੇ ਅੰਦਰ ਕੋਈ ਚੀਜ਼ ਹੈਗੀ ਹੈ, ਇਹਦੇ ਮੂੰਹ 'ਚੋਂ ਬਾਹਰ ਆਉਂਦੀ ਹੈ। ਫਿਰ ਤੁਸੀਂ ਐਸੇ ਬੰਦੇ ਦੇ ਲਾਗੇ ਬਹਿ ਗਏ ਨਾ, ਤੁਹਾਨੂੰ ਪਤਾ ਲੱਗ ਜਾਣਾ ਇਹਦੇ ਬੰਦੇ ਦੇ ਅੰਦਰ ਕੋਈ ਗੰਦਮੰਦ ਹੈਗਾ। ਉਹ ਖਲੋਊਗਾ ਤੇ ਤੁਹਾਨੂੰ ਖਲੋਣ 'ਚ ਉਹਨੂੰ ਬਦਬੂ ਆਉਣੀ ਹੈ, ਉਹਦੇ ਚੱਲਣ 'ਚ, ਉਹਦੇ ਬਹਿਣ 'ਚ। ਉਹ ਜੋ ਵੀ ਕੰਮ ਕਰੂਗਾ ਤੁਹਾਨੂੰ ਉਹਦੀ ਬਦਬੂ ਨਜ਼ਰ ਆਊਗੀ, ਕਿਉਂਕਿ ਉਹ ਬਿਮਾਰ ਬੰਦਾ ਹੈ, ਹਨਾ। ਇਸੇ ਤਰ੍ਹਾਂ ਹੀ ਆ ਬਾਣੀ ਸਾਨੂੰ ਸਮਝਾਉਂਦੀ ਹੈ। ਹੁਣ ਸਧਾਰਨ ਤੌਰ ਤੇ ਆਪਣੇ ਨਾ ਬਜ਼ੁਰਗ ਆਪਾਂ ਨੂੰ ਨਾ ਗੱਲਾਂ ਕਰਦੇ ਹੁੰਦੇ ਨੇ, ਪਰ ਮੈਂ ਇੱਕ ਮਹਿਸੂਸ ਕਰਦਾ, ਛੋਟੀ ਜਿਹੀ ਆਪਣਾ ਨਿੱਜੀ ਅਨੁਭਵ ਦੱਸਦਾ ਤੁਹਾਨੂੰ। ਆਪਾਂ ਜਦੋਂ ਗੱਲਾਂ ਕਰਦੇ ਆ ਨਾ ਤੇ ਕਈ ਵਾਰੀ ਨਾ ਆਪਾਂ ਸ਼ਬਦਾਂ ਦੀ ਚੋਣ ਗਲਤ ਕਰਦੇ ਆ, ਤੇ ਜਿਸ ਕਰਕੇ ਨਾ ਬਹੁਤ ਜ਼ਿਆਦਾ ਨਾ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਹੈ। ਮੰਨ ਲਓ ਸਾਸੀ ਆ, ਸੱਸ ਆਪਣੀ ਨੂੰਹ ਨੂੰ ਕੋਈ ਚੀਜ਼ ਸਮਝਾਉਣਾ ਚਾਹੁੰਦੀ ਹੈ। ਉਹ ਕਹਿੰਦੀ ਆ ਕਿ ਤੇਰੇ ਜਾਣਦਿਆਂ ਨੇ ਤੈਨੂੰ ਅਕਲ ਨਹੀਂ ਦਿੱਤੀ। ਹੁਣ ਅਸਲ 'ਚ ਉਹ ਜਿਹੜੀ ਸੱਸ ਪਤਾ ਕੀ ਕਹਿਣਾ ਚਾਹੁੰਦੀ ਆ, ਉਹ ਕਹਿੰਦੀ ਆ ਕਿ ਪੁੱਤ ਧਿਆਨ ਨਾਲ ਗੱਲ ਕਰੋ, ਤੁਸੀਂ ਜਦੋਂ ਮੇਰੇ ਨਾਲ ਗੱਲ ਕਰਦੇ ਨਾ, ਤੇ ਇਸ ਗੱਲ ਦੇ ਨਾਲ ਕਹਿੰਦਾ ਕਿ ਮੇਰੇ ਦਿਲ 'ਚ ਨਾ ਮੈਨੂੰ ਮਤਲਬ ਡੁੱਬਦੀ ਹੈ ਜੀ। ਗੱਲ ਇੰਨੀ ਕਹਿਣਾ ਚਾਹੁੰਦੀ ਹੈ ਨਿੱਜਾ ਸਾਹਿਬ, ਪਰ ਉਹ ਕਹਿਣ ਦਾ ਤਰੀਕਾ ਵੇਖ ਲਓ ਉਹਦਾ। ਬਸ ਉਹ ਤਾਂ ਫਿਰ ਉਹ ਜਿਹੜਾ ਹੈਗਾ ਨਾ, ਉਹਦਾ ਮਕਸਦ ਤਾਂ ਪਾਸੇ ਰਹਿ ਜਾਣਾ, ਪਰ ਜਿਹੜੀ ਉਹਨੇ ਗੱਲ ਕਹਿਤੀ ਆ ਉਹ ਫਿਰ ਗਾਹਾਂ ਉਹਨੇ ਉਹਦੇ ਖਾਨਦਾਨ ਤੇ ਪਹੁੰਚ ਗਈ ਗੱਲ। ਹਾਂ, ਤੇ ਗੱਲ ਦੇਖੋ ਨਿੱਜਾ ਸਾਹਿਬ, ਅਸਲ 'ਚ ਪਤਾ ਕੀ ਹੁੰਦਾ, ਕਈ ਵਾਰੀ ਨਾ ਸਾਡੇ ਕੋਲ ਏਦਾਂ ਦੇ ਹਾਲਾਤ ਹੁੰਦੇ, ਅਸੀਂ ਕਹਿੰਦੇ ਵੀ ਮੈਂ ਤੇਰੀਆਂ ਲੱਤਾਂ ਤੋੜ ਦੂੰਗਾ। ਹੁਣ ਅਗਲਾ ਅਸਲ ਦੇ ਵਿੱਚ ਮਤਲਬ ਇਹ ਹੁੰਦਾ ਵਾ ਕਿ ਉਹਨੂੰ ਇਹ ਕਹਿੰਦੇ ਕਿ ਪੁੱਤ ਏਦਾਂ ਦਾ ਨਹੀਂ ਕੰਮ ਕਰਨਾ, ਏਦਾਂ ਦਾ ਕੰਮ ਨਾ ਕਰੀ। ਪਰ ਆਪਾਂ ਕਹਿੰਦੇ ਕਿ ਜੋ ਏਦਾਂ ਦਾ ਕੰਮ ਕੀਤਾ ਨਾ, ਦੁਬਾਰਾ ਮੈਂ ਤੇਰੀਆਂ ਲੱਤਾਂ ਤੋੜ ਦੂੰਗਾ। ਅਸਲ ਲੱਤਾਂ ਥੋੜੀਆਂ ਆਪਾਂ ਤੋੜਨ ਚੱਲੇ ਉਹਦੀਆਂ। ਪਰ ਆਪਣਾ ਗੱਲ ਕਹਿਣ ਦਾ ਤਰੀਕਾ ਹੁੰਦਾ ਹੈ। ਇੱਥੇ ਕਿਤੇ ਵੋਕੈਬਲਰੀ ਆਪਾਂ ਨੂੰ ਲੋੜ ਆ, ਜਦੋਂ ਆਪਾਂ ਗੱਲਬਾਤ ਕਰਦੇ ਹਾਂ, ਸੁਥਰੇ ਅੱਖਰ ਵਰਤਿਆ ਕਰੋ, ਸਾਫ਼ ਸੁਥਰੇ। ਦੇਖੋ 3 ਚੀਜ਼ਾਂ ਹੁੰਦੀਆਂ ਨੇ, ਇਹ ਗੱਲਾਂ ਯਾਦ ਰੱਖਣੀਆਂ। ਸੁਣ ਕੇ ਐਵੇਂ ਨਾ ਰੋੜ ਦਿਆ ਕਰੋ, ਲਿਖ ਲਿਆ ਕਰੋ ਪੇਪਰ ਦੇ ਉੱਤੇ। ਖੁਸ਼ੀ ਦੇ ਟਾਈਮ ਤੇ ਕਿਸੇ ਨਾਲ ਵਾਅਦਾ ਨਹੀਂ ਜੇ ਕਰਨਾ, ਕਿਉਂਕਿ ਤੁਹਾਡੇ ਦਿਮਾਗ ਦੇ ਅੰਦਰ ਨਾ ਤੁਸੀਂ ਦੂਜੇ ਸੰਸਾਰ 'ਚ ਬੈਠੇ ਜੋ, ਜਦੋਂ ਨਸ਼ਾ ਉਤਰ ਗਿਆ ਨਾ, ਭਾਵਨਾ ਦੇ ਵਿੱਚ। ਹਾਂਜੀ, ਭਾਵਨਾ 'ਚ ਹੈਗੇ ਆਪਾਂ, ਭਾਵਨਾ 'ਚ ਹੈਗੇ ਆ। ਤੇ ਮੁੜ ਕੇ ਜਦੋਂ ਨਸ਼ਾ ਉਤਰਿਆ ਨਾ ਭਾਵਨਾ ਦਾ, ਉਹ ਮਨ ਦੀ ਵ੍ਰਿਤੀ ਹੁੰਦੀ ਹੈ, ਤੇ ਮੁੜ ਕੇ ਤੁਹਾਨੂੰ ਆ ਜਾਣਾ ਕਿ ਵਾਅਦਾ ਤਾਂ ਕਰ ਲਿਆ, ਚਰਨਜੀਤ ਨੂੰ ਰੁਪਈਆ 50,000 ਦੇ ਦੂੰਗਾ, ਹੁਣ ਬੈਂਕ 'ਚੋਂ ਕਢਾ ਕੇ ਦਵੇ ਦੇਣਾ 5 ਦਿੱਤਾ ਤੁਸੀਂ ਭੀੜ 'ਚ। ਉਦੋਂ ਖੁਸ਼ ਬੜੇ ਤੁਸੀਂ, ਕਿਤੇ ਮੁੰਡਾ ਘਰੇ ਜੰਮਿਆ ਸੀ, ਹਾਂ ਚਰਨਜੀਤ ਲੈ ਜਾ। ਮੁੜ ਕੇ ਉਹ ਥੋੜਾ ਜਿਹਾ ਭੂਤ ਉਤਰ ਗਿਆ, 2-4 ਦਿਨਾਂ 'ਚ ਫਿਰ ਚਰਨਜੀਤ ਆ ਗਿਆ, ਹਫ਼ਤੇ ਬਾਅਦ ਮੰਗਣ, ਫਿਰ ਉਹ ਸਾਰਾ ਭੂਤ ਉਤਰ ਗਿਆ, 50,000 ਬੈਂਕ 'ਚ ਕਢਾ ਕੇ ਦੇਵਾਂ। ਸੋ ਕਹਿੰਦੇ ਕਿ ਜਦੋਂ ਤੁਸੀਂ ਖੁਸ਼ ਹੋ, ਬਹੁਤ ਖੁਸ਼ ਹੁੰਦੇ ਜੋ ਨਾ, ਉਦੋਂ ਕਿਸੇ ਨਾਲ ਵਾਅਦਾ ਨਹੀਂ ਕਰਨਾ। ਤੇ ਜਦੋਂ ਕੋਈ ਤੁਸੀਂ ਦੁਖੀ ਹੁੰਦੇ ਜੋ, ਤੇ ਉਦੋਂ ਕਹਿੰਦੇ ਆ ਉਦੋਂ ਕੋਈ ਫੈਸਲਾ ਨਹੀਂ ਕਰਨਾ। ਇਹ ਗੱਲ ਯਾਦ ਰੱਖਣੀ, ਜਦੋਂ ਤੁਸੀਂ ਬਹੁਤੇ ਖੁਸ਼ ਹੋਵੋ ਤੇ ਉਦੋਂ ਕਿਸੇ ਨੂੰ ਇਹ ਨਹੀਂ ਕਹਿਣਾ ਕਿ ਮੈਂ ਤੇਰੇ ਲਈ ਮਤਲਬ ਵਾਅਦਾ ਨਹੀਂ ਕਰਨਾ, ਕਿਉਂਕਿ ਉਹ ਫੀਲਿੰਗ ਹੈ, ਭਾਵਨਾ। ਤੁਸੀਂ ਇੱਕ ਮੂਡ 'ਚ ਬੈਠੇ ਜੋ, ਅਸਲੀਅਤ ਨਹੀਂ ਹੈਗੀ ਤੁਹਾਡੇ ਕੋਲ, ਬੁੱਧੀ ਨਹੀਂ ਹੈਗੀ, ਤੁਸੀਂ ਮਨ 'ਚ ਬੈਠੇ ਜੋ। ਤੇ ਮਨ ਜਿਹੜਾ ਬਾਦਸ਼ਾਹ ਹੈਗਾ, ਉਹਦੇ ਉਲਟੇ ਪੁਲਟੇ ਕੰਮ ਕਰ ਜਾਂਦਾ ਹੈ। ਬੁੱਧੀ ਕੋਈ ਨਹੀਂ ਫੈਸਲਾ ਆਇਆ, ਉਦੋਂ ਵਾਅਦਾ ਨਹੀਂ ਕਰਨਾ। ਔਰ ਜਦੋਂ ਦੁਖੀ ਹੁੰਦੇ ਜੋ, ਉਦੋਂ ਕੋਈ ਫੈਸਲਾ ਨਹੀਂ ਕਰਨਾ ਕਿ ਮੈਂ ਮਤਲਬ ਕਿ ਵੀ ਵੱਡਾ ਫੈਸਲਾ ਕਰ ਲਓ। ਵੱਡਾ ਫੈਸਲਾ ਕਰਨ ਦੇ ਲਈ ਉਦੋਂ ਹੀ ਕਰਨਾ ਜਦੋਂ ਤੁਸੀਂ ਸ਼ਾਂਤ ਹੁੰਦੇ ਜੋ। ਇੱਕ ਜਦੋਂ ਤੁਹਾਨੂੰ ਗੁੱਸਾ ਚੜ ਜੇ, ਇਹ ਗੱਲ ਬਹੁਤ ਇੰਪੋਰਟੈਂਟ ਜੇ, ਤੁਹਾਨੂੰ ਗੁੱਸਾ ਚੜ ਗਿਆ ਵਾ, ਚੁੱਪ ਕਰਕੇ ਉਸ ਸਮੇਂ ਬੋਲਣਾ ਨਹੀਂ ਜੋ। ਜੇਕਰ ਇਹ 3 ਗੱਲਾਂ ਮੇਰੀਆਂ ਤੁਸੀਂ ਪੱਲੇ ਬੰਨ ਲੈਂਦੇ ਜੋ, ਤੇ ਜੀਵਨ ਤੁਹਾਡਾ ਸਵਰਗਵਾਨ। ਗੱਲ ਕਰਨੀ ਆ, ਪਰ ਉਦੋਂ ਕਰਨੀ ਆ ਜਦੋਂ ਤੁਸੀਂ ਸ਼ਾਂਤ ਹੋ ਜਾਓ। ਉਹ ਗੱਲ ਯਾਦ ਹੈ ਨਾ ਉਹਦੀ, ਉਹ ਜਦੋਂ ਖਲੀਫਾ ਗਿਆ ਸੀ ਤੇ ਕਹਿੰਦਾ ਸੀ ਕਿਰਪਾਨ ਤੇ ਕੱਢ ਲਈ ਉਹਨੇ ਬਾਹਰ, ਕਿਉਂਕਿ ਉਹਨੇ ਥੋਪਤਾ ਸੀ। ਉਹ ਕਹਿੰਦਾ ਹੁਣ ਨੀ ਗੱਲ ਬਣਨੀ, ਕਿਉਂਕਿ ਹੁਣ ਤੇ ਗੁੱਸਾ ਆ ਗਿਆ ਮੈਨੂੰ। ਬਿਲਕੁਲ। ਉਦੋਂ ਫਿਰ ਕਮਿਊਨੀਕੇਸ਼ਨ ਨਹੀਂ ਹੁੰਦਾ। ਫਿਰ ਕੀ ਕਰਦੇ ਆ ਅਸੀਂ, ਫਿਰ ਉੱਤੇ ਨਹੀਂ ਕਿਹਾ ਕਿ ਜਾਣਦਿਆਂ ਨੇ ਤੈਨੂੰ ਅਕਲ ਨਹੀਂ ਦਿੱਤੀ, ਫਿਰ ਏਦਾਂ ਦੀ ਭਾਸ਼ਾ ਵਰਤਦੇ ਆ। ਤੇ ਉਹ ਫਿਰ ਚੀਜ਼ ਜਿਹੜੀ ਸਾਡੇ ਜੀਵਨ 'ਚ ਦੁੱਖ ਲਿਆਉਂਦੀ ਆ, ਉਹਦੇ ਕਰਕੇ ਅਸੀਂ ਪਰੇਸ਼ਾਨ ਹੁੰਦੇ ਆ। ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਅਕਸਰ ਜਿਹੜੇ ਆਪਣੇ ਨਾ, ਆਪਾਂ ਇੱਕ ਸਮਾਜਿਕ ਪ੍ਰਾਣੀ ਆ, ਸਮਾਜ 'ਚ ਰਹਿੰਦੇ ਆ, ਬੜੇ ਕਿਸਮ ਦੇ ਲੋਕਾਂ ਨਾਲ ਮਿਲਦੇ ਆ, ਬਾਣੀ ਦੀ ਵੀ ਗੱਲ ਕਰਦੇ ਆ, ਪਰ ਮੇਰੀਆਂ ਗੱਲਾਂ ਥੋੜੀਆਂ ਕੀ ਹੁੰਦੀਆਂ ਨੇ, ਇਹਨਾਂ ਨੂੰ ਜ਼ਿੰਦਗੀ 'ਚ ਸਾਂਭ ਕੇ ਰੱਖਿਆ ਕਰੋ, ਤੁਹਾਡੇ ਕੰਮ ਆਉਣਗੀਆਂ। ਕਈ ਵਾਰੀ ਆਪਾਂ ਕਿਸੇ ਕੋਈ ਚੀਜ਼ ਮੰਗੀ, ਉਹ ਚੀਜ਼ ਅਗਲਾ ਦਿੰਦਾ ਨਹੀਂ ਹੈ, ਤੇ ਅਸੀਂ ਮੂੰਹ ਫੈਲਾ ਕੇ ਬਹਿ ਜਾਂਦੇ ਆ, ਤੇ ਮੁੜ ਤੋਂ ਬਾਅਦ ਉਹ ਰਿਸ਼ਤਾ ਤੋੜ ਦਿੰਦੇ ਆ ਆਪਾਂ ਕਿ ਬਈ ਸਾਡਾ ਇੱਕ ਜ਼ਰੂਰਤ ਹੀ ਨਿੱਜਾ ਸਾਹਿਬ ਹਨਾ। ਕਈ ਵਾਰੀ ਬਿਲਕੁਲ
ਕੋਈ ਕਾਰ ਮੰਗ ਲਈ ਜਾਂ ਪੈਸਾ ਮੰਗ ਲਿਆ ਜਾਂ ਕੁਛ ਚੀਜ਼ ਏਦਾਂ ਦੀ ਮੰਗ ਲਈ, ਅਗਲੇ ਨੇ ਨਹੀਂ ਦਿੱਤੀ, ਤੇ ਉਹ ਕੀ ਕਰਦੇ ਆ ਅਸੀਂ ਅਸਲ ਦੇ ਵਿੱਚ, ਤੇ ਮੁੜ ਕੇ ਅਸੀਂ ਸੋਚਦੇ ਹਾਂ ਕਿ ਰਿਸ਼ਤਾ ਤੋੜ ਦੋ, ਕਿ ਇਹ ਬੰਦਾ ਮਤਲਬ ਇਹਨੇ ਸਾਡੀ ਜ਼ਰੂਰਤ ਨਹੀਂ ਪੂਰੀ ਕੀਤੀ। ਇਹ ਗੱਲ ਠੀਕ ਹੈ, ਅਗਲੇ ਨੇ ਜ਼ਰੂਰਤ ਨਹੀਂ ਪੂਰੀ ਕੀਤੀ, ਪਰ ਅਸਲ ਦੇ ਵਿੱਚ ਨਾ ਨਿੱਜਾ ਸਾਹਿਬ ਅਸੀਂ ਲੋੜ ਤੋਂ ਜ਼ਿਆਦਾ ਐਕਸਪੈਕਟ ਕੀਤਾ ਹੁੰਦਾ। ਕਈ ਜ਼ਰੂਰਤਾਂ ਤਾਂ ਪੂਰੀਆਂ ਕੀਤੀਆਂ ਹੋਣੀਆਂ ਅਗਲੇ ਨੇ, ਕਈ ਨਹੀਂ ਕੀਤੀਆਂ, ਇੱਕ ਨਹੀਂ ਪੂਰੀ ਕੀਤੀ ਤੇ ਆਪਾਂ ਉਹਦੇ ਨਾਲ ਰਿਸ਼ਤਾ ਤੋੜ ਦਈਏ। ਹਾਂ, ਪਰ ਨਿੱਜਾ ਸਾਹਿਬ ਇਨਸਾਨ ਏਦਾਂ ਕਰਦਾ ਜ਼ਰੂਰ ਹੈ। ਇਹ ਚੀਜ਼ ਨਾ, ਇਹ ਇੱਕ ਇਨਸਾਨ ਹਿਊਮਨ ਬਿਹੇਵੀਅਰ ਆ। ਚਲੋ ਠੀਕ ਹੈ, ਇਹ 'ਚ ਪਤਾ ਕੀ ਹੁੰਦਾ ਹੈ, ਇਨਸਾਨ ਦੀ ਨਾ ਕੈਟਾਗਰੀ ਹੁੰਦੀ ਹੈ। ਕੋਈ ਇਨਸਾਨ ਮਿੱਟੀ ਹੁੰਦਾ ਹੈ, ਕੋਈ ਇਨਸਾਨ ਲੋਹਾ ਹੁੰਦਾ ਹੈ, ਕੋਈ ਤਾਂਬਾ ਹੁੰਦਾ ਹੈ, ਕੋਈ ਸਿਲਵਰ ਹੁੰਦਾ ਹੈ, ਕੋਈ ਸੋਨਾ ਹੁੰਦਾ ਹੈ। ਇਹਦਾ ਮਤਲਬ ਨਹੀਂ ਜੇ ਸੋਨਾ ਮੰਗਿਆ ਤੇ ਦੂਜੇ ਜਿਹੜੇ ਲੋਹਾ, ਪਿੱਤਲ, ਤਾਂਬਾ ਤੇ ਸਿਲਵਰ ਦੇ ਗੁਣ ਉੱਤੇ ਨਹੀਂ ਹੈਗੇ ਨੇ, ਪਰ ਸੋਨਾ, ਸਾਨੂੰ ਇੰਨਾ ਪਤਾ ਲੱਗ ਗਿਆ ਕਿ ਸੋਨੇ ਦਾ ਗੁਣ ਨਹੀਂ ਹੈਗਾ ਨਿੱਜਾ ਸਾਹਿਬ। ਇੰਨੀ ਸਾਨੂੰ ਪਰਖ ਹੋ ਗਈ ਕਿ ਹਾਂ ਵੀ ਇਹ ਗਾਂ ਤੋਂ ਇਹ ਬੰਦੇ ਕੋਈ ਐਸ ਚੀਜ਼ ਦੀ ਮੰਗ ਨਹੀਂ ਕਰਨੀ, ਔਰ ਉਸ ਟਾਈਮ ਤੇ ਬੜਾ ਸੀਰੀਅਸ ਪੁਆਇੰਟ ਹੁੰਦਾ। ਔਰ ਇਹ ਮੇਰੀ ਜ਼ਿੰਦਗੀ 'ਚ ਵਾਪਰਿਆ ਕਈ ਜਗ੍ਹਾ 'ਚ, ਕਈਆਂ ਲੋਕਾਂ ਨੇ ਮੇਰੀ ਹੈਲਪ ਨਹੀਂ ਕੀਤੀ, ਪਰ ਉਹਦਾ ਕਾਰਨ ਇਹੋ ਹੀ ਸੀ ਕਿ ਮੈਂ ਨਾ ਲੋੜ ਤੋਂ ਜ਼ਿਆਦਾ ਨਿੱਜਾ ਸਾਹਿਬ ਐਕਸਪੈਕਟ ਕੀਤਾ ਸੀ। ਔਰ ਫਿਰ ਉਹ ਅਗਲਾ ਬੰਦਾ ਉਸ ਪੂਰਨੇ ਤੋਂ ਉਤਰਦਾ ਨਹੀਂ, ਔਰ ਫਿਰ ਆਪਾਂ ਇੰਨੀ ਸੋਹਣੀ ਰਿਸ਼ਤੇਦਾਰੀ ਆਪਣੀ ਖਰਾਬ ਕਰਕੇ ਬਹਿ ਜਾਂਦੇ ਹਾਂ। ਔਰ ਇਹ ਬਹੁਤ ਵੱਡਾ ਇੱਕ, ਕਈ ਵਾਰੀ ਸਾਡੇ ਕੋਲ ਪ੍ਰੋਡਕਟ ਨਹੀਂ ਹੁੰਦਾ, ਉਹ ਚੀਜ਼ ਹੈ ਹੀ ਨਹੀਂ, ਮੈਂ ਕਹਿੰਦਾ ਤੁਹਾਨੂੰ ਦੇ ਦੂੰ। ਸੋ ਇਹ ਗੱਲਾਂ ਜਿਹੜੀਆਂ ਨੇ, 2 ਪੁਆਇੰਟ ਹੈਗੇ ਨੇ, ਪਲੀਜ਼ ਇਹਨੂੰ ਆਪਣੇ ਜੀਵਨ 'ਚ ਨਾ ਸੈਟਲ ਡਾਊਨ ਕਰਿਆ ਕਰੋ। ਕੋਸ਼ਿਸ਼ ਕਰੋ ਕਿ ਹਾਂ ਕੋਈ ਭੈਣ ਭਰਾ ਵਾ, ਜੇ ਇਹਨੇ ਆਪਾਂ ਲੋੜ ਪਈ, ਪੈਸੇ ਦੀ ਲੋੜ ਹੁੰਦੀ ਹੈ ਕਈ ਵਾਰੀ, ਹੋਰ ਕੀ ਹੁੰਦਾ, ਜਾਂ ਕੋਈ ਸਮਾਨ ਸਮੂਨ ਦੀ ਲੋੜ ਹੁੰਦੀ ਹੈ, ਤੇ ਕਈ ਵਾਰੀ ਜੇ ਅਗਲੇ ਨਹੀਂ ਦਿੰਦੇ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਉਹ ਰਿਸ਼ਤੇ ਨੂੰ ਖਤਮ ਕਰ ਦਈਏ। ਉਹਨੂੰ, ਰਿਸ਼ਤੇ ਨੂੰ ਜਿੰਦਾ ਰੱਖਣਾ ਉਹ ਸਾਡੇ ਹੱਥ 'ਚ ਹੈ। ਪਰ ਇਹਨਾਂ ਸਾਨੂੰ ਪਤਾ ਲੱਗ ਗਿਆ ਕਿ ਇਸ ਬੰਦੇ ਦੀ ਇਹ ਇੱਕ ਹੱਦ ਹੈਗੀ ਆ, ਜਿਹੜੀ ਚੀਜ਼ ਮੈਂ ਤੋਂ ਮੰਗ ਲਈ ਸੀ ਅਸਲ 'ਚ, ਤੇ ਇਹ ਜਿਹੜੀ ਚੀਜ਼ ਹੈ ਇਹ ਸੁਗਾਂ ਤੋਂ ਨਹੀਂ ਮੰਗਣੀ। ਨਿੱਜਾ ਸਾਹਿਬ ਬਿਲਕੁਲ ਇੰਨਾ ਕੰਮ ਜ਼ਰੂਰ ਕਰੋ। ਇਹ ਵੀ, ਇਹਦੇ ਨਾਲ ਵੀ ਬੜੀਆਂ ਸੋਹਣੀਆਂ ਰਿਸ਼ਤੇਦਾਰ ਜਿਹੜੇ ਹੁੰਦੇ ਨੇ, ਕੋਈ ਰਿਸ਼ਤਾ ਮੈਨੂੰ ਗੱਲਾਂ ਨਾਲ ਨਹੀਂ ਬਣ ਜਾਂਦਾ। 25 40 50 ਸਾਲ ਲੱਗ ਜਾਂਦੇ ਰਿਸ਼ਤਾ ਬਣਾਉਣ ਲਈ, ਤੇ ਜਦੋਂ ਮਿਸਅੰਡਰਸਟੈਂਡਿੰਗ ਹੋ ਜਾਂਦੀ ਹੈ ਤੇ ਰਿਸ਼ਤਾ ਨਸ਼ਟ ਹੋ ਜਾਂਦਾ ਹੈ। ਫਿਰ ਦੁਬਾਰਾ ਉਹੋ ਜਿਹਾ ਰਿਸ਼ਤਾ ਬਣਨਾ ਕੋਈ ਆਸਾਨ ਨਹੀਂ ਹੁੰਦਾ। ਲਾਗੇ ਬੰਨੇ ਕਿੱਥੋਂ ਰਿਸ਼ਤਾ ਬਣਾਓਗੇ? ਨਵੇਂ ਬੰਦੇ ਐਵੇਂ ਨਹੀਂ ਗੱਲਾਂ ਨਾਲ ਜੁੜ ਜਾਂਦੇ। ਸਹੀ ਹੈ ਨਿੱਜਾ ਸਾਹਿਬ? ਬਿਲਕੁਲ। ਕਹਿੰਦੇ ਸੱਜਣ ਹੁੰਦੇ ਨਸ਼ਿਆਂ ਵਰਗੇ, ਛੱਡਣੇ ਸੌਖੇ ਨੇ। ਕਿ ਜਦੋਂ ਰਿਸ਼ਤੇ ਹੁੰਦੇ ਵੀ ਨਸ਼ਿਆਂ ਵਰਗੇ ਹੁੰਦੇ ਨੇ, ਔਰ ਛੱਡ ਤੇ ਦੇਈਦੇ ਨੇ, ਫਿਰ ਬੰਦਾ ਰਿਸ਼ਤੇ ਤੋੜੀ ਜਾਂਦਾ। ਫਿਰ ਇੱਕ ਸਮਾਂ ਆਉਂਦਾ ਬੰਦਾ ਕੱਲਾ ਜਿਹਾ ਰਹਿ ਜਾਂਦਾ। ਬਿਲਕੁਲ ਕੱਲਾ ਰਹਿ ਜਾਂਦਾ ਜੀ। ਹਾਂ, ਪਲੀਜ਼ ਇਹਨਾਂ ਨੂੰ ਨਾ, ਇਹਦੀ ਕਦਰ ਕਰਿਆ ਕਰੋ। ਇਹ ਗੋਰੇ, ਤੁਹਾਨੂੰ ਪਤਾ ਗੋਰੇ ਦੁਖੀ ਕਿਉਂ ਆ? ਕਿਉਂਕਿ ਲਈ ਇਹਨਾਂ ਨੇ ਇੰਡੀਵਿਜੂਅਲ ਆਪਣੇ ਆਪ ਨੂੰ ਇਕੱਲੇ ਕਰ ਲਿਆ। ਘਰ ਦੀ ਵੀ ਨਹੀਂ ਚਾਹੀਦੀ, ਬੱਚੇ ਵੀ ਨਹੀਂ ਚਾਹੀਦੇ। ਇਹ ਸਭ ਤੋਂ ਜ਼ਿਆਦਾ ਦੁਖੀ ਕਿਉਂ ਹੋ ਗਏ? ਇਹਦਾ ਕਾਰਨ ਹੀ ਇਹੋ ਹੀ ਸੀ। ਇਹਨਾਂ ਕੇਵਲ ਆਪਣਾ ਹੀ ਸੁੱਖ ਵੇਖਿਆ ਵਾ, ਇਹਨਾਂ ਨਹੀਂ ਪਰਵਾਹ ਕੀਤੀ। ਉਹ ਕਹਿੰਦਾ ਮੇਰੀ ਪ੍ਰਾਈਵੇਸੀ। ਉਹ ਪਿਓ ਨੂੰ ਵੀ ਕਹਿੰਦੇ ਕਿ ਬੂਹਾ ਖੋਲਣ ਤੋਂ ਪਹਿਲਾਂ ਨੌਕ ਕਰਨੀ ਆ, ਅੰਦਰ ਨਹੀਂ ਆਉਣਾ ਉਹਦਾ, ਕਿਉਂਕਿ ਮੇਰੀ ਪ੍ਰਾਈਵੇਸੀ ਹੈਗੀ ਹੈ। ਤੇ ਜਿੱਥੇ ਆਪਾਂ ਜਿੱਦਾਂ ਆਪਣਾ ਕਲਚਰ ਸੀ, ਸਾਂਝਾ ਪਰਿਵਾਰ ਹੈ, ਮੈਂ ਇਹ ਕਹਿੰਦਾ ਵਾ ਨੁਕਸਾਨ ਜ਼ਰੂਰ ਹੈ ਸਾਂਝੇ ਪਰਿਵਾਰ ਦੇ ਵਿੱਚ, ਪਰ ਰਿਸ਼ਤੇ ਜਿਹੜੇ ਹੁੰਦੇ ਨਾ, ਉਹਨਾਂ ਨੂੰ ਕੋਸ਼ਿਸ਼ ਕਰੀਏ ਥੋੜਾ ਜਿਹਾ ਚੰਗੇ ਤਰੀਕੇ ਨਾਲ ਨਿਭਾਇਆ ਜਾਵੇ। ਕਿਉਂਕਿ ਆਪਾਂ ਗੋਰਖੀ ਵੀਰ ਜੀ, ਗੋਰਖੀ ਵੀਰ ਜੀ, ਹਾਂਜੀ ਬੋਲੋ। ਹਾਂਜੀ, ਤੇ ਗੋਰਖੀ ਵੀਰ ਜੀ, ਪਰ ਆਪਾਂ ਇਹ ਪ੍ਰਮਾਤਮਾ ਦੇ ਰਾਹ ਤੇ ਚੱਲਣ ਵਾਸਤੇ ਤਾਂ ਆਪਾਂ ਇਕੱਲੇ ਹੀ ਚੱਲਣਾ ਜੀ? ਰਿਸ਼ਤੇਦਾਰੀਆਂ ਬੰਦ ਕਰਦੀਆਂ ਜੀ ਸਾਰੀਆਂ? ਨਹੀਂ, ਉਹ ਭਾਜੀ ਰਿਸ਼ਤੇਦਾਰੀਆਂ ਜੇ ਇੱਕ ਅਲੱਗ ਚੀਜ਼ ਆ, ਉਹ ਸਾਡਾ ਸਮਾਜਿਕ ਜ਼ਿੰਮੇਵਾਰੀਆਂ ਨੇ। ਦੇਖੋ, ਇਹ ਧਰਤੀ ਤੇ ਆਪਾਂ, ਇਹਦਾ ਮਤਲਬ ਨਹੀਂ ਹੈ ਕਿ ਆਪਾਂ ਆਪਣੇ ਫਰਜ਼ ਨਹੀਂ ਨਿਭਾਉਣੇ। ਉੱਤੇ ਬਾਣੀ 'ਚ ਕਿਹਾ ਵਾ ਕਿ ਜੇ ਸੰਸਾਰ ਦੇ ਨਾਲ ਹੀ ਮੇਰਾ ਰਿਸ਼ਤਾ ਸੁਖਾਵਾਂ ਨਹੀਂ ਹੈਗਾ ਤੇ ਮੇਰੀ ਭਗਤੀ ਵੀ ਕਿੱਥੋਂ ਦੀ ਹੋਊਗੀ? ਦੱਸੋ ਮੈਨੂੰ। ਰਿਸ਼ਤਿਆਂ ਨੂੰ ਗੁਰਸ਼ਰਨ ਜੀ ਆਪਾਂ ਨੂੰ ਆਪਣੇ ਲੈਵਲ ਤੇ ਜੋ ਆਪਣਾ ਬਣਦਾ ਵਾ, ਜੋ ਆਪਾਂ ਕਰ ਸਕਦੇ ਹਾਂ, ਉਸ ਦੇ ਰੂਪ ਚ ਆਪਣਾ ਨਿਭਾਉਣਾ ਹੀ ਪੈਣਾ ਵਾ। ਇਹ ਥੋੜੀ ਹੁਣ ਤੁਸੀਂ ਬੱਚੇ ਪੈਦਾ ਕਰਕੇ ਤੇ ਜੰਗਲ ਚ ਭੱਜ ਜਾਓ ਤੇ ਭਗਤੀ ਕਰਨੀ ਸ਼ੁਰੂ ਕਰ ਦਿਓ, ਉਹ ਬੱਚੇ ਜਾਂ ਘਰ ਦੀ ਨੂੰ ਕਿਹਨੇ ਸਾਹਮਣਾ? ਨਿੱਜਾ ਸਾਹਿਬ ਬਿਲਕੁਲ। ਇਹ ਆਪਾਂ ਦੇਖੀਏ, ਮੈਂ ਨਹੀਂ ਕਹਿੰਦਾ ਕਿ ਸੰਸਾਰ ਦੇ ਵਿੱਚ ਬੈਲੈਂਸਿੰਗ ਬੜੀ ਜ਼ਰੂਰੀ ਹੈ। ਇੱਥੋਂ ਤੱਕ ਅਪਰਾ ਵਿਦਿਆ ਤੇ ਪਰਾ ਵਿਦਿਆ ਚ ਵੀ ਬੈਲੈਂਸਿੰਗ ਜ਼ਰੂਰੀ ਹੈ। ਕੱਲੀ ਪਰਾ ਵਿਦਿਆ ਵੀ ਨਹੀਂ ਚੱਲਣੀ ਤੇ ਕੱਲੀ ਅਪਰਾ ਵੀ ਨਹੀਂ ਚੱਲਣੀ। ਇਹ ਜੀਵਨ ਉਹੀ ਸਹੀ ਤਰੀਕੇ ਨਾਲ ਚਲਾ ਸਕਦਾ ਜੋ ਬੰਦਾ ਬੈਲੈਂਸਿੰਗ ਕਰਦਾ। ਸੰਸਾਰ ਦੇ ਵਿੱਚ ਜਿੱਥੇ ਜਿਹੜੀਆਂ ਜ਼ਿੰਮੇਵਾਰੀਆਂ ਨਿੱਜਾ ਸਾਹਿਬ, ਉਹ ਵੀ ਨਿਭਾਉਣੀਆਂ ਪੈਣੀਆਂ ਆਪਾਂ ਨੂੰ। ਬਿਲਕੁਲ। ਧਰਮ ਦਾ ਮਤਲਬ ਹੈ ਕਿ ਇਹ ਨਹੀਂ ਆ ਕਿ ਆ ਬਾਣੀ ਚ ਤੁਹਾਨੂੰ ਤੇ ਕਹਿਣ ਦੇ ਉੱਤੇ ਵੀ ਕੋਈ ਝੂਠ, ਉਹ ਕਹਿੰਦੇ ਬੰਦਾ ਝੂਠ ਬੋਲਣ ਦਿਆ ਤੇ ਉੱਤੋਂ ਦੂਜੇ ਕੰਮ ਸਾਰੇ ਕਰਨ ਦਿਆ।
ਇਹਦਾ ਮਤਲਬ ਝੂਠ ਕਿੱਥੋਂ ਬੋਲਣ ਦਿਆ ਵਾ ਕਿ ਝੂਠ ਤੇ ਸੰਸਾਰ ਨੇ ਬੋਲਣਾ ਉਹਨੇ। ਬਿਲਕੁਲ। ਬੇਸ਼ੱਕ ਉਹ ਭਗਤੀ ਵੀ ਕਰ ਰਿਹਾ ਪਰ ਭਗਤੀ ਤੇ ਨਕਲੀ ਉਹਦੀ, ਕਿਉਂਕਿ ਮੂੰਹ ਝੂਠ ਬੋਲ ਰਿਹਾ। ਇਹਦਾ ਮਤਲਬ ਤੇ ਸੰਸਾਰ ਦੇ ਨਾਲ ਹੀ ਝੂਠ ਬੋਲੂਗਾ। ਨੀਚੇ ਸਾਹਿਬ ਝੂਠ ਕਿੰਨੇ ਬੋਲਣਾ ਉਹਨੇ? ਬਿਲਕੁਲ। ਹਾਂਜੀ ਠੀਕ ਹੈ, ਅਗਲੀ ਤੋਂ ਬੋਲੋ ਜੀ। ਹਾਂ, ਆਖਰੀ ਮਹਾਰਾਜ ਕਹਿ ਰਹੇ, ਕਹਿੰਦੇ ਕਿ ਕਹੋ ਨਾਨਕ ਨਿਸ਼ਚੋ ਤੇ ਆਵੇ। ਕਹਿੰਦੇ ਬਿਲਕੁਲ ਭਾਵਨਾ ਦੇ ਨਾਲ ਮਨ ਲਗਾ ਕੇ ਜਿਹੜਾ ਹੈਗਾ ਪਿਆਰ ਦੇ ਨਾਲ ਜਿਹੜਾ ਹੈਗਾ ਭਗਤੀ ਕਰੇ, ਧਿਆਨ ਸਿਮਰਨ ਕਰੇ ਮਾਲਕ ਪਰਮਾਤਮਾ ਦੀ, ਅੰਦਰੋਂ ਤੇ ਬਾਹਰੋਂ ਇੱਕ ਹੋ ਕੇ। ਬਿਨ ਸਤਿਗੁਰ ਬਾਟ ਨਾ ਪਾਵੇ, ਬਗੈਰ ਗੁਰੂ ਦੇ ਕਹਿੰਦੇ ਰਸਤਾ ਜਿਹੜਾ ਹੈਗਾ ਇਹ ਬਾਟ ਨਹੀਂ ਮਿਲ ਸਕਦੀ ਭਾਈ। ਇਹ ਜਿਹੜਾ ਹੈਗਾ ਗਿਆਨ ਲੈਣਾ ਪਊਗਾ ਭਾਈ। ਹਾਂਜੀ ਨਿਜੇ ਸਾਹਿਬ, ਇਹਦੇ ਚ ਪਤਾ ਕੀ ਕਾਰਨ ਆ? ਇਹ ਸਾਧ ਸੰਗਤ ਜੀ, ਇਹ ਤੁਹਾਨੂੰ ਮੈਂ ਦੱਸਣਾ ਚਾਹੁੰਦਾ। ਅਸਲ ਦੇ ਵਿੱਚ ਨਾ ਇਹ ਬਾਣੀ ਕਿਉਂ ਬਾਰ-ਬਾਰ ਕਹਿੰਦੀ ਹੈ ਕਿ ਇੱਥੇ ਕੋਈ ਬੰਦਾ ਚਾਹੀਦਾ ਹੈ, ਕੋਈ ਬੰਦਾ ਹੈਲਪਿੰਗ ਪਰਸਨ ਚਾਹੀਦਾ ਹੈ? ਉਹਦਾ ਕਾਰਨ ਆ, ਜਦੋਂ ਵੀ ਬੰਦਾ ਇੱਕ ਬ੍ਰਹਮ ਚ ਜਾਂਦਾ ਹੈ ਨਾ ਤੇ ਉਹ ਫਿਰ ਇੱਕ ਪੁੱਲ ਦਾ ਕੰਮ ਕਰਦਾ। ਹੁਣ ਪੁੱਲ ਇੱਕ ਵਾਰੀ ਬਣ ਜੇ ਨਾ ਨਿਜੇ ਸਾਹਿਬ, ਮੁੜ ਕੇ ਮਿਹਨਤ ਥੋੜੀ ਕਰਨੀ ਪੈਂਦੀ ਆ। ਮੇਰੇ ਵਰਗਾ ਤੁਰ ਕੇ ਵੀ ਲੰਘ ਜਾਂਦਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ। ਪਰ ਹਾਂ, ਇਹ ਸਾਧ ਸੰਗਤ ਜੀ ਇਹਦੇ ਚ ਕੋਈ ਫਾੜ ਨਹੀਂ ਹੈਗੀ, ਪਰ ਇੱਥੇ ਕੁਝ ਗੱਲਾਂ ਜਿਹੜੀਆਂ ਜਿਸ ਫਰਕ ਸੱਚ, ਜਦੋਂ ਇੱਕ ਬੰਦਾ ਬ੍ਰਹਮ ਦੇ ਨਾਲ ਜੁੜ ਜਾਂਦਾ ਹੈ ਉਸ ਤੋਂ ਬਾਅਦ ਫਿਰ ਪੁੱਲ ਹੀ ਬਣ ਜਾਂਦਾ ਜੀ। ਫਿਰ ਕੋਈ ਵੀ ਬੰਦਾ ਜਾ ਸਕਦਾ, ਪਰ ਜਾਣਾ ਚਾਹਵੇ ਤਾਂ ਤੋਂ ਕੋਈ ਦਾ ਮਤਲਬ ਕਿ ਉਹਦੇ ਅੰਦਰ ਆ ਸ਼ਰਧਾ ਵੀ ਚਾਹੀਦੀ ਹੈ। ਇਹ ਨਹੀਂ ਕਿ ਮਤਲਬ ਬੇਸ਼ੱਕ ਪ੍ਰਤਾਪ ਘੱਟ ਆ ਫਿਰ ਵੀ ਉਹਦੇ ਚ ਜਾ ਸਕਦਾ, ਕਿਉਂਕਿ ਉਹ ਪੁੱਲ ਬਣ ਗਿਆ ਨਿਜਰ ਸਾਹਿਬ ਉੱਥੇ ਹੁਣ। ਉਹਨੇ ਜਿਹੜੀ ਹੈਗੀ ਸਾਰੇ ਜਿਹੜੇ ਹੈਗੇ ਉਹਨੇ ਅਗਿਆਨਤਾ ਸਾਰੀ ਕੱਟ ਕੇ ਗਿਆਨ ਦੇ ਦੇਣਾ ਹੈ। ਜਿਹੜਾ ਨਿਚੋੜ ਕੱਢ ਕੇ ਤੁਹਾਨੂੰ ਤੁਹਾਡੇ ਹੱਥ ਤੇ ਤੱਤ ਵਸਤੂ ਫੜਾ ਦੇਣੀ ਆ। ਨਹੀਂ ਤਾਂ ਕਿੰਨਾ ਆਪਾਂ ਨੂੰ ਜਿਹੜਾ ਯੁੱਧ ਕਰਨਾ ਪੈਂਦਾ, ਜਿਹੜਾ ਹੈਗਾ ਹਨੇਰੇ ਦੇ ਵਿੱਚ ਲੜਨਾ ਪੈਂਦਾ ਸੀ, ਉਹ ਸਾਰਾ ਜਿਹੜਾ ਹੈਗਾ ਆਪਣਾ ਬਚ ਜਾਂਦਾ ਸਮਾਂ। ਹਾਂਜੀ ਵੀਰ। ਉਹਨੇ ਤੁਹਾਡੀ ਮਿਹਨਤ ਬਚਾ ਦੇਣੀ ਹੈ। ਉਹਨੇ ਤੁਹਾਨੂੰ ਕਹਿ ਦੇਣਾ ਵੀ ਏਦਾਂ ਆ ਵੇਖ ਆ ਫਸਲ ਬੀਜਦੇ ਜਾ ਕੇ, ਬਸ ਤੁਸੀਂ ਜਾ ਕੇ ਬੀਜ ਜਾਣੀ, ਉਹ ਫਸਲ ਉੱਗ ਜਾਣੀ। ਗੱਲ ਇੰਨੀ ਆ। ਉਦਾਂ ਤੁਸੀਂ 100 ਕਿਸਮ ਦੇ ਬੀਜ ਨੇ, ਰੋਡ ਮੈਪ। ਹਾਂ, ਇਹ ਬਾਣੀ ਆਪਾਂ ਨੂੰ ਇਹੋ ਹੀ ਸਿਖਾਉਂਦੀ ਹੈ। ਗਿਆਨ ਨੂੰ ਵੇਖੋ, ਗਿਆਨ ਨੂੰ ਯਥਾਰਥ ਦੇ ਤੌਰ ਤੇ ਸੋਚੋ। ਔਰ ਇਨਸਾਨ ਆਪਣੇ ਨਾਲ ਬੰਦੇ ਨੂੰ ਜੋੜ ਦਿੰਦਾ ਵਾ, ਪਰਮਾਤਮਾ ਨਾਲ ਤੋੜ ਕੇ। ਇਹ ਬੜੀ ਵੱਡੀ ਪ੍ਰੋਬਲਮ ਹੈ। ਇਨਸਾਨ ਨੂੰ ਗੁਲਾਮ ਬਣਾ ਲੈਂਦੇ ਨੇ। ਗਿਆਨ ਕੋਈ ਦੇਣਾ ਨਹੀਂ ਚਾਹੁੰਦਾ, ਕਿਉਂਕਿ ਗਿਆਨ ਦੇ ਦਿੱਤਾ ਨਾ ਤੇ ਇਨਸਾਨ ਨੇ ਜਿਹੜਾ ਭਰਮ ਹੈ, ਵਹਿਮ ਜਿਹੜੇ ਕਰਦੇ ਸਾਰੇ ਬੰਦ ਕਰ ਦਿੰਦੇ। ਇਸ ਕਰਕੇ ਲੋਕ ਕਰਦੇ ਕਿ ਇਨਸਾਨ ਨੂੰ ਗੁਲਾਮ ਬਣਾ ਕੇ ਰੱਖਦੇ ਨੇ ਕਿ ਤੁਸੀਂ ਸਾਡੇ ਕੋਲ ਆਓ, ਸਾਡੇ ਕੋਲ ਜਾਓ, ਅਸੀਂ ਤੁਹਾਡੇ ਗੁਰੂ ਹੈਗੇ ਆ, ਅਸੀਂ ਤੁਹਾਨੂੰ ਏਦਾਂ ਕਰਾਂਗੇ, ਓਦਾਂ ਕਰਾਂਗੇ। ਏਦਾਂ ਕਿਸੇ ਨੂੰ ਗੁਰੂ ਮੰਨਣ ਦੇ ਨਾਲ ਗੱਲ ਨਹੀਂ ਬਣਦੀ। ਗੁਰੂ ਗੋਬਿੰਦ ਸਿੰਘ ਜੀ ਨੇ ਬੜਾ ਕਲੀਅਰਲੀ ਸਮਝਾ ਦਿੱਤਾ ਹੈ ਕਿ ਮੇਰਾ ਗੁਰੂ ਕੌਣ ਹੈ। ਗਿਆਨ ਪ੍ਰਾਪਤ ਕਰਨ ਦਾ ਮਤਲਬ ਇੱਥੇ ਗਾਈਡ ਆ। ਕੋਈ ਗੁਰੂ ਦਾ ਮਤਲਬ ਇਹ ਨਹੀਂ ਕਿ ਕਿਸੇ ਦੇ ਕੋਲ ਜਾ ਕੇ ਗਿੱਟਿਆਂ ਨੂੰ ਹੱਥ ਲਾਤਾ ਤੇ ਉਹ ਕੰਮ ਹੋ ਗਿਆ। ਉਹਨੇ ਗਿਆਨ ਹੀ ਦੇਣਾ ਵਾ ਤੁਹਾਨੂੰ। ਉਹਨੇ ਦੱਸਣਾ ਵਾ ਕਿ ਇਹ ਪਰਾ ਵਿਦਿਆ ਪਹਿਲਾਂ ਜਿਹੜੀ ਹੈਗੀ ਇਹਨੂੰ ਸਮਝ, ਤੇ ਇਹ ਆ ਜਿਹੜੀ ਮੈਂ ਤੈਨੂੰ ਪੜਾਉਂਦੇ ਇਹ ਅਪਰਾ ਵਿਦਿਆ। ਤੇ ਪਰਾ ਵਿਦਿਆ ਦੀ ਪ੍ਰਾਪਤੀ ਤੁਸੀਂ ਖੁਦ ਕਰਨੀ ਆ, ਔਰ ਇਹਦੀ ਤੁਹਾਨੂੰ ਭਗਤੀ ਕਰਨੀ ਪੈਣੀ ਆ। ਤਰੀਕਾ ਤੁਹਾਨੂੰ ਮੈਂ ਦੱਸ ਦਿੰਦਾ ਵਾ, ਤੇ ਇਹ ਤਰੀਕਾ ਹੈਗਾ ਵਾ। ਆਪਣੇ ਰਸਤੇ ਤੇ ਚੱਲੋ ਤੇ ਆਪਣਾ ਮਾਰਗ ਜਿਹੜਾ ਹੈਗਾ ਉਹ ਤੁਸੀਂ ਖੁਦ ਹੀ ਬਣਾਉਣਾ ਹੈ। ਤੁਹਾਨੂੰ ਖੁਦ ਚੱਲਣਾ ਪੈਣਾ। ਉਹਦੇ ਵਿੱਚ ਕੋਈ ਮਦਦ ਨਹੀਂ ਕਰਦਾ, ਉਹਦੇ ਚ ਬ੍ਰਹਮ ਹੀ ਮਦਦ ਕਰ। ਕੇਵਲ ਅਸੀਂ ਇੱਕ ਕੰਮ ਕਰਨਾ ਹੁੰਦਾ, ਨਿਰਵਿਚਾਰ ਹੋ ਕੇ ਆਪਣੇ ਅੰਦਰ ਸਥਿਰ ਹੋਣਾ ਹੁੰਦਾ। ਉਸ ਤੋਂ ਬਾਅਦ ਨਿੱਜਾ ਸਾਹਿਬ ਜਿਹੜੀ ਸਾਰੀ ਯਾਤਰਾ ਉਹ ਬ੍ਰਹਮ ਦੇ ਹੱਥ ਦੀ, ਬਾਹਰ ਬ੍ਰਹਮ ਦੇ। ਤੇ ਉਹ ਬਸ ਇਹ ਹੱਥ ਖੜਾ ਕਰਦਾ ਜੀਵ, ਹੋਰ ਕੁਝ ਵੀ ਨਹੀਂ ਕਰਨ ਦੀ ਲੋੜ। ਅੱਜ ਤੱਕ ਜਿੰਨੇ ਵੀ ਪ੍ਰਮਾਤਮਾ ਨੂੰ ਦੇਖਿਆ ਜਾਂ ਜਾਣਿਆ, ਉਹਨੇ ਕੇਵਲ ਇੰਨਾ ਕੰਮ ਕੀਤਾ, ਹੱਥ ਖੜਾ ਕੀਤਾ ਤੇ ਜਾ ਕੇ ਅੰਦਰ ਧਿਆਨ ਹੋ ਕੇ ਬੈਠਾ। ਬਾਕੀ ਉਹ ਜਿਹੜੀ ਯਾਤਰਾ ਹੈ ਉਹ ਕਿੱਦਾਂ ਕਰਦਾ ਹੈ, ਉਹ ਕਿੱਦਾਂ ਅਗਿਆਨ ਤੋਂ ਮੁਕਤ ਕਰਦਾ ਹੈ, ਕਿੱਦਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਸ਼ਟ ਹੋ ਜਾਂਦੇ ਨੇ, ਰਾਗ ਦਵੇਸ਼ ਤੋਂ ਮੁਕਤੀ ਮਿਲ ਜਾਂਦੀ ਹੈ, ਜੀਵਨ ਉੱਚਾ ਹੋ ਜਾਂਦਾ ਹੈ, ਬ੍ਰਹਮ ਨਾਦ ਕਿੱਦਾਂ ਪ੍ਰਗਟ ਹੋ ਜਾਂਦਾ ਹੈ। ਇਹ ਸਾਰੀ ਜਿਹੜੀ ਕਿਰਿਆ ਹੈ ਉਹ ਸਾਡੇ ਹੱਥ 'ਚ ਨਹੀਂ ਹੈਗੀ, ਉਹ ਪ੍ਰਮਾਤਮਾ ਦੇ ਹੱਥ 'ਚ ਆ। ਔਰ ਜਦੋਂ ਵੀ ਉਹ ਪ੍ਰਮਾਤਮਾ ਸਾਨੂੰ ਵੇਖਦਾ ਹੈ, ਬਾਰ-ਬਾਰ ਅਸੀਂ ਜਾਂਦੇ ਹਾਂ ਉਹਦੇ ਚਰਨਾਂ 'ਚ ਆਪਣੀ ਸੁਰਤੀ ਕਾਗਰ ਕਰਦੇ ਹਾਂ, ਤਾਂ ਫਿਰ ਇੱਕ ਦਿਨ ਸਾਡੇ ਝੋਲੀ 'ਚ ਖੈਰ ਪਾ ਦਿੰਦਾ, ਆਪਣਾ ਨਾਮ ਦੇ ਦਿੰਦਾ ਹੈ। ਔਰ ਫਿਰ ਉਹ ਬਾਣੀ ਤੇ ਕਹਿੰਦੀ ਆਵਣ ਦੇਵੇ ਤੇ ਆਵਾਂ। ਉਹ ਫਿਰ ਵੇਂਦਾ ਰਹਿੰਦਾ ਕਿ ਇਹ ਨਹੀਂ ਬ੍ਰਹਮ ਏਦਾਂ ਬੈਠਾ ਵਾ, ਬ੍ਰਹਮ ਨੂੰ ਵੀ ਪਤਾ ਵਾ ਕਿ ਭਗਤ ਕਿੱਥੇ ਕਿੱਥੇ ਹੈਗੇ, ਵੇਂਦਾ ਵਾ। ਫਿਰ ਉਹ ਇੱਕ ਦਿਨ ਆਉਂਦਾ ਤੇ ਤੁਹਾਨੂੰ ਕਹਿੰਦਾ ਆ ਜਾਓ। ਸਹੀ ਹੈ ਨਿੱਜਾ ਸਾਹਿਬ? ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਇੱਕ ਹੋਰ ਸ਼ਲੋਕ ਲੈ ਲਈਏ। ਹਾਂਜੀ ਲੈ ਲਓ। ਨਿਫਲੰਗ ਤस्य ਜਨਮस्य ਜਾਵਦ ਬ੍ਰਹਮ ਨਾ ਬਿੰਦਤੇ। ਕਹਿੰਦੇ ਜਿਹਨੇ ਨਹੀਂ ਧਿਆਨ ਸਿਮਰਨ ਕੀਤਾ, ਨਹੀਂ ਇਹ ਜਿਹੜੀ ਹੈਗੀ ਬ੍ਰਹਮ ਵਾਲੀ ਯਾਤਰਾ ਕੀਤੀ, ਆਤਮ ਵਾਲੀ ਯਾਤਰਾ ਨਹੀਂ ਕੀਤੀ, ਜਿਸਨੇ ਦੁਨੀਆ 'ਚ ਇਨਸਾਨ ਦੇ ਜਾਮੇ ਦੇ ਵਿੱਚ ਆ ਗਿਆ ਆ,
ਇਨਸਾਨ ਦਾ ਸਰੀਰ ਹੈਗਾ ਉਹਦੇ ਕੋਲ, ਕਹਿੰਦੇ ਉਹਨੇ ਤਾਂ ਫਿਰ ਜਿਹੜਾ ਹੈਗਾ ਨੇਫਲ ਕਵਾ ਲਿਆ। ਨੇਫਲੰ ਤਸ ਜਨਮस्य ਜਾਵਦ, ਉਹਦਾ ਜਨਮ, ਤस्य ਮਤਲਬ ਉਹਦਾ, ਜਨਮस्य ਮਤਲਬ ਜਨਮ, ਜਾਵਦ ਕਹਿੰਦੇ ਜਾਂਦਾ ਆ। ਨੇਫਲੰ ਬਗੈਰ ਫਲ ਦੇ, ਬ੍ਰਹਮ ਨਾ ਬਿੰਦਤੇ, ਪਰਮਾਤਮਾ ਦੇ ਨਾਲ ਸਾਂਝ ਨਹੀਂ ਪਾਈ, ਬ੍ਰਹਮ ਨੂੰ ਨਹੀਂ ਬਿੰਦਿਆ, ਮਾਲਕ ਦੇ ਨਾਲ ਜਾਣ ਪਛਾਣ ਨਹੀਂ ਕੀਤੀ। ਸਾਗਰੰਗ ਸੰਸਾਰस्य ਗੁਰ ਪ੍ਰਸਾਦੀ ਤਰ੍ਹਾਂ ਕੇ, ਕਹਿੰਦੇ ਸਾਗਰ ਸੰਸਾਰ ਹੈਗਾ, ਇਹ ਵਿਸ਼ੇ ਵਿਕਾਰਾਂ ਦਾ ਸੰਸਾਰ ਦੁੱਤਰ ਹੈਗਾ, ਗੁਰੂ ਦੇ ਪ੍ਰਸਾਦ ਦੇ ਨਾਲ। ਗੁਰੂ ਦਾ ਪ੍ਰਸਾਦ ਕੀ ਹੈ? ਧਿਆਨ, ਸਿਮਰਨ, ਗਿਆਨ। ਗੁਰ ਪ੍ਰਸਾਦੀ ਤਰ੍ਹਾਂ ਕੇ, ਕਹਿੰਦੇ ਕੋਈ ਜਿਹੜੇ ਹੈਗੇ ਤਰ ਜਾਂਦੇ ਆ ਸੰਸਾਰ ਸਾਰ, ਇਹ ਜਿਹੜਾ ਹੈਗਾ ਇਹ ਭਗਤੀ ਕਰਕੇ। ਕਰਨ ਕਾਰਨ ਸਮਰੱਥ ਹੈ, ਕਹੋ ਨਾਨਕ ਵਿਚਾਰ, ਕਹਿੰਦੇ ਇਹ ਸਾਰਾ ਜਿਹੜਾ ਹੈਗਾ ਕਰਨਾ ਤੇ ਕਾਰਨ ਉਹ ਮਾਲਕ ਸਮਰੱਥਿਆ ਪਾਏ। ਕਰਨ ਕਾਰਨ ਸਮਰੱਥ ਹੈ ਮਾਲਕ ਪਰਮਾਤਮਾ। ਕਹੋ ਨਾਨਕ ਵਿਚਾਰ, ਕਹਿੰਦੇ ਉਹਦੀ ਭਗਤੀ ਕਰ, ਉਹਦਾ ਧਿਆਨ ਸਿਮਰਨ ਕਰ। ਵਿਚਾਰ ਦਾ ਮਤਲਬ ਹੈ ਉਹ ਵਿਚਾਰ, ਤੂੰ ਉਹਨੂੰ ਮਾਲਕ ਪਰਮਾਤਮਾ ਨੂੰ, ਉਹਦਾ ਧਿਆਨ ਸਿਮਰਨ ਕਰ। ਕਾਰਨ ਕਰਤੇ ਵਸ ਹੈ ਜਿਹਨੇ ਕੱਲ ਰੱਖੀ ਤਾਰ, ਇਹ ਕਾਰਨ ਮਾਲਕ ਪਰਮਾਤਮਾ ਦੇ ਕੋਲ ਆ। ਉਸ ਮਾਲਕ ਪਰਮਾਤਮਾ ਦੇ ਕੋਲ ਜਿਹਦੇ ਕੋਲ ਸਾਰੀ ਕਲਾ ਹੈਗੀ, ਜਿਹਦੇ ਕੋਲ ਸਾਰੀ ਸ਼ਕਤੀ ਹੈਗੀ ਆ, ਉਹਨੇ ਆਪਣੇ ਆਪ ਜਿਹੜਾ ਹੈਗਾ ਤੈਨੂੰ ਤੇ ਤੇਰੀ ਜਿਹੜੀ ਹੈ ਭਗਤੀ ਨੂੰ ਜਿਹੜਾ ਹੈਗਾ ਫਲ ਲਾ ਦੇਣਾ ਹੈ ਮਾਲਕ ਪਰਮਾਤਮਾ ਨੇ। ਹਾਂਜੀ ਵੀਰ ਜੀ। ਹਾਂਜੀ ਨਿਜ ਸਾਹਿਬ ਤੁਕ ਬੋਲ ਦੋ। ਨਿਫਲੰ ਤस्य ਜਨਮस्य ਜਾਵਦ ਬ੍ਰਹਮ ਨ ਬਿੰਦਤੇ, ਸਾਗਰੰ ਸੰਸਾਰस्य ਗੁਰ ਪ੍ਰਸਾਦੀ ਤਰ੍ਹਾਂ ਕੇ। ਹਾਂਜੀ ਬਿਲਕੁਲ ਠੀਕ ਹੈ ਜੀ। ਇਹ ਕਹਿੰਦੇ ਕਿ ਜਦ ਤੱਕ ਤੁਸੀਂ ਬ੍ਰਹਮ ਦੇ ਨਾਲ ਸਾਂਝ ਨਹੀਂ ਪਾਉਂਦੇ, ਹਾਂ, ਤੇ ਤੁਹਾਡਾ ਜੀਵਨ ਜਿਹੜਾ ਨਸ਼ਟ ਹੋ ਜਾਣਾ, ਵੇਸਟ ਆ, ਬਿਲਕੁਲ ਜ਼ੀਰੋ ਆਊਟਪੁੱਟ। ਕਹਿੰਦੇ ਦੁੱਕੀ ਦੀ ਨਹੀਂ ਹੈਗੀ। ਹਾਂ, ਕਹਿੰਦੇ ਨਾ ਬਾਣੀ ਚ ਕਹਿੰਦੇ ਆ ਨਾ, ਕਿ ਉਹ ਬਾਣੀ ਚ ਕਹਿੰਦਾ ਕਬੀਰ ਜੀ, ਜਾਂ ਤੇ ਸੂਰਮਾ ਜੰਮੇ ਜਾਂ ਭਗਤ ਜੰਮੇ ਤੇ ਕਾਹੇ ਗਵਾਏ ਨੂਰ। ਉਹ ਹਿਸਾਬ ਹੈ। ਕਹਿੰਦੇ ਕੋਈ ਫਾਇਦਾ ਹੀ ਕੀ ਹੋਇਆ ਤੁਹਾਡੇ ਆਉਣ ਦਾ। ਇਹ ਨਾ ਉਹਨਾਂ ਦੀ ਸੂਰਦਾਸ ਜੀ ਦੀ, ਤੁਲਸੀਦਾਸ ਜੀ ਦੀ ਬਾਣੀ ਹੈ ਜੀ। ਅੱਛਾ, ਤੁਲਸੀਦਾਸ ਦੀ ਆ। ਉਹ ਤੇ ਕਹਿੰਦੇ ਨਾ ਕਿ ਜਾਂ ਤੇ ਸੂਰਾ ਜੰਮੋ ਜਾਂ ਭਗਤ ਜੰਮੋ, ਜਾਂ ਇਹ ਕਹਿੰਦੇ ਕਾਹੇ ਗਵਾਏ ਨੂਰ ਤੋਂ ਕਹਿੰਦਾ ਨੂਰ ਗਵਾਉਣੀ ਆ। ਉਸੇ ਤਰ੍ਹਾਂ ਬਾਣੀ ਕਹਿ ਰਹੀ ਹੈ ਕਿ ਨੇਫਲ ਹੈ ਤੂੰ। ਨੇਫਲ ਦਾ ਮਤਲਬ ਵਿਅਰਥ। ਹਾਂ, ਉਹ ਤੁਲਸੀਦਾਸ ਜੀ ਕਹਿੰਦੇ ਆ ਵੀ, ਤੁਲਸੀਦਾਸ ਜੀ ਕਹਿੰਦੇ ਆ ਕਿ ਜਨਨੀ ਜਨੇ ਤੋਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾਹੀ ਤਾਂ ਜਨਨੀ ਬਾਂਝ ਰਹੇ, ਕਾਹੇ ਗਵਾਵੇ ਨੂਰ। ਕਰ ਲੋ ਗੱਲ। ਉਹ ਕਹਿੰਦੇ ਕਾਹੇ ਗਏ ਨੂਰ ਗਵਾਉਣ, ਕਾਹਨੂੰ ਇਹ ਪੰਗੇ ਚ ਪਈ ਐਵੇਂ ਹੀ ਕੀੜਾ ਮਕੌੜਾ ਧਰਤੀ ਤੇ ਪੈਦਾ ਕਰ ਦੇਂਗੀ, ਫਾਇਦਾ ਕੀ ਉਹਦਾ? ਨਾ ਜੰਮ ਉਹਨੂੰ ਚੰਗਾ। ਇੱਥੇ ਬਾਣੀ ਇਹੋ ਕਹਿੰਦੇ ਆ ਕਿ ਜੇ ਤੂੰ ਧਰਤੀ ਤੇ ਆ ਕੇ ਤੇ ਉਹ ਨਿਰਗੁਣ ਬ੍ਰਹਮ ਨੂੰ ਨਹੀਂ ਜਾਣਿਆ, ਪਰ ਕੋਈ ਚੰਦ ਲੋਕ ਹੀ ਜਾਣਦੇ ਨੇ, ਭੀੜ ਤੇ ਉੱਥੇ ਜਾਂਦੀ ਕੋਈ ਨਾ। ਕੋਈ ਮਾਈ ਦਾ ਲਾਲ ਹੀ ਨਿਕਲਦਾ ਹੈ, ਕੋਈ ਬੋਧੀ, ਕੋਈ ਦੇਵੀ ਦੇਵਤੇ, ਕੋਈ ਗੁਰੂ, ਕੋਈ ਮੰਦਿਰ, ਕੋਈ ਗੁਰਦੁਆਰੇ, ਪਤਾ ਨਹੀਂ ਕਿੱਥੇ ਕਿੱਥੇ ਚਿੰਬੜਿਆ। ਬ੍ਰਹਮ ਦੇ ਕੋਲ ਕੋਈ ਜਾਂਦਾ ਨਹੀਂ। ਤੇ ਜੇ ਕੋਈ ਨਹੀਂ ਜਾਂਦਾ ਤੇ ਕੀ ਹੁੰਦਾ? ਕਹਿੰਦੇ ਨੇਫਲ ਲਿਆਓ। ਉਹਨੂੰ ਜਾਣੇ ਬਿਨਾ ਵਿਅਰਥ, ਪਰਮਾਤਮਾ ਨੂੰ ਜਾਣੇ ਬਿਨਾ ਆਊਟਪੁੱਟ ਹੀ ਨਹੀਂ ਆਉਣੀ, ਜੀਵਨ ਉੱਚਾ ਹੀ ਨਹੀਂ ਹੋਣਾ। ਨਿਜਰ ਸਾਹਿਬ ਬਿਲਕੁਲ। ਉਹ ਉੱਤੇ ਕੱਲ ਉੱਤੇ ਤੇ ਕਹਿੰਦੇ ਆ ਕਿ ਆਪਾਂ ਸਾਰਾ ਕੁਝ ਤੇ ਕਰਦੇ ਆ ਇਹਦੇ ਵਿੱਚ, ਤੇ ਇਹਦਾ ਤੇ ਆਹ ਤੇ ਕਹਿੰਦੇ ਮੁੱਖ ਝੂਠ। ਸਿਲ ਪੂਜਾ ਕਰੀ ਜਾਂਦਾ, ਕੋਈ ਮੱਥਾ ਟੇਕਿਆ, ਕੋਈ ਸਮਾਧੀ ਲਾ ਕੇ ਬੈਠਾ ਹੈ, ਸਾਰਾ ਕੁਝ ਕਰੀ ਜਾਂਦੇ, ਮਾਲਾ ਵੀ ਪਾਈ, ਤਿਲਕ ਵੀ ਲਾਇਆ, ਤੇ ਧੋਤੀ ਸਭ ਕੁਝ ਰੱਖਿਆ, ਆਪਣੇ ਆਪ ਨੂੰ ਸ਼ੋਅ ਕਰਦਾ ਕਿ ਮੈਂ ਤਿਆਗੀ ਹੈਗਾ। ਤੇ ਬਾਣੀ ਇਹ ਕਹਿੰਦੀ ਆ ਕਿ ਜੇਕਰ ਤੈਨੂੰ ਬ੍ਰਹਮ ਹੀ ਨਹੀਂ ਮਿਲਿਆ ਤੇ ਫਿਰ ਨੇਫਲ ਹੀ ਸਾਰਾ ਕੁਝ ਹੈ। ਇਹ ਜਿਹੜਾ ਤੇਰਾ ਦਿਖਾਵਾ ਹੈਗਾ ਇਹ ਸਾਰਾ ਤੇਰਾ ਭਰਮ ਹੀ। ਕਿਹਨੂੰ ਧੋਖਾ ਦੇਂਦੇ ਆ? ਲੋਕਾਂ ਨੂੰ ਨਹੀਂ, ਤੂੰ ਆਪਣੇ ਆਪ ਨੂੰ ਧੋਖਾ ਦੇਂਦੇ ਆ। ਬ੍ਰਹਮ ਨੂੰ ਤੂੰ ਜਾਣਿਆ ਨਹੀਂ, ਤੂੰ ਬ੍ਰਹਮ ਨੂੰ ਕੇਵਲ ਸੁਣਿਆ ਹੈ, ਲੋਕਾਂ ਦੀਆਂ ਗੱਲਾਂ ਸੁਣੀਆਂ ਨੇ, ਲੋਕਾਂ ਦੀਆਂ ਕਹਾਣੀਆਂ ਸੁਣੀਆਂ ਨੇ। ਪਰ ਤੈਨੂੰ ਜੇਕਰ ਬ੍ਰਹਮ ਦੀ ਪ੍ਰਾਪਤੀ ਹੁੰਦੀ ਤੇ ਤੇਰੇ ਅੰਦਰ ਜਿਹੜੀ ਪਿਆਸ ਸੀ ਉਹ ਤ੍ਰਿਪਤ ਹੋ ਜਾਣੀ ਚਾਹੀਦੀ ਸੀ। ਨਜ਼ਰ ਸਾਹਿਬ ਬਿਲਕੁਲ, ਉਹ ਤੇਰੀ ਤ੍ਰਿਪਤ ਨਹੀਂ ਹੋਈ। ਹਾਂਜੀ ਨਜ਼ਰ ਸਾਹਿਬ ਅੱਗੇ ਬੋਲੀ। ਕਰਨ ਕਾਰਨ ਸਮਰੱਥ ਹੈ, ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਕਰਨ ਕਾਰਨ ਸਮਰੱਥ ਹੈ ਮਾਲਕ ਪਰਮਾਤਮਾ। ਸਾਰਾ ਕੁਝ ਤੂੰ ਉਹਦੀ ਭਗਤੀ ਕਰ ਬਸ। ਕਹੋ ਨਾਨਕ ਵਿਚਾਰ, ਮਾਲਕ ਪਰਮਾਤਮਾ ਨੂੰ ਵਿਚਾਰਾਂ ਦੇ ਵਿੱਚ ਲੈ ਕੇ ਆ, ਉਹਦਾ ਧਿਆਨ, ਉਹਦਾ ਸਿਮਰਨ ਕਰ। ਕਰਨ ਕਾਰਨ ਸਮਰੱਥ ਹੈ, ਕਹੋ ਨਾਨਕ ਵਿਚਾਰ, ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਤਾਰ। ਕਹਿੰਦੇ ਉਹ ਮਾਲਕ ਪਰਮਾਤਮਾ ਦੇ ਹੱਥ ਦੇ ਵਿੱਚ ਹੈ ਸਾਰਾ ਕਾਰਨ। ਮਾਲਕ ਉਹਦੇ ਵਿੱਚ ਸਾਰੀ ਕਲਾ ਮਾਲਕ ਦੇ ਹੱਥ ਦੇ ਵਿੱਚ ਹੈਗੀ।
ਤੂੰ ਭਗਤੀ ਕਰ, ਆਪਣੇ ਆਪ ਮਾਲਕ ਪਰਮਾਤਮਾ ਨੇ ਤੈਨੂੰ ਫਲ ਦੇ ਦੇਣਾ। ਉਹ ਤਾਂ ਤਿਆਰ ਬੈਠਾ ਹੋਇਆ, ਆਪਾਂ ਹੀ ਜਿਹੜੇ ਹੈਗੇ ਲੇਟ ਆਪਾਂ ਹੀ ਹੈਗੇ। ਹਾਂਜੀ ਬਿਲਕੁਲ ਸਹੀ ਹੈ ਜੀ। ਸਾਧ ਸੰਗਤ ਜੀ, ਪਰਮਾਤਮਾ ਕਿਸੇ ਰੂਪ 'ਚ ਵੀ ਆਉਂਦਾ ਵਾ। ਇਹਨੂੰ ਹੁਣ ਇੱਕ ਕੁੱਤਾ ਆ ਗਿਆ ਆਪਣੇ ਘਰੇ, ਉਹਨੂੰ ਰੋਟੀ ਪਾ ਦਈਏ, ਕਹਾਣੀ ਵੀ ਹੈਗੀ ਆ। ਕੁੱਤਾ ਆ ਗਿਆ ਸੀ, ਉਹਨੇ ਡਾਂਗਾ ਫੇਰੀਆਂ, ਉਹ ਸੋਚਦਾ ਕੋਈ ਬੜਾ ਲਿਸ਼ਕਾ ਪੁਸ਼ਕਿਆ ਕੋਈ ਸੰਤ ਆਊਗਾ, ਹੱਥ 'ਚ ਕਮੰਡਲ ਫੜਿਆ ਹੋਣਾ, ਦਾੜਾ ਲੰਬਾ ਛੱਡਿਆ ਹੋਊਗਾ, ਚਿੱਟੇ ਰੰਗ ਦੇ ਸੂਟ ਪਾਏ ਹੋਣਗੇ, ਉਹਨੂੰ ਰੋਟੀ ਖਵਾਉਣੀ ਹੈ। ਪਰ ਪਰਮਾਤਮਾ ਤੇ ਕਿਸੇ ਰੂਪ 'ਚ ਵੀ ਆ ਸਕਦਾ ਹੈ। ਇਹ ਤੇ ਸਾਡੀ ਨਜ਼ਰ ਆ, ਸਾਡੀ ਨਜ਼ਰ ਚਾਹੀਦੀ ਆ। ਕਿਉਂਕਿ ਇੱਥੇ ਬਾਹਰ ਜਿਹੜੇ ਗਰੀਬ ਬੈਠੇ ਹੁੰਦੇ, ਆਪਾਂ ਉਹਨਾਂ ਨੂੰ ਰੋਟੀ ਨਹੀਂ ਖਵਾਉਂਦੇ ਹਨਾ। ਆਪਾਂ ਸੋਚਦੇ ਆ ਕਿ ਉਹ ਵੱਡੇ ਵੱਡੇ ਸੰਤ ਆਉਣ ਤੇ ਉਹਨਾਂ ਨੂੰ ਖਵਾਈ ਦਾ ਕੋਈ ਫਾਇਦਾ ਨਹੀਂ, ਉਹ ਫਿਰ ਨਾ ਉਹਨਾਂ ਨੂੰ ਖਵਾਉਣ ਦੇ ਨਾਲ ਸੰਖ ਵੱਜਣਾ। ਹਾਂਜੀ ਨਿੱਜਰ ਸਾਹਿਬ, ਸਫਲ ਹੀ ਹੋਣਾ ਜੱਗ। ਬਿਲਕੁਲ, ਉਹ ਤਾਂ ਜੀ ਰੱਜੇ। ਆਪਾਂ ਕੀ ਕਰਦੇ ਆ ਦੇਖ ਲਓ, ਐਕਚੁਅਲੀ ਜਿਹੜਾ ਹੈ ਨਾ, ਗੁਰਦੁਆਰਿਆਂ ਦੇ ਵਿੱਚ ਵੀ ਮੰਦਿਰਾਂ ਦੇ ਵਿੱਚ ਵੀ ਕੀ ਹੁੰਦਾ ਹੈ, ਜਿਹੜੇ ਵੀ ਆਉਂਦੇ ਰੱਜੇ ਰਜਾਏ ਹੁੰਦੇ ਸਾਰੇ, ਰੱਜਿਆਂ ਨੂੰ ਹੋਰ ਅਫਾਰਾ ਚੜਾਉਣੇ ਆ ਆਪਾਂ। ਔਰ ਗਰੀਬ ਵਿਚਾਰੇ ਦੇਖਿਆ ਕਰੋ, ਜਿੱਥੇ ਪੱਤਲ ਜਾਂ ਜੂਠੇ ਜਿਹੜੇ ਸੁੱਟਦੇ ਆ, ਉੱਥੇ ਕਿਵੇਂ ਜਿਹੜੇ ਉਹ ਜਾ ਕੇ ਜੂਠ ਨੂੰ ਇਕੱਠਾ ਕਰਦੇ ਆ ਔਰ ਚੱਕਦੇ ਆ ਔਰ ਖਾਂਦੇ ਆ। ਹਾਂ, ਤੇ ਨਿੱਜਰ ਸਾਹਿਬ, ਸਾਡੀ ਇਹ ਵਿਚਾਰ ਕਿਹਨੇ ਕਰਨੀ? ਗੁਆਂਢੀਆਂ ਥੋੜੀ ਕਰਨੀ ਹੈ, ਇਹ ਤੇ ਅਸੀਂ ਕਰਨੀ ਹੈ ਨਾ। ਜਿਹੜਾ ਬੰਦੇ ਦੀ ਪਤਾ ਕੀ ਇੱਕ ਫਿਤਰਤ ਹੈਗੀ ਆ। ਮੈਂ ਮਹਿਸੂਸ ਕਰਦਾ ਕਿ ਜਿੱਦਾਂ ਪਿੰਡ ਦੇ ਵਿੱਚ ਮੰਨ ਲਓ ਆਪਣੇ ਆਂਢ ਗੁਆਂਢ ਆ, ਹੁਣ ਆਪਾਂ ਨੂੰ ਲੋੜ ਆ, ਆਪਾਂ ਗੁਰਦੁਆਰਾ ਤੇ ਬਹੁਤ ਵੱਡਾ ਬਣਾ ਦਿੰਦੇ ਆ, ਪਰ ਸਕੂਲ ਦੇ ਵਿੱਚ ਜਿੱਥੇ ਬੱਚੇ ਵਿਦਿਆਰਥੀਆਂ ਪੜ੍ਹਨਾ ਨੇ, ਜੇ ਉਹਨਾਂ ਦੀਆਂ ਡਰੈਸਾਂ ਹੀ ਸਹੀ ਨਹੀਂ ਹੈ ਨਿੱਜਰ ਸਾਹਿਬ, ਤੇ ਉਹਦੀ ਜ਼ਿੰਮੇਵਾਰੀ ਪਿੰਡ ਦੇ ਸਰਪੰਚ ਦੀ ਹੈ ਨਾ। ਕਮ ਸੇ ਕਮ ਤੂੰ ਇੱਕ ਅਨਾਉਂਸਮੈਂਟ ਕਰ, ਬਈ ਏਦਾਂ ਕਰੋ, ਜਿੱਥੇ ਆਪਾਂ ਗੁਰਦੁਆਰੇ ਕਣਕ ਦੀ ਬੋਰੀ ਚੜਾਉਂਦੇ ਆ, ਇੱਕ ਬੋਰੀ ਇੱਥੇ ਵੀ ਦਿਓ। ਕੀ ਫਰਕ ਪੈਂਦਾ ਨਿੱਜਰ? ਔਰ ਨਾਲੇ ਵੈਸੇ ਵੀ ਦਾਨ ਕੀਤਾ ਨਿੱਜਰ ਸਾਹਿਬ, ਘਟਦਾ ਥੋੜੀ ਹੈ, ਉਹ ਤੇ ਵਾਧਾ ਵਾ। ਬਿਲਕੁਲ। ਇਹ ਨਿੱਜਰ ਸਾਹਿਬ, ਇਹ ਦੁਨੀਆ 'ਚ ਇੱਕ ਵਹਿਮ ਬਹਿ ਗਿਆ ਕਿ ਸ਼ਾਇਦ ਦਾਨ ਕੀਤਿਆਂ ਪਤਾ ਕਿੱਥੇ ਵਾਧਾ ਜੀ। ਸਹੀ ਜਗ੍ਹਾ ਤੇ ਕੀਤਾ ਦਾਨ, ਜੇ ਗਲਤ ਜਗ੍ਹਾ ਤੇ ਕੀਤਾ ਉਹ ਨਹੀਂ ਵਧਣਾ, ਉਹ ਉਹਦੇ ਤੋਂ ਹੰਕਾਰ ਲਈ ਕਰਦਾ। ਪਰ ਇੱਥੇ ਜੇ ਪਿੰਡਾਂ 'ਚ ਵੀ ਆਪਾਂ ਹੈਲਪ ਕਰ ਸਕਦੇ ਹਾਂ, ਜਾਂ ਆਪਣੇ ਆਂਢ ਗੁਆਂਢ ਵੀ, ਜਿੱਥੇ ਵੀ ਸਾਨੂੰ ਜ਼ਰੂਰਤਮੰਦ ਕੋਈ ਦਿਖਦਾ, ਔਰ ਜਿੱਡੀ ਸਾਡੀ ਆਪਣੀ ਪੋਜੀਸ਼ਨ ਹੈ, ਦਾਨ ਕੀਤਿਆਂ ਪ੍ਰਮਾਤਮਾ ਬੜਾ ਖੁਸ਼ ਹੁੰਦਾ। ਦਾਨ ਦਾ ਮਤਲਬ ਇਹ ਨਹੀਂ ਹੈ ਕਿ ਦਾਨ ਦੇ ਦਿਓ, ਭੀਖ ਦਿਓ। ਦਾਨ ਦਾ ਮਤਲਬ ਕਿ ਉਹਨੂੰ 10-20 ਦਿਓ ਤੇ ਉਹਨੂੰ ਕਹੇ ਭਲਾ ਰੇੜੀ ਲਾ ਲਾ ਤੇ ਆਪਣਾ ਕੰਮ ਖੋਲ ਤੇ ਸਬਜ਼ੀ ਵੇਚ ਜਾਂ ਕੋਈ ਚੀਜ਼ ਵੇਚ। ਇਹਨੂੰ ਕਹਿੰਦੇ ਦਾਨ। ਇਹ ਨਹੀਂ ਕਿ ਉਹਨੂੰ ਮੰਗਤਾ ਬਣਾਈਓ। ਮੇਰੇ ਫਾਦਰ ਸਾਹਿਬ ਨੇ ਇੱਕ ਗੱਲ ਦੱਸੀ, ਕਹਿੰਦਾ ਪੁੱਤ, ਡੋਂਟ ਗਿਵ ਅ ਫਿਸ਼, ਟੀਚ them how to get a fish। ਕਹਿੰਦਾ ਕਿਸੇ ਨੂੰ ਮੱਛੀ ਨਹੀਂ ਦੇਈਦੀ, ਉਹਨੂੰ ਇਹ ਦੱਸੋ ਕਿ ਮੱਛੀ ਨੂੰ ਫੜਨਾ ਕਿੱਦਾਂ। ਦਾਨ ਦਾ ਮਤਲਬ ਇਹੋ ਹੀ ਹੈ ਕਿ ਉਹਨੂੰ ਏਦਾਂ ਦਾ ਕੋਈ ਸਿਸਟਮ ਚਲਾਇਆ ਜਾਵੇ ਕਿ ਉਹਨੂੰ ਪਤਾ ਲੱਗੇ ਕਿ ਵੀ ਹਾਂ ਮਾਂ ਵੀ ਇਹ ਲੈ 10-20 ਦੀ ਰਾਸ ਪਾ ਦਿੰਦੇ ਆ, ਤੂੰ ਆਪਣਾ ਕਾਰੋਬਾਰ ਜਾਂ ਕੋਈ ਛੋਟਾ ਮੋਟਾ ਕੰਮ ਖੋਲ ਲੈ, ਕਿ ਕੱਲ ਨੂੰ ਤੈਨੂੰ ਕਿਸੇ ਕੋਲ ਮੰਗਣ ਦੀ ਲੋੜ ਨਾ ਪਵੇ। ਏਦਾਂ ਦਾ ਕੰਮ ਜ਼ਰੂਰ ਕਰਿਆ ਕਰੋ। ਹੈ ਇਹ ਬਾਣੀ ਆਪਣੇ ਸਿਖਾਉਂਦੀ ਹੈ। ਕਰਨ ਕਰਾਵਣ ਸਮਰੱਥ ਹੈ ਕੋ ਨਾਨਕ ਵਿਚਾਰ, ਕਹਿੰਦੇ ਕਿ ਮੈਂ ਵਿਚਾਰ ਕਰ ਲਿਆ ਹੈ ਨਾ, ਵੀ ਮਾਲਕ ਦਾ ਵਿਚਾਰ ਕਰ, ਬਸ ਉਹ ਕਾਰਨ ਸਮਰੱਥ ਹੈ। ਕਹੋ ਨਾਨਕ ਵਿਚਾਰ ਕਰਦੇ, ਕਹਿੰਦੇ ਕਿ ਪਰਮਾਤਮਾ ਜਿਹੜਾ ਉਹ ਕਰਨ ਵਾਲਾ ਸਮਰੱਥ ਵੀ ਹੈਗਾ, ਔਰ ਕਰਦਾ ਵੀ ਉਹੀ ਹੈ। ਤੁਸੀਂ ਅੱਖਾਂ ਬੰਦ ਕਰਕੇ ਵੇਖ ਲਓ, ਤੁਹਾਡੇ ਕੋਲ ਆ ਜਾਂਦਾ ਮਿੰਟ ਲਾਉਂਦਾ ਹੋਣ ਲੱਗਿਆ। ਵੈਸੇ ਵੀ ਸਾਡੇ ਚੋਂ ਕਿਹੜਾ ਬ੍ਰਹਮ ਗਿਆਨੀ ਹੈਗਾ, ਅਸੀਂ ਤੇ ਸਾਰੇ ਅਸੀਂ ਤੇ ਉਦਾਂ ਹੀ ਆ। ਤੇ ਵੇਖੋ ਕਿੱਦਾਂ ਸਾਨੂੰ ਸਮਾਧੀ ਮਿਲ ਰਹੀ ਹੈ, ਉਹ ਕਿੱਦਾਂ ਸਾਡੇ ਚਰਨ ਸਾਨੂੰ ਆਪਣੇ ਚਰਨਾਂ 'ਚ ਜਗ੍ਹਾ ਬਖਸ਼ਣ ਦੇ। ਇਹਦਾ ਮਤਲਬ ਹੈ ਕਿ ਉਹ ਕਾਫੀ ਵਿਸ਼ਾਲ ਹਿਰਦੇ ਦੀ ਸ਼ਕਤੀ ਹੈ। ਉਹ ਸਾਡੇ ਬਾਣੀ 'ਚ ਇਸ ਲਈ ਕਿਹਾ ਕਿ ਮੇਰਾ ਗੁਣ ਅਵਗੁਣ ਨਾ ਵਿਚਾਰੋ, ਮੇਰੇ ਗੁਣ ਨੂੰ ਵੀ ਨਹੀਂ ਵਿਚਾਰਨੇ ਤੇ ਮੇਰੇ ਅਵਗੁਣ ਵੀ ਨਹੀਂ ਵਿਚਾਰਨੇ। ਤੇ ਵਿਚਾਰਦਾ ਵੀ ਨਹੀਂ। ਵੇਖੋ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਬੜਾ ਸੱਚਨ ਠਾਕੁਰ ਜੀ। ਹਰਪ੍ਰੀਤ ਜੀ ਮਾਈਕ ਬੰਦ ਕਰ ਦਿਓ ਤੁਸੀਂ। ਹਰਪ੍ਰੀਤ ਕੌਰ। ਹਾਂ, ਤੇ ਵੈਸੇ ਵੀ ਸਾਡੇ 'ਚ ਗੁਣ ਤੇ ਹੈ ਨਹੀਂ। ਹਾਂ, ਅਵਗੁਣ ਬਥੇਰੇ ਹੈਗੇ ਆ, ਉਸ ਮੈਟਰ 'ਚ ਅਸੀਂ ਅੱਗੇ। ਇਸ ਕਰਕੇ ਬਾਣੀ ਆਪਣੇ ਇਹ ਸਮਝਾ ਰਹੀ। ਹਾਂਜੀ ਨਿੱਜਰ ਸਾਹਿਬ, ਅਗਲੀ ਤੋਂ ਬੋਲ ਦਿਓ। ਹਰਪ੍ਰੀਤ ਜੀ ਮਾਈਕ ਬੰਦ ਕਰ ਦਿਓ। ਹਾਂ, ਕਰ ਦਿਓ। ਕਾਰਨ ਕਰਤੇ ਵਸੇ। ਦੇਖੋ ਪਹਿਲਾਂ ਉੱਪਰ ਲਿਖਿਆ ਸੀ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ, ਉੱਥੇ ਵੀ ਕਾਰਨ ਲਿਖਿਆ ਹੋਇਆ ਸਾਰਾ ਕੁਝ ਕਰਨ ਦੇ। ਇੱਥੇ ਕਾਰਨ ਦੇ ਨੂੰ ਮਹਾਰਾਜ ਨੇ ਔਂਕੜ ਲਗਾਈ ਹੈ, ਕਹਿੰਦੇ ਤੂੰ ਭਗਤੀ ਕਰ। ਕਾਰਨ ਕਰਤੇ ਵਸ ਹੈ, ਭਗਤੀ ਦਾ ਫਲ ਦੇਣਾ ਕਰਤੇ ਦੇ ਵਸ ਦੇ ਵਿੱਚ ਹੈਗਾ। ਜਿਹਨੇ ਕੱਲ ਰੱਖੀ ਧਾਰ, ਉਹਦੇ ਕੋਲ ਸਾਰੀ ਸ਼ਕਤੀ ਹੈਗੀ, ਕਲਾ ਸਾਰੀ ਉਹਦੇ ਕੋਲ ਮਾਲਕ ਪਰਮਾਤਮਾ ਕੋਲ ਹੈਗੀ ਆ। ਬਸ ਤੂੰ ਭਗਤੀ ਕਰ, ਆਪਣੇ ਆਪ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਤੈਨੂੰ ਫਲ ਦਊਗਾ। ਹਾਂਜੀ ਠੀਕ ਹੈ ਜੀ।
ਹੁਣ ਸਾਧ ਸਿੰਘ ਜੀ ਉਤਰੀ ਤੁਕ ਪੜ੍ਹਦੇ ਹਾਂ ਆਪਾਂ, ਕਹਿੰਦੇ ਕਰਨ ਕਾਰਨ ਸਮਰੱਥ ਹੈ। ਕਹਿੰਦਾ ਜਿਹੜਾ ਪ੍ਰਮਾਤਮਾ ਹੈ ਉਹ ਕਰਨ ਲਈ ਸਮਰੱਥ ਹੈ। ਕਹੇ ਨਾਨਕ ਵਿਚਾਰ, ਨਾਨਕ ਕਹਿ ਰਿਹਾ ਵਿਚਾਰ ਕਰਕੇ, ਕਹੇ ਨਾਨਕ ਵਿਚਾਰ, ਨਾਨਕ ਵਿਚਾਰ ਕਰਕੇ ਦੱਸ ਰਿਹਾ ਹੈ ਇਹ ਗੱਲ ਕਿ ਪ੍ਰਮਾਤਮਾ ਜਿਹੜਾ ਸਮਰੱਥ ਆ ਉਹ ਕੀ ਕਰ ਰਿਹਾ ਹੈ। ਕਾਰਨ ਕਰਤੇ ਵਸ ਹੈ, ਕਿ ਜੋ ਵੀ ਕਰ ਰਿਹਾ ਹੈ ਉਹ ਪ੍ਰਮਾਤਮਾ ਹੀ ਕਰ ਰਿਹਾ। ਨਿੱਜਾ ਸਾਹਿਬ ਕਿ ਨਹੀਂ? ਹਾਂ, ਕਾਰਨ ਕਰਤੇ ਵਸ ਹੈ, ਕਹਿੰਦੇ ਮਾਲਕ ਨੇ ਫਲ ਦੇਣਾ ਹੈ, ਫਲ ਮਾਲਕ ਦੇ ਕੋਲ ਹੈ। ਹਾਂ, ਤੇ ਆਊਟਪੁੱਟ ਨਿੱਜਾ ਸਾਹਿਬ ਮਿਲਣੀ। ਹੁਣ ਆਪਾਂ ਕੰਮ ਕਰਾਂਗੇ ਤੇ ਆਪਾਂ ਨੂੰ ਪੈਸੇ ਮਿਲਦੇ ਨਹੀਂ, ਦਿਹਾੜੀ ਲਾਵਾਂਗੇ, ਜੇ ਆਪਾਂ ਘਰੇ ਬੈਠੇ ਤੇ ਕਿੱਥੋਂ ਤਨਖਾਹ ਮਿਲ ਜੂ। ਜੇ ਆਪਾਂ ਭਗਤੀ ਕਰਾਂਗੇ ਤੇ ਨਿੱਜਾ ਸਾਹਿਬ ਉਹਨੇ ਸਾਡਾ ਫਲ ਤੇ ਦੇਣਾ ਹੀ ਦੇਣਾ ਨਾ ਉਹ ਬੰਦਾ। ਬਿਲਕੁਲ। ਅਗਲੀ ਤੋਂ ਬੋਲ ਦੋ। ਕਾਰਨ ਕਰਤੇ ਵਸ ਹੈ, ਜਿਨ ਕਲ ਰੱਖੀ ਧਾਰ, ਕਹਿੰਦੇ ਉਸ ਕੋ ਸ਼ਕਤੀ ਮਾਲਕ ਦੇ ਕੋਲ ਆ, ਕਲਾ ਮਾਲਕ ਦੇ ਕੋਲ ਆ, ਸਾਰੀ ਕਲਾ ਮਾਲਕ ਨੇ ਆਪਣੇ ਵਿੱਚ ਵੀ ਤਾਂ ਸਾਰੀ ਕਲਾ ਮਾਲਕ ਨੇ ਰੱਖੀ ਹੋਈ ਆ। ਆਪਾਂ ਐਵੇਂ ਹੀ ਥੋੜੀ ਨਾ ਜਿਹੜੀ ਮਿੱਟੀ ਜਿਹੜੀ ਹੈ ਚੱਲ ਫਿਰ ਰਹੀ ਹੈ, ਤੁਰ ਫਿਰ ਰਹੀ ਹੈ, ਸਾਰਾ ਕੁਝ ਇਹਦੇ ਵਿੱਚ ਵੀ ਕਲਾ ਮਾਲਕ ਦੀ ਹੈਗੀ। ਹਾਂ ਬਿਲਕੁਲ ਠੀਕ ਹੈ ਨਿੱਜਾ ਸਾਹਿਬ। ਇਹ ਕੌਣ ਵੇਖ ਲਓ ਕਲਾ ਧਾਰ ਹੈ ਪਰਮਾਤਮਾ, ਤੇ ਰਿਕੁਆਇਰਮੈਂਟ ਤੇ ਇਹੋ ਹੀ ਹੈ ਕਿ ਸਾਡਾ ਉੱਠਣਾ, ਸਾਡਾ ਬੋਲਣਾ, ਸਾਡਾ ਚੱਲਣਾ ਉਹਦੀ ਹਜ਼ੂਰੀ ਚ ਹੋਣਾ। ਉਹਨੂੰ ਹਾਜ਼ਰ ਨਾਜ਼ਰ ਸਮਝੀਏ ਔਰ ਸਮਦ੍ਰਿਸ਼ਟੀ ਨਾਲ ਚੱਲੀਏ। ਆਪਣੇ ਵੱਡਿਆਂ ਦੇ ਲਾਗੇ, ਆਪਣੇ ਜੋ ਬਜ਼ੁਰਗ ਹੈਗੇ ਨੇ ਜਾਂ ਛੋਟੇ ਹੈਗੇ ਨੇ, ਉਹਨਾਂ ਦਾ ਮਾਣ ਬਣੀਏ, ਉਹਨਾਂ ਦੇ ਚੰਗੇ ਨਾਂ ਸੱਦੀਏ, ਉਹਨਾਂ ਦਾ ਪ੍ਰੋਪਰ ਨਾਂ ਸੱਦ ਕੇ ਉਹਨਾਂ ਨਾਲ ਗੱਲ ਕਰੀਏ। ਛੋਟੇ ਬੱਚੇ ਨੂੰ ਅਹਿਸਾਸ ਕਰਾਈਏ ਕਿ ਜਿੱਦਾਂ ਵੱਡਾ ਬੰਦਾ ਹੁੰਦਾ। ਇੱਕ ਔਰਤ ਆ, ਇੱਕ ਆਪਣੀ ਪਤਨੀ ਆ ਜਾਂ ਪਤੀ ਆ, ਉਹਦਾ ਵੀ ਮਨ ਦਾ ਮਾਣ ਦਈਏ, ਸਨਮਾਨ ਕਰੀਏ, ਵਿਸ਼ਵਾਸ, ਐਤਬਾਰ, ਮਿਹਨਤ ਕਰੀਏ। ਤੇ ਜੀਵਨ ਆਪਣੇ ਆਪ ਹੀ ਫਿਰ ਪ੍ਰਮਾਤਮਾ ਵੀ ਖੁਸ਼ ਹੋ ਜਾਂਦਾ ਤੁਸੀਂ ਜਦੋਂ ਆਪਣੀ ਜ਼ਿੰਮੇਵਾਰੀਆਂ ਸਮਝ ਲੈਂਦੇ ਜੋ। ਤੇ ਹੁਣ ਮੈਂ ਭਗਤੀ ਕਰੀ ਜਾਵਾਂ ਤੇ ਕੰਮ ਮੈਂ ਆਪਣਾ ਕਰਾਂ ਨਾ, ਮੇਰਾ ਕੰਮ ਇੱਥੇ ਘਰ ਦੇ ਕਰਨ ਤੇ ਨਿੱਜਾ ਸਾਹਿਬ, ਇਹ ਵੀ ਕਿੱਦਾਂ ਦੀ ਭਗਤੀ ਹੋਊਗੀ? ਸਹੀ ਆ, ਬਿਲਕੁਲ। ਸੋ ਇਹ ਸਾਰੇ ਆਪਣੇ ਜੋ ਵੀ ਜਿਹੜੇ ਹੈਗੇ ਫਰਜ਼ ਹੈਗੇ ਆਪਾਂ ਉਹਨਾਂ ਨੂੰ ਅਦਾ ਕਰੀਏ, ਕਿਉਂਕਿ ਇਹ ਸੰਸਾਰ ਤੇ ਆਤਮ ਗਿਆਨ ਦਾ ਬੈਲੈਂਸ ਕਰਨਾ ਪੈਣਾ ਹੈ। ਔਰ ਇਹ ਦੋਨੇ ਬੈਲੈਂਸ ਆਪਣੇ ਆਪ ਹੀ ਹੋ ਜਾਣੇ ਜਦੋਂ ਆਪਾਂ ਬ੍ਰਹਮ ਦੀ ਭਗਤੀ ਕੀਤੀ ਤੇ ਜੀਵਨ ਆਪਣੇ ਆਪ ਹੀ ਸਾਡਾ ਉੱਤੇ ਆਉਣ ਲੱਗ ਜਾਣਾ। ਅੱਜ ਦੀ ਵਿਚਾਰ ਨਿੱਜਾ ਸਾਹਿਬ? ਹਾਂਜੀ, ਬਸ ਬਹੁਤ ਵਧੀਆ ਜੀ। ਕਿਉਂਕਿ ਸਾਰਿਆਂ ਦੇ ਵਿੱਚ ਜਿਹੜਾ ਹੈ ਨਾ ਆਪਾਂ ਨੂੰ ਪਰਮਾਤਮਾ, ਸਾਰਿਆਂ ਦੇ ਵਿੱਚ ਪਰਮਾਤਮਾ ਦੇਖਾਂਗੇ ਤੇ ਤਾਂ ਹੀ ਭਗਤੀ ਨੂੰ ਫਲ ਲੱਗੂਗਾ। ਹਾਂ ਬਿਲਕੁਲ ਸਹੀ ਹੈ, ਕਿਉਂਕਿ ਇਹ ਬ੍ਰਹਮ ਤੇ ਇਹ ਵੀ ਬ੍ਰਹਮ ਹੀ ਆ। ਹਾਂ, ਪਾਰ ਬ੍ਰਹਮ ਦਾ ਹੀ ਇੱਕ ਹਿੱਸਾ ਵਾ। ਇਹ ਨਹੀਂ ਕਿ ਆਪਾਂ ਇਹਦੇ ਨਾਲ ਧੋਖਾ ਕਰਕੇ ਤੇ ਉਹਦੇ ਘਰ ਖੁਸ਼ੀ ਪ੍ਰਾਪਤ ਕਰ ਲਾਂਗੇ। ਕਹਿਣ ਤੋਂ ਭਾਵ ਹੋਈ ਹੈ ਬਿਲਕੁਲ ਭਗਤੀ ਆਪਾਂ ਉਹਦੀ ਕਰਨੀ ਆ ਤੇ ਵਿਚਰਨਾ ਆਪਾਂ ਇਹਦੇ ਵਿੱਚ ਆ। ਇੱਥੇ ਜਦੋਂ ਵਿਚਰਨਾ ਵਾ ਤੇ ਆਪਾਂ ਉਸ ਜੀਵਨ ਨੂੰ ਉਹਦੇ ਰੂਪ ਚ ਸਮਝਣਾ ਔਰ ਆਪਣੀਆਂ ਡਿਊਟੀਆਂ, ਸਾਨੂੰ ਪਤਾ ਵਾ ਸਾਰਾ ਕੁਝ, ਇਹਦੇ ਚ ਕੋਈ ਬੱਚੇ ਥੋੜੀ ਹੈਗੇ ਆਪਾਂ, ਤੇ ਆਪਣੇ ਜਿਹੜੀਆਂ ਡਿਊਟੀਆਂ ਨੂੰ ਪੂਰਾ ਕਰੀਏ। ਇੱਕ ਨਾਲ ਸਾਧ ਸੰਗਤ ਜੀ ਕਈ ਬੜੀ ਪ੍ਰੋਬਲਮ ਹੁੰਦੀ ਆ। ਆਪਾਂ ਕਈ ਵਾਰੀ ਨੇ ਇਹ ਸੋਚਦੇ ਹਾਂ ਕਿ ਮੈਂ ਕਰਦਾ ਤੇ ਅਗਲਾ ਨਹੀਂ ਕਰਦਾ। ਅਗਲਾ ਕਰੇ ਨਾ ਕਰੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਨਾ ਹੀ ਅਗਲੇ ਤੇ ਸਾਡਾ ਜ਼ੋਰ ਹੈ। ਘਰ ਦੇ ਵਿੱਚ ਵੀ ਕਈ ਵਾਰੀ ਹੁੰਦਾ ਵਾ ਕਿ ਆਪਾਂ ਮਹਿਸੂਸ ਕਰਦੇ ਹਾਂ ਕਿ ਜ਼ਿਆਦਾ ਕੰਮ ਕਰਦੇ, ਦੂਜੇ ਘੱਟ ਕਰਦੇ ਆ। ਜਦੋਂ ਆਪਣੇ ਮਨ ਚ ਏਦਾਂ ਦੀ ਭਾਵਨਾ ਆਉਂਦੀ ਹੈ ਤੇ ਫਿਰ ਨਿੱਜਰ ਸਾਹਿਬ ਬੜੀ ਈਰਖਾ ਪੈਦਾ ਹੋ ਜਾਂਦੀ ਬੰਦੇ ਦਾ। ਆਪਾਂ ਜਿਹੜਾ ਕੰਮ ਕਰਦੇ ਆ ਆਪਾਂ ਉਹ ਮਿਹਨਤ ਕਰ ਹੀ ਜਾਣੀ ਆ ਬਸ, ਠੀਕ ਹੈ। ਔਰ ਆਪਣਾ ਜੋ ਫਰਜ਼ ਹੈਗਾ ਵਾ, ਜਦੋਂ ਅਸੀਂ ਸੋਚਦੇ ਕਿ ਦੂਜੇ ਵੀ ਜਿੱਦਾਂ ਮੈਂ ਕਰ ਰਿਹਾ ਉਦਾਂ ਦੂਜੇ ਵੀ ਕਰਨ, ਫਿਰ ਉਹ ਜਿਹੜਾ ਮੇਰਾ ਕਰਨਾ ਨਾ ਉਹ ਫਿਰ ਮੈਨੂੰ ਦੁੱਖ ਦਊਗਾ। ਜਦੋਂ ਅਸੀਂ ਆਪਣਾ ਫਰਜ਼ ਸਮਝ ਕੇ ਕਰੀ ਜਾਂਦੇ ਆ ਤੇ ਫਿਰ ਉਹ ਚੀਜ਼ ਸਾਨੂੰ ਦੁੱਖ ਨਹੀਂ ਦਿੰਦੀ। ਪਰ ਜਦੋਂ ਅਸੀਂ ਸੋਚਦੇ ਕਿ ਦੂਜੇ ਵੀ ਮੇਰੇ ਵਾਂਗੂ ਕਰਨ, ਫਿਰ ਜਿਹੜਾ ਵੀ ਆਪਾਂ ਕੰਮ ਕਰਾਂਗੇ ਉੱਥੇ ਸਾਨੂੰ ਦੁੱਖ ਹੀ ਪ੍ਰਾਪਤ ਹੋਣਾ। ਅਗਲਾ ਨੇ ਆਪਣੇ ਸੁਭਾਅ ਦੇ ਅਨੁਸਾਰ ਹੀ ਕੰਮ ਕਰਨਾ ਹੁੰਦਾ। ਹਾਂ, ਇਹ ਹੋ ਸਕਦਾ ਕਿ ਉਹ ਜੇ ਕਰੇ ਨਾ ਕਰੇ ਉਹਦੀ ਮਰਜ਼ੀ ਹੈ, ਪਰ ਆਪਾਂ ਜਦੋਂ ਸੋਚਦੇ ਹਾਂ ਕਿ 2-4 ਦਿਨ ਮੈਂ ਕੀਤਾ ਹੁਣ ਅਗਲਾ ਵੀ ਏਦਾਂ ਹੀ ਕਰੇ, ਫਿਰ ਉਹ ਚੀਜ਼ ਨੂੰ ਵੇਖਿਆ ਉਹ ਕਰਨ ਦੇ ਨਾਲ ਸਾਨੂੰ ਦੁੱਖ ਦੀ ਪ੍ਰਾਪਤੀ ਹੁੰਦੀ ਹੈ। ਓਕੇ ਜੀ, ਅੱਜ ਦੇ ਵਿਚਾਰ ਇੱਥੇ ਸਮਾਪਤ ਕਰੀਏ।